WTO ਦੇ ਬਾਰੇ ਕਿਸਾਨ ਜਥੇਬੰਦੀਆਂ ਇੰਨੇ ਮਜ਼ਬੂਤੀ ਦੇ ਨਾਲ ਵਿਰੋਧ ਕਿਉਂ ਕਰ ਰਹੀਆਂ ਨੇ, ਉਹਦੇ ਪੁਤਲੇ ਕਿਉਂ ਸਾੜ ਰਹੀਆਂ ਨੇ? ਸਮਝੌਤਾ ਕੀਤਾ ਕਿ ਇਹ ਜਿਹੜੇ WTO ਦੇ ਕਾਨੂੰਨ ਅਸੀਂ ਬਣਾ ਰਹੇ ਹਾਂ, ਜਿਹੜਾ ਘੇਰਾ ਬਣਾ ਰਹੇ ਹਾਂ, ਹਰ ਦੇਸ਼ ਉਹਦੇ ਮੁਤਾਬਕ ਜਿਹੜਾ ਮੈਂਬਰ ਦੇਸ਼ ਹੈ ਵਪਾਰ ਇੱਕ ਦੂਜੇ ਨਾਲ ਕਰੇ। ਯੂਰਪੀਅਨ ਯੂਨੀਅਨ ਦਾ ਹੈੱਡਕੁਆਟਰ ਹੈ, ਉੱਥੇ ਕਿਸਾਨ ਵਿਰੋਧ ਕਰ ਰਹੇ ਨੇ, ਇੰਡੀਆ 'ਚ ਵਿਰੋਧ ਕਰ ਰਹੇ ਨੇ, ਹੋਰ ਥਾਵਾਂ ਤੇ ਵੀ ਉਹਦਾ ਵਿਰੋਧ ਹੋ ਰਿਹਾ। ਹਿੰਦੁਸਤਾਨ ਦੇ ਵਿੱਚ 23 ਫਸਲਾਂ ਤੇ MSP ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਸਰਕਾਰ ਵੀ ਅਨਾਉਂਸ ਕਰ ਦਿੰਦੀ ਹੈ, ਲਾਗੂ 2-3 ਫਸਲਾਂ ਦੀ। ਹਾਂ, ਈਵਨ ਸ਼ਾਂਤਾ ਕੁਮਾਰ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ ਸਿਰਫ 6% ਹੀ MSP ਮਿਲਦੀ ਹੈ। ਉਹਨੇ ਇਹਨੂੰ ਆਰਗੂਮੈਂਟ ਦੇ ਤੌਰ ਤੇ ਗਲਤ ਯੂਜ਼ ਕੀਤਾ ਹੈ ਕਿ ਕਿਉਂਕਿ 6% ਨੂੰ ਹੀ ਮਿਲਦੀ ਹੈ, ਇਸ ਕਰਕੇ ਦੇਣ ਦੀ ਲੋੜ ਹੀ ਨਹੀਂ, ਤੇ FCA ਵੀ ਡਿਸਮਿਸ। ਉਹ ਲੀਗਲ ਸਟੇਟਸ ਕਿਉਂ ਚਾਹੁੰਦੇ ਨੇ? ਕਿਉਂਕਿ ਉਹਨਾਂ ਨੂੰ ਇੱਕ ਖਦਸ਼ਾ ਹੋ ਗਿਆ ਕਿ ਰਹਿਣਾ ਨਹੀਂ, MSP ਰਹਿਣੀ ਨਹੀਂ। WTO ਜਦੋਂ ਬਣੀ ਹੈ ਪਿਛਲੇ 25 ਸਾਲਾਂ 'ਚ 3 ਦਹਾਕਿਆਂ 'ਚ ਆਪਾਂ ਦੇਖ ਰਹੇ ਹਾਂ ਕਿ ਉਸ ਦਾ ਮੈਜੋਰਿਟੀ ਫਾਇਦਾ ਹੀ ਡਿਵੈਲਪਡ ਕੰਟਰੀਜ਼ ਨੂੰ ਹੋਇਆ ਆ। ਕੈਪੀਟਲ ਕਿੱਥੋਂ ਆਉਣੀ ਹੈ? ਕੈਪੀਟਲ ਤਾਂ ਉਹਨਾਂ ਕੋਲ ਹੀ ਹੈ ਨਾ, ਪੂੰਜੀ। ਮਲਟੀਨੈਸ਼ਨਲ ਕਾਰਪੋਰੇਸ਼ਨਸ ਉਹਨਾਂ ਕੋਲੇ ਨੇ, ਵਿਕਾਸਸ਼ੀਲ ਦੇਸ਼ਾਂ ਜਾਂ ਗਰੀਬ ਦੇਸ਼ਾਂ ਕੋਲ ਕਿੱਥੇ ਨੇ? ਖੇਤੀ ਜਿਹੜੀ ਹੈ ਪੂਰੀ ਦੁਨੀਆ 'ਚ ਸੰਕਟ 'ਚ ਹੈ ਤੇ ਸਬਸਿਡੀ ਤੋਂ ਬਿਨਾਂ ਕੋਈ ਦੇਸ਼ 'ਚ ਖੇਤੀ ਕਿਸੇ 'ਚ ਵੀ ਨਹੀਂ ਚੱਲ ਰਹੀ। WTO ਤੋਂ ਬਾਹਰ ਆਉਂਦੇ ਹਾਂ ਤਾਂ ਫਿਰ ਸਾਨੂੰ ਹਰ ਕੰਟਰੀ ਨਾਲ ਵਪਾਰ ਕਰਨ ਲਈ ਇੱਕ ਵੱਖਰੇ ਤੌਰ ਤੇ ਵੱਖਰਾ ਨਵਾਂ ਸਮਝੌਤਾ ਕਰਨਾ ਪਏਗਾ ਕਿ ਕਰਜ਼ਾ ਮਾਫ ਕਰਨ ਵਾਲੀ ਸਰਕਾਰ ਕੋਈ ਹਾਮੀ ਨਹੀਂ ਭਰ ਰਹੀ। MSP ਬਾਰੇ ਵਿਚਾਰ ਕਰਨ ਲਈ ਸਰਕਾਰ ਕਹਿ ਰਹੀ ਹੈ, ਪਰ ਅਜੇ ਤੱਕ ਸਵਾਮੀਨਾਥਨ MSP ਸਰਕਾਰ ਨੇ ਨਹੀਂ ਦਿੱਤੀ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਇੱਕ ਇਹ ਵਾਅਦਾ ਸੀ ਕਿ ਮੈਂ ਕਰਜ਼ੇ ਮਾਫ ਕਰਾਂਗਾ, ਕਿ ਇੱਕ ਚੀਫ ਮਿਨਿਸਟਰ ਏਡੀ ਤਗੜੀ ਕਮਿਟਮੈਂਟ ਕਿਸ ਬੇਸ ਤੇ ਕਰ ਰਿਹਾ ਸੀ। ਉਹੀ ਕਮਿਟਮੈਂਟ ਅਕਾਲੀ ਗਵਰਨਮੈਂਟ ਵੀ ਕਰ ਰਹੀ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਖੇਤੀ ਜਿਹੜੇ ਆ ਉਹ ਸਟੇਟ ਦਾ ਸਬਜੈਕਟ ਹੈ, ਦੂਜੇ ਪਾਸੇ ਅਸੀਂ ਖੇਤੀ ਨੀਤੀ ਕਿਉਂ ਨਹੀਂ ਬਣਾਈ ਹੁਣ ਤੱਕ? ਇਹ ਨਾ ਬਾਦਲ ਸਾਹਿਬ ਵੇਲੇ ਬਣੀ, ਨਾ ਕੈਪਟਨ ਸਾਹਿਬ ਵੇਲੇ ਬਣੀ, ਨਾ ਹੁਣ ਬਣੀ। ਨਿਰਮਲਾ ਸੀਤਾਰਮਨ ਨੇ 4 ਦਿਨ ਪਹਿਲਾਂ ਇਸ ਦੇ ਉੱਤੇ ਸਪੈਸ਼ਲ ਕਮੈਂਟ ਕੀਤਾ। ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਜ਼ੀਰੋ ਫਾਰਮਿੰਗ ਪਾਲਿਸੀ ਲਿਆਉਣੀ ਹੈ। ਜ਼ੀਰੋ ਬਜਟ ਫਾਰਮਿੰਗ ਤਾਂ ਇੱਕ ਪੋਲੀਟੀਕਲ ਨਾਰਾ ਹੈ, ਇਹ ਸੰਭਵ ਨਹੀਂ ਹੈ। ਤੁਸੀਂ ਪੰਜਾਬ ਨੂੰ ਪਾਸੇ ਕਰਕੇ ਦੇਸ਼ ਦੀ ਫੂਡ ਸਿਕਿਉਰਿਟੀ ਕਾਇਮ ਨਹੀਂ ਰੱਖ ਸਕਦੇ। ਜੈ ਕਿਸਾਨ ਨੇ ਕਣਕ ਤੇ ਝੋਨੇ ਦੇ ਵਿੱਚ ਇੱਕ ਵੱਡਾ ਯੋਗਦਾਨ ਫੂਡ ਸਿਕਿਉਰਿਟੀ ਦੇ ਵਿੱਚ ਹੈਗਾ, ਤੇ ਜੈ ਜਵਾਨ ਨੂੰ ਜੇ ਸਮਝਣਾ ਹੋਵੇ ਤਾਂ ਪੰਜਾਬ ਇਸ ਵੇਲੇ ਵੀ ਪੰਜਾਬ 'ਚ ਸਭ ਤੋਂ ਵੱਧ ਜੰਗੀ ਵਿਧਵਾਵਾਂ ਨੇ। ਸਰਹੱਦ ਦੀ ਪੋਲਿਟਿਕਸ ਇੰਨੀ ਹੈ ਕਿ ਜਿਹਦਾ ਸਿੱਧਾ ਅਸਰ ਸਾਡੀ ਖੇਤੀ ਤੇ ਪੈਂਦਾ। ਹਿੰਦੁਸਤਾਨ ਦਾ ਪਾਕਿਸਤਾਨ ਨਾਲ ਵਪਾਰ ਨਹੀਂ ਹੋ ਰਿਹਾ, ਪਰ ਵਾਇਆ ਥਰਡ ਕੰਟਰੀ ਇਲੀਗਲੀ ਸਾਰਾ ਕੁਝ ਹੋ ਰਿਹਾ। ਉਹਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ। ਵਾਹਗਾ ਬਾਰਡਰ ਬਿਲਕੁਲ ਬੰਦ ਹੈ। ਅਸਲ ਦੇ ਵਿੱਚ ਕਦੀ ਵੀ ਇਹ ਮੁੱਦਾ ਪੋਲੀਟੀਕਲੀ ਪਾਰਟੀਆਂ ਨੇ ਚੁੱਕਿਆ ਨਹੀਂ, ਨਾ ਪੰਜਾਬ ਦੀਆਂ ਪਾਰਟੀਆਂ ਨੇ ਤੇ ਨਾ ਹੀ ਗਵਾਂਢੀ ਮੁਲਕਾਂ ਨੇ। ਇਹ ਜਿਹੜਾ ਏਰੀਆ ਹੈ ਵਾਹਗਾ ਬਾਰਡਰ, ਟ੍ਰੇਡ ਖੁੱਲ੍ਹਣ ਦਾ ਪੰਜਾਬ ਲਈ ਤੇ ਗਵਾਂਢੀ ਰਾਜਾਂ ਲਈ ਇੱਕ ਲਾਈਫ ਲਾਈਨ ਹੈ। 2020 ਦੇ ਵਿੱਚ ਜਦੋਂ ਆਪਾਂ ਜਾਈਏ ਤਾਂ ਉਸ ਦੇ ਵਿੱਚ ਸਭ ਤੋਂ ਵੱਧ ਜ਼ਿਕਰ ਹੁੰਦਾ 3 ਕਾਨੂੰਨਾਂ ਦਾ, ਜਿਨ੍ਹਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨ ਕਹਿ ਕੇ ਸੰਬੋਧਨ ਕੀਤਾ। ਉਸ ਦੇ ਲਈ ਲੰਮਾ ਸੰਘਰਸ਼ ਹੋਇਆ ਅਤੇ ਉਹਨਾਂ ਕਾਨੂੰਨਾਂ ਬਾਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਐਗਰੀਕਲਚਰ ਨੂੰ ਸੰਬੋਧਨ ਕਰਦੇ ਹੋਏ ਇਕਨੋਮਿਸਟਾਂ ਨੇ ਵੀ ਇਸ ਦੇ ਉੱਤੇ ਨਿਗਾਹ ਰੱਖੀ ਅਤੇ ਇਸ ਦੇ ਵਿੱਚ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਵਕਤ ਦੇਸ਼ ਦੇ ਚੁਣਿੰਦਾ ਇਕਨੋਮਿਸਟਾਂ ਨੇ ਇੱਕ ਸਾਂਝੀ ਚਿੱਠੀ ਉਸ ਸਮੇਂ ਦੇ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਹੋਣਾ ਨੂੰ ਲਿਖੀ, ਜਿਸ ਦੇ ਵਿੱਚ ਉਹਨਾਂ ਨੇ ਸਮਝਾਇਆ ਕਿ ਇਹਨਾਂ ਕਾਨੂੰਨਾਂ ਦਾ ਪ੍ਰਭਾਵ ਕਿਸਾਨਾਂ 'ਤੇ ਕਿਸ ਤਰ੍ਹਾਂ ਪਏਗਾ ਅਤੇ ਇਹ ਜੋ ਤੁਹਾਡਾ
ਪੂਰਾ ਕਾਨੂੰਨ ਦਾ ਪ੍ਰਬੰਧ ਹੈ ਇਹ ਕਿਸ ਤਰ੍ਹਾਂ ਕਾਨੂੰਨਾਂ ਦੇ ਲਈ ਕਿਸਾਨਾਂ ਦੇ ਲਈ ਸਹੀ ਨਹੀਂ ਹੈ। ਉਹਨਾਂ ਇਕਨੋਮਿਸਟਾਂ ਦੇ ਵਿੱਚੋਂ ਇੱਕ ਸਨ ਰਣਜੀਤ ਸਿੰਘ ਘੁੰਮਣ ਹੋਣੀ। ਰਣਜੀਤ ਸਿੰਘ ਘੁੰਮਣ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨੋਮਿਕਸ ਡਿਪਾਰਟਮੈਂਟ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ, ਕ੍ਰਿਟ ਦੇ ਮੈਂਬਰ ਵੀ ਰਹੇ ਨੇ ਅਤੇ ਉਹਨਾਂ ਨੇ ਇਸ ਸਾਰੇ ਮਸਲੇ ਦੇ ਬਾਰੇ ਬਹੁਤ ਬਾਰੀਕੀ ਦੇ ਨਾਲ ਹਮੇਸ਼ਾ ਲਿਖਿਆ ਆ। ਅਤੇ ਇਸ ਸਮੇਂ ਵੀ ਜਦੋਂ ਜਦੋਂ ਕਿਸਾਨ ਜਥੇਬੰਦੀਆਂ ਨੂੰ ਜ਼ਰੂਰਤ ਪੈਂਦੀ ਹੈ ਤੇ ਬਤੌਰ ਐਗਰੋ ਇਕਨੋਮਿਸਟ ਦੇ ਤੌਰ ਤੇ ਉਹ ਇਹਨਾਂ ਕੋਲ ਆਉਂਦੇ ਨੇ। ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਅੰਦਰ ਇੰਟਰਵਿਊ ਦੇ ਵਿੱਚ ਸਤਨਾਮ ਸਿੰਘ ਬਹਿਰੂ ਹੁਣਾਂ ਨੇ ਕਿਹਾ ਕਿ ਜਦੋਂ ਮੈਂ ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਕਰਾਉਣ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਉਹ ਰਣਜੀਤ ਸਿੰਘ ਘੁੰਮਣ ਹੁਣਾਂ ਕੋਲ ਆਏ ਸਨ। ਅਸੀਂ ਵੀ ਅੱਜ ਇਹਨਾਂ ਦੇ ਕੋਲ ਆਏ ਹਾਂ ਕਿਉਂਕਿ ਇਹ ਸਮਝਣ ਦੀ ਜ਼ਰੂਰਤ ਹੈ ਜਦੋਂ MC13 ਸਮਿਟ ਆਬੂ ਧਾਬੀ ਦੇ ਵਿੱਚ WTO ਦੀ ਚੱਲ ਰਹੀ ਹੈ, ਇੱਕ ਪਾਸੇ ਕਿਸਾਨਾਂ ਦੀ ਵੀ ਮੰਗ ਹੈ ਕਿ WTO ਦਾ ਖਹਿੜਾ ਛੱਡ ਦਿੱਤਾ ਜਾਵੇ। ਇਸ ਦੇ ਬਾਰੇ ਦੀ ਹਿੰਦੂ ਦੇ ਅੰਦਰ ਸੰਗੀਤਾ ਗੋਡਬੋਲੇ ਨੇ ਇਹ ਵੀ ਲਿਖਿਆ ਕਿ ਬਹੁਤ ਸਾਰੀਆਂ ਮਿਸਪਰਸੈਪਸ਼ਨਾਂ ਤੇ ਮਿਸਲੀਡਿੰਗ ਨੇ ਜੋ ਇੰਡੀਆ ਦੇ ਪੱਖ ਨੂੰ ਵਿਦੇਸ਼ ਦੇ ਵਿੱਚ ਉਸ ਤਰ੍ਹਾਂ ਪ੍ਰੋਜੈਕਟ ਨਹੀਂ ਕਰਦੀਆਂ ਅਤੇ ਇਹ ਸਮਝਣ ਦੀ ਲੋੜ ਹੈ ਕਿ ਵਿਕਸਿਤ ਦੇਸ਼ਾਂ ਦੇ ਵਿੱਚ ਗਰੀਬ ਦੇਸ਼ ਆਪਣਾ ਸਰਵਾਈਵਲ ਕਿੱਥੇ ਲੱਭਣਗੇ। ਬਹੁਤ ਸਾਰੇ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ WTO ਜਦੋਂ ਦਾ ਬਣਿਆ ਉਹਨੇ ਵਿਕਸਿਤ ਦੇਸ਼ਾਂ ਨੂੰ ਫਾਇਦਾ ਹੀ ਦਿੱਤਾ ਹੈ, ਉਸ ਦੇ ਵਿੱਚ ਵਿਕਾਸਸ਼ੀਲ ਦੇਸ਼ਾਂ ਦਾ ਫਾਇਦਾ ਨਹੀਂ ਹੋਇਆ। ਅਤੇ ਇਸ ਮਾਮਲੇ ਦੇ ਅੰਦਰ ਕਮਰਸ ਮਿਨਿਸਟਰ ਪਿਊਸ਼ ਗੋਇਲ ਹੋਣਾ ਨੇ ਇਹ ਗੱਲ ਬੜੀ ਦਾਅਵੇ ਦੇ ਨਾਲ ਪੁਖਤਾ ਤੌਰ ਤੇ ਕਹੀ ਹੈ ਕਿ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੀ ਫੂਡ ਸਿਕਿਉਰਿਟੀ ਨੂੰ ਸਿਕਿਉਰ ਕਰੀਏ ਅਤੇ ਉਸ ਦੇ ਲਈ ਸਾਨੂੰ ਜਿਸ ਤਰ੍ਹਾਂ ਦੀ ਵੀ ਸਬਸਿਡੀਜ਼ ਤੇ ਉਹ ਸਾਰੀਆਂ ਨੀਤੀਆਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ। WTO ਉਸ ਦੇ ਵਿੱਚ ਆੜੇ ਆਉਂਦਾ ਆ, ਇਸ ਕਰਕੇ WTO ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਦੁਬਾਰਾ ਰੀਡਿਜ਼ਾਈਨ ਕਰਨ ਦੀ ਲੋੜ ਹੈ। ਇਸ ਕਰਕੇ ਤਾਂ ਹੀ ਇੱਕ ਹੈਲਦੀ ਡਿਸਕਸ਼ਨ, ਇੱਕ ਹੈਲਦੀ ਇਨਵਾਇਰਨਮੈਂਟ ਦੁਨੀਆ ਦੇ ਵਿੱਚ ਬਣੇਗਾ ਜੋ WTO ਚਾਹੁੰਦਾ ਆ। ਇਸ ਦੇ ਸਾਰੇ ਨੁਕਤਿਆਂ ਦੇ ਉੱਤੇ ਆਪਾਂ ਗੱਲ ਕਰਾਂਗੇ। ਦੂਸਰਾ ਇੱਕ ਨੁਕਤਾ ਹੋਰ ਅਹਿਮ ਹੈ ਜਿਹੜਾ ਵਾਘੇ ਤੇ ਹੁਸੈਨੀਵਾਲਾ ਬਾਰਡਰ ਦੇ ਨਾਲ ਜੁੜ ਜਾਂਦਾ ਹੈ। ਪੰਜਾਬ ਦੀਆਂ ਸਰਹੱਦਾਂ ਬਾਰੇ ਨਵਜੋਤ ਸਿੰਘ ਸਿੱਧੂ ਹੁਣੀ ਲਗਾਤਾਰ ਬੋਲਦੇ ਆਏ ਨੇ ਕਿ 2000 ਕਿਲੋਮੀਟਰ ਦਾ ਵੜਾ ਪਾ ਕੇ ਵਾਇਆ ਮੁੰਬਈ ਕਰਾਚੀ ਵਪਾਰ ਹੋ ਸਕਦਾ ਹੈ, ਦੁਬਈ ਵਪਾਰ ਹੋ ਸਕਦਾ ਹੈ ਤੇ ਇਹ 30 ਕਿਲੋਮੀਟਰ ਦਾ ਅੰਮ੍ਰਿਤਸਰ ਟੂ ਲਾਹੌਰ ਵਪਾਰ ਕਿਉਂ ਨਹੀਂ ਹੋ ਸਕਦਾ। ਇਸ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਅਤੇ ਇਹ ਵੀ ਸਮਝਣ ਦੀ ਲੋੜ ਹੈ ਕਿ ਬਹੁਤ ਸਾਰੇ ਮਾਹਰ ਇਹ ਕਹਿੰਦੇ ਨੇ ਕਿ ਇਹ ਬਾਰਡਰ ਨੇ, ਬਾਰਡਰ ਨੂੰ ਬਾਰਡਰ ਦੀ ਤਰ੍ਹਾਂ ਹੀ ਸਮਝਿਆ ਜਾਵੇ, ਉਹਨੂੰ ਬੈਰੀਗੇਟ ਨਾ ਬਣਾਇਆ ਜਾਵੇ। ਇੱਕ ਦੇਸ਼ ਦੀ ਮੌਜੂਦਾ ਗਲੋਬਲ ਸਟਰਕਚਰ ਦੇ ਵਿੱਚ ਬਾਰਡਰ ਦੀ ਇੱਕ ਆਪਣੀ ਲਿਮਿਟੇਸ਼ਨ ਤੇ ਆਪਣੀ ਇੱਕ ਹੱਦਬੰਦੀ ਹੈਗੀ ਹੈ, ਉਹਦਾ ਡਿਸਪਲਿਨ ਹੈ ਆ, ਪਰ ਉਸ ਨੂੰ ਬੈਰੀਗੇਟ ਬਣਾਉਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋ ਜਾਂਦੀਆਂ ਨੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਲੱਗਦਾ ਹੈ। ਪਰ ਹੁਣ ਇਸ ਦੇ ਵਿੱਚ ਮਸਲਾ ਇਹ ਬਣਿਆ ਹੋਇਆ ਹੈ ਕਿ ਉਹ ਜਿਹੜੀ ਸ਼ੰਭੂ ਦੇ ਵਿੱਚ ਬੈਰੀਗੇਟਿੰਗ ਹੈ, ਜਿਸ ਤਰ੍ਹਾਂ ਦਾ ਬਾਰਡਰ ਹੈ ਉਸ ਤਰ੍ਹਾਂ ਦਾ ਬਾਰਡਰ ਬਹੁਤ ਸਾਲਾਂ ਤੋਂ ਵਾਘੇ ਹੁਸੈਨੀਵਾਲਾ ਆਲਰੇਡੀ ਬਣੇ ਹੋਏ ਨੇ, ਜਿਸ ਦਾ ਅਸਰ ਕਿਸਾਨਾਂ ਤੇ ਪੈਂਦਾ, ਪੰਜਾਬ ਦੇ ਕਿਸਾਨਾਂ ਤੇ ਇਸ ਦੇ ਵਿੱਚ ਰਾਸ਼ਟਰਵਾਦ ਇੰਨਾ ਭਾਰੂ ਹੈ ਕਿ ਜਦੋਂ ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਦੇ ਮੰਤਰੀ ਇੱਕ ਖਾਸ ਕਾਨਫਰੰਸ ਦੇ ਅੰਦਰ ਬੋਲਦੇ ਨੇ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਪਾਕਿਸਤਾਨ ਨੂੰ ਵਪਾਰ ਖੁੱਲ੍ਹਣਾ ਚਾਹੀਦਾ ਤੇ ਉਸ ਨੂੰ ਬਹੁਤ ਨੈਸ਼ਨਲ ਏਜੰਡਾ ਬਣਾਉਂਦੇ ਹੋਏ BJP ਦੇ ਬਹੁਤ ਸਾਰੇ ਸਪੋਕਸਪਰਸਨ ਉਸ ਦੇ ਉੱਤੇ ਹਮਲਾ ਕਰਦੇ ਨੇ ਅਤੇ ਬਾਅਦ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਹੋਣਾ ਨੂੰ ਵੀ ਆਪਣਾ ਬਿਆਨ ਵਾਪਸ ਲੈਣਾ ਪੈਂਦਾ ਹੈ। ਸਿਮਰਜੀਤ ਸਿੰਘ ਮਾਨ ਹੋਣਾ ਦੀ ਪਾਰਟੀ ਲਗਾਤਾਰ ਇਸ ਚੀਜ਼ ਦੀ ਮੁੱਦਈ ਰਹੀ ਹੈ ਕਿ ਇਹ ਵਪਾਰ ਖੁੱਲ੍ਹਣੇ ਚਾਹੀਦੇ ਨੇ। ਅਕਾਲੀ ਆਪਣੇ ਸਮੇਂ ਦੇ ਵਿੱਚ ਕਦੀ ਕਦਾਈ ਬੋਲਦੇ ਰਹੇ ਨੇ, ਕਾਂਗਰਸ ਵੀ ਬੋਲਦੀ ਰਹੀ ਹੈ ਅਤੇ ਇਸ ਮਾਮਲੇ ਦੇ ਅੰਦਰ ਸੰਯੁਕਤ ਕਿਸਾਨ ਮੋਰਚਾ ਅਤੇ ਕੀਰਤੀ ਕਿਸਾਨ ਯੂਨੀਅਨ ਉਹਨਾਂ ਨੇ ਪਿਛਲੇ ਦਿਨਾਂ ਦੇ ਅੰਦਰ ਇਸ ਦੇ ਬਾਰੇ ਬਾਕਾਇਦਾ ਪੂਰਾ ਇੱਕ ਧਰਨਾ ਵੀ ਲਾਇਆ, ਉਸ ਦੇ ਬਾਰੇ ਲੋਕਾਂ ਨੂੰ ਅਵੇਅਰ ਵੀ ਕੀਤਾ ਅਤੇ ਉਹਨਾਂ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੂੰ ਜੋ ਮੈਮੋਰੰਡਮ ਦਿੱਤਾ ਉਸ ਦੇ ਵਿੱਚ ਇੱਕ ਨੁਕਤਾ ਇਹ ਵੀ ਸੀ। ਸੋ ਇਹਨਾਂ ਦੇ ਉੱਤੇ ਆਪਾਂ ਗੱਲ ਕਰਾਂਗੇ ਕਿਉਂਕਿ ਮੌਜੂਦਾ ਐਗਰੀਕਲਚਰ ਸਿਨੈਰੀਓ ਦੇ ਅੰਦਰ ਇਹ ਸਾਰੀਆਂ ਪੋਜੀਸ਼ਨਾਂ ਸਪਸ਼ਟ ਹੋਣੀਆਂ ਚਾਹੀਦੀਆਂ। ਸੋ ਇਸ ਦੇ ਲਈ ਆਪਾਂ ਆਏ ਹਾਂ ਰਣਜੀਤ ਸਿੰਘ ਘੁੰਮਣ ਹੋਣਾ ਕੋਲ। ਸੋ ਘੁੰਮਣ ਸਾਹਿਬ ਤੁਹਾਡਾ ਸਾਡੇ ਪ੍ਰੋਗਰਾਮ 'ਚ ਸਵਾਗਤ ਹੈ। ਥੈਂਕ ਯੂ ਜੀ, ਤੁਹਾਡੇ ਚੈਨਲ ਨਾਲ ਜੋੜਨ ਲਈ ਤੇ ਦਰਸ਼ਕਾਂ ਨਾਲ ਜੋੜਨ ਲਈ। ਜੀ, ਜਿਸ ਤਰ੍ਹਾਂ ਦੀ ਤਸਵੀਰ ਮੈਂ ਆਪਣੀ ਇੰਟਰੋਡਕਸ਼ਨ ਦੇ ਅੰਦਰ ਦਿੱਤੀ ਹੈ, ਸੋ ਇਹ ਤਾਂ ਕਲੀਅਰ ਹੈ ਕਿ ਐਗਰੀਕਲਚਰ ਕ੍ਰਾਈਸਿਸ ਹੈ। ਇਸ ਦੇ ਬਾਰੇ ਚਾਹੇ ਸਰਦਾਰਾ ਸਿੰਘ ਜੋਹਲ, ਦਵਿੰਦਰ ਸ਼ਰਮਾ ਜਾਂ ਇਹ ਅਜਿਹੇ ਇਕੋਨਮਿਸਟਾਂ ਦੇ ਵਿਚਾਰ ਆਪਾ ਵਿਰੋਧੀ ਹੀ ਕਿਉਂ ਨਾ ਹੋਣ, ਇਹ ਮੰਨਦੇ ਵੀ ਇੱਕ ਕ੍ਰਾਈਸਿਸ ਹੈ। ਉਸ ਕ੍ਰਾਈਸਿਸ ਦੇ ਅੰਦਰ ਬਹੁਤ ਸਾਰੇ ਇਹ ਵੀ ਕਹਿੰਦੇ ਆ ਕਿ ਠੀਕ ਹੈ MSP ਨਾ ਦਿਓ, ਘੱਟੋ ਘੱਟ ਜੇ ਵਪਾਰ ਖੋਲ੍ਹ ਦਿਓ ਉਸ ਪਾਸੇ ਤਾਂ ਵੀ ਸਾਡੇ ਮਸਲਿਆਂ ਦਾ ਹੱਲ ਹੋ ਜਾਂਦਾ ਹੈ। ਆਪਾਂ ਇਸ ਦੇ ਵਿੱਚ ਸਿਲਸਿਲੇਵਾਰ ਗੱਲ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ WTO ਤੇ ਹੀ ਆਵਾਂਗਾ।
WTO ਦੇ ਬਾਰੇ ਕਿਸਾਨ ਜਥੇਬੰਦੀਆਂ ਇੰਨੀ ਮਜ਼ਬੂਤੀ ਦੇ ਨਾਲ ਵਿਰੋਧ ਕਿਉਂ ਕਰ ਰਹੀਆਂ ਨੇ, ਉਹਦੇ ਪੁਤਲੇ ਕਿਉਂ ਸਾੜ ਰਹੀਆਂ ਨੇ, ਕਿਉਂ ਇਹ ਦਬਾਅ ਆ ਕਿ ਭਾਰਤ ਨੂੰ WTO ਦੇ ਵਿੱਚੋਂ ਬਾਹਰ ਆ ਜਾਣਾ ਚਾਹੀਦਾ? ਦੇਖੋ ਕਾਲੂ ਸਾਹਿਬ, WTO ਜਿਹੜਾ ਸਮਝੌਤਾ ਹੁੰਦਾ ਹੈ ਉਹਦਾ ਇੱਕ ਆਧਾਰ ਹੈ, ਇੱਕ ਦਿਨ 'ਚ ਨਹੀਂ ਹੋਇਆ ਉਹ। ਉਸ ਤੋਂ ਪਹਿਲਾਂ ਜਿਹੜਾ ਵੱਖ-ਵੱਖ ਦੇਸ਼ਾਂ 'ਚ ਆਪਸੀ ਵਪਾਰ ਹੁੰਦਾ ਸੀ ਉਹ GATT ਰਾਹੀਂ ਹੁੰਦਾ ਸੀ, ਜਨਰਲ ਐਗਰੀਮੈਂਟ ਔਨ ਟੈਰਿਫਸ ਐਂਡ ਟ੍ਰੇਡ, ਔਰ ਇਹ 1945 ਦੇ ਵਿੱਚ ਬਣਿਆ ਸੀ ਜੀ। ਦੂਜੇ ਸੰਸਾਰ ਯੁੱਧ ਤੋਂ ਬਾਅਦ ਅਮਰੀਕਾ ਦੇ ਵਿੱਚ ਬ੍ਰੈਟਨ ਵੁਡਸ ਨਾਂ ਦੀ ਥਾਂ ਤੇ, ਉਦੋਂ ਪਿੰਡ ਨਵਾਂ ਹੀ ਸੀ, ਉੱਥੇ ਇੱਕ ਸਮਝੌਤਾ ਹੁੰਦਾ ਹੈ। ਸਮਝੌਤੇ ਵਿੱਚ 3 ਅੰਤਰਰਾਸ਼ਟਰੀ ਸੰਸਥਾਵਾਂ ਹੋ ਚਾਹੁੰਦੀਆਂ ਨੇ। ਇੱਕ ਅੰਤਰਰਾਸ਼ਟਰੀ ਮੁਦਰਾ ਕੋਸ਼ IMF, ਦੂਜਾ ਸੰਸਾਰ ਬੈਂਕ ਵਰਲਡ ਬੈਂਕ ਜਿਹਨੂੰ ਕਹਿੰਦੇ, ਤੇ ਤੀਜਾ ਸੀਗਾ GATT, ਜਨਰਲ ਐਗਰੀਮੈਂਟ ਔਨ ਟੈਰਿਫਸ ਐਂਡ ਟ੍ਰੇਡ। ਉਹਦੇ ਤਹਿਤ ਵੱਖ-ਵੱਖ ਦੇਸ਼ ਜਿਹੜੇ ਉਸ ਵੇਲੇ ਮੈਂਬਰ ਸੀ ਜਾਂ ਬਾਅਦ 'ਚ ਵੀ ਮੈਂਬਰ ਬਣੇ, ਉਹ ਹਰ ਤਕਰੀਬਨ 4 ਸਾਲਾਂ ਬਾਅਦ ਆਪਸ ਵਿੱਚ ਮਿਲ ਕੇ ਗੱਲਬਾਤ ਕਰਕੇ ਤੇ ਉਹ ਆਪਣਾ ਕੰਮ ਜਿਹੜਾ ਅਗਲੇ 4 ਸਾਲ 5 ਸਾਲ ਦਾ ਰੂਲਸ ਤੈਅ ਕਰਦੇ ਸਨ ਜੀ। ਉਹ ਜਦੋਂ ਤੈਅ ਹੋ ਜਾਂਦੇ ਸੀ ਉਹ ਚੱਲਦਾ ਰਹਿੰਦਾ ਸੀ। ਤੇ ਇਸ ਤਰ੍ਹਾਂ ਜਿਹੜੇ 7 ਰਾਊਂਡ ਜਿਹੜੇ ਗੈਟ ਦੇ ਉਹ ਚੱਲਦੇ ਰਹੇ। ਜਦੋਂ 7 ਰਾਊਂਡ ਚੱਲਦੇ ਰਹੇ ਤਾਂ ਉਸ ਤੋਂ ਬਾਅਦ ਇੱਕ ਬੈਕਗਰਾਊਂਡ 'ਚ ਕੰਮ ਚੱਲ ਰਿਹਾ ਸੀ, ਖਾਸ ਕਰਕੇ ਵਿਕਸਿਤ ਦੇਸ਼, ਕਿ ਕਿਉਂ ਨਾ ਇਹਨੂੰ ਇੱਕ ਸਥਾਈ ਰੂਪ ਦੇ ਦਿੱਤਾ ਜਾਵੇ, ਹਰ 4 ਸਾਲਾਂ ਬਾਅਦ ਆਪਾਂ ਕਰਨ ਦੀ ਬਜਾਏ। ਠੀਕ ਹੈ। ਤੇ ਉਹ ਸਥਾਈ ਰੂਪ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਇੱਕ ਅੰਤਰਰਾਸ਼ਟਰੀ ਸੰਸਥਾ ਬਣਾਈ ਜਾਵੇ ਜਿਹਦਾ ਵਪਾਰ ਸਾਰਾ ਹੀ ਧਰਤੀ ਤੋਂ ਥੱਲੇ ਅਸਮਾਨ ਤੱਕ ਲੈ ਕੇ ਸਾਰਾ ਵਪਾਰ ਜਿਹੜਾ ਹੈ ਉਹ ਉਹਦੇ ਘੇਰੇ 'ਚ ਆ ਜਾਵੇ। ਉਸ ਯੂਰੋਗਵੇ ਰਾਊਂਡ 8ਵਾਂ ਗੇੜ ਜਿਹੜਾ ਜੀ ਗੈਟ ਦਾ 86 'ਚ ਸ਼ੁਰੂ ਹੁੰਦਾ, 1986। ਠੀਕ ਹੈ। ਤੇ ਉਹ 90 ਤੱਕ ਉਸ 'ਤੇ ਬਹਿਸ ਮੁਆਸਾ ਹੁੰਦਾ ਰਹਿੰਦਾ। ਫਿਰ 90 'ਚ ਇੱਕ ਡਰਾਫਟ ਤਿਆਰ ਹੁੰਦਾ ਜਿਹਨੂੰ ਡੰਕਲ ਡਰਾਫਟ ਕਹਿੰਦੇ ਨੇ, ਪੰਜਾਬੀ 'ਚ ਉਹਨੂੰ ਡੰਕਲ ਤਜਵੀਜ਼ਾਂ ਵੀ ਕਹਿ ਦਿੰਦੇ। ਅਰਥਰ ਡੰਕਲ ਨਾਂ ਦਾ ਜਿਹੜਾ ਉਸ ਵੇਲੇ ਦਾ ਇਕਨੋਮਿਸਟ ਸੀਗਾ, ਉਹਦਾ ਸੈਕਟਰੀ ਜਨਰਲ ਸੀ, ਉਹ ਲਿਖਦਾ ਹੈ। ਠੀਕ ਹੈ। ਸਾਡੇ ਵੀ ਇਕਨੋਮਿਸਟ ਸੀ ਜਗਦੀਸ਼ ਭਗਵਤੀ ਉਹਦੇ ਵਿੱਚ ਸਨ, ਬੜਾ ਵੱਡਾ ਨਾਂ ਹੈ ਉਹਨਾਂ ਦਾ। ਔਰ ਉਹ 90 'ਚ ਫਿਰ ਤਿਆਰ ਹੋ ਕੇ ਸਾਰੇ ਦੇਸ਼ਾਂ ਨੂੰ ਕਹਿੰਦੇ ਭਾਈ ਆਹ ਦੇਖ ਲਓ, ਜਿੰਨੇ ਮੈਂਬਰ ਬਣਨਾ ਇਹਨੂੰ ਦੇਖ ਲਓ, ਪਰ ਇੱਕ ਸ਼ਰਤ ਹੈ। ਸ਼ਰਤ ਇਹ ਹੈ ਕਿ ਤੁਸੀਂ ਇਹਨੂੰ ਬਦਲ ਨਹੀਂ ਸਕਦੇ, ਜਾਂ ਤਾਂ ਹੂਬਹੂ ਮੰਨ ਕੇ ਇਹਦੇ ਮੈਂਬਰ ਬਣ ਜਾਓ ਜਾਂ ਬਾਹਰ ਹੋ ਜਾਓ। ਤੇ ਇੰਡੀਆ ਜਿਹੜਾ ਉਹ ਸ਼ੁਰੂ 'ਚ ਹੀ ਗੈਟ ਦਾ ਵੀ ਮੈਂਬਰ ਸੀਗਾ, ਸ਼ੁਰੂ ਤੋਂ ਹੀ ਫਾਊਂਡਰ ਮੈਂਬਰ ਸੀ, ਤੇ ਇਹਦਾ ਵੀ ਸ਼ੁਰੂ ਤੋਂ। 90 ਤੋਂ 93 ਦੇ ਵਿਚਾਲੇ ਫਿਰ ਇੱਕ ਡੰਕਲ ਡਰਾਫਟ ਜਿਹੜਾ ਫਾਈਨਲ ਹੁੰਦਾ ਹੈ। ਫਾਈਨਲ ਜਦੋਂ ਹੋ ਜਾਂਦਾ ਫਿਰ ਇਹ ਸ਼ਰਤ ਰੱਖੀ ਜਾਂਦੀ। ਫਿਰ ਅਪ੍ਰੈਲ 94 'ਚ ਮਰਾਕਸ ਨਾਂ ਦੇ ਥਾਂ ਤੇ 116 ਦੇਸ਼ਾਂ ਦੀ ਮੀਟਿੰਗ ਹੁੰਦੀ ਹੈ ਇਸ 'ਤੇ, ਉਹ ਸਹੀ ਪਾ ਦਿੰਦੇ ਨੇ ਇਸ 'ਤੇ 1 ਜਨਵਰੀ 1995 ਤੋਂ ਇਹ ਲਾਗੂ ਹੋ ਜਾਂਦਾ। ਹੁਣ ਇਹ WTO ਹੈ ਕੀ? WTO ਇੱਕ ਮਲਟੀਲੇਟਰਲ ਵਪਾਰ ਸਮਝੌਤਾ ਹੈ, ਜਿਵੇਂ ਕੋਈ 2 ਦੇਸ਼ਾਂ ਦੇ ਵਿਚਾਲੇ ਨਹੀਂ। ਹੁਣ 165 ਇਸ ਦੇ ਮੈਂਬਰ ਨੇ, ਉਸ ਮੌਕੇ 116 ਸਨ। ਉਹਨਾਂ ਨੇ ਇੱਕ ਸਮਝੌਤਾ ਕੀਤਾ ਕਿ ਇਹ ਜਿਹੜੇ WTO ਦੇ ਕਾਨੂੰਨ ਅਸੀਂ ਬਣਾ ਰਹੇ ਹਾਂ, ਜਿਹੜਾ ਘੇਰਾ ਬਣਾ ਰਹੇ ਹਾਂ, ਹਰ ਦੇਸ਼ ਉਹਦੇ ਮੁਤਾਬਕ ਜਿਹੜਾ ਮੈਂਬਰ ਦੇਸ਼ ਆ ਵਪਾਰ ਇੱਕ ਦੂਜੇ ਨਾਲ ਕਰੇਗਾ। ਠੀਕ ਹੈ। ਜਿਹੜੇ ਵੀ ਕੋਈ ਟੈਰਿਫ ਕੰਸੈਸ਼ਨ ਜਾਂ ਟੈਰਿਫ ਰੇਟ ਕੋਈ ਇੱਕ ਦੇਸ਼ ਦੂਜੇ ਮੈਂਬਰ ਨਾਲ ਕਰ ਲੈਂਦਾ, ਉਹ ਬਾਕੀ ਦੇਸ਼ਾਂ ਤੇ ਆਟੋਮੈਟਿਕਲੀ ਲਾਗੂ ਹੋ ਜਾਂਦੇ ਨੇ। ਹੁਣ ਉਹਦੇ ਵਿੱਚ ਵਪਾਰ ਵੀ ਆ ਗਿਆ, ਉਹਦੇ ਵਿੱਚ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਆਉਂਦੇ ਨੇ, ਜਿਹਨੂੰ ਮਤਲਬ ਬੌਧਿਕ ਅਧਿਕਾਰ ਕਿਹਾ ਜਾਂਦਾ, ਬੌਧਿਕ ਸੰਪਤੀ ਅਧਿਕਾਰ ਕਿਹਾ ਜਾਂਦਾ। ਉਹਦੇ ਵਿੱਚ ਪੇਟੈਂਟ ਵੀ ਆ ਜਾਂਦੇ। ਉਹ ਪੇਟੈਂਟ ਖੇਤੀ ਨੂੰ ਵੀ ਇੰਪੈਕਟ ਕਰਦਾ ਹੈ ਨਾ, ਕਿ ਖੇਤੀ ਦੇ ਨਾਲ ਜਿਹੜਾ ਜਿੰਨੇ ਵੀ ਤੁਸੀਂ ਨਵੀਆਂ ਕਾਢਾਂ ਹੋਣਗੀਆਂ ਉਹ ਪੇਟੈਂਟ ਦੇ ਘੇਰੇ 'ਚ ਆ ਜਾਊ, ਤੇ ਹੁਣ ਮੁਫਤ ਤਾਂ ਯੂਜ਼ ਨਹੀਂ ਕਰ ਸਕਦੇ ਉਹਨੂੰ ਜੀ। ਇੱਕ ਚੀਜ਼ ਮੈਂ ਨਾਲ ਲੱਗਦੀ ਹੋਰ ਦੱਸਣੀ ਚਾਹਾਂਗਾ ਕਿ ਉਹ ਪੇਟੈਂਟ ਜਿਹੜਾ ਹੈ ਪਹਿਲਾਂ ਉਹ ਇਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਤੁਸੀਂ ਕੀਤੀ ਨਾ ਕਿ ਕਿਸਾਨ ਕਿਉਂ ਵਿਰੋਧ ਕਰ ਰਹੇ ਨੇ, ਕਿ WTO ਬਣਨ ਤੋਂ ਪਹਿਲਾਂ ਖੇਤੀ ਸੈਕਟਰ ਤੇ ਖੇਤੀ ਦਾ ਵਪਾਰ ਨਾਲ ਸੰਬੰਧਿਤ ਵਪਾਰ WTO ਦੇ ਉਸ ਗੈਟ ਦੇ ਘੇਰੇ ਵਿੱਚ ਵੀ ਨਹੀਂ ਸੀ। ਠੀਕ ਹੈ।
ਮਤਲਬ ਜਿਵੇਂ ਇੰਡੀਆ ਨੇ ਕੋਈ ਸਮਝੌਤਾ ਕਰਨਾ, ਜਿਹੜੇ ਦੇਸ਼ ਨਾਲ ਕਰਨਾ, ਜਿੱਥੋਂ ਕੋਈ ਚੀਜ਼ ਮੰਗਵਾਉਣੀ ਹੈ ਖੇਤੀ ਨਾਲ ਸੰਬੰਧਿਤ ਜਾਂ ਤੇ ਭੇਜਣੀ ਆਪਸ ਵਿੱਚ ਸਮਝੌਤਾ ਕਰਕੇ ਉਹ ਕਰਦੇ ਰਹੋ। ਪਰ ਉਹ WTO 'ਚ ਆ ਗਿਆ ਹੁਣ। ਉਹਦੇ ਵਿੱਚ WTO ਦੇ ਵਿੱਚ ਇੱਕ ਐਗਰੀਮੈਂਟ ਔਨ ਐਗਰੀਕਲਚਰ ਹੈ, ਖੇਤੀ ਸਮਝੌਤਾ ਹੈ। ਵੈਸੇ ਤੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਵੀ ਹੈ, ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਸਰਵਿਸਿਜ਼ ਆ, ਜਿਹੜਾ ਐਜੂਕੇਸ਼ਨ, ਹੈਲਥ, ਬੈਂਕਾਂ 'ਚ ਹੋਰ ਥਾਵਾਂ 'ਤੇ ਬਾਹਰਲੀਆਂ ਕੰਪਨੀਆਂ ਆ ਰਹੀਆਂ ਜਾਂ ਸਾਡੀਆਂ ਕੰਪਨੀਆਂ ਬਾਹਰ, ਉਹਦੇ ਅੰਡਰ ਵੀ ਹੈ। ਇਸੇ ਤਰ੍ਹਾਂ ਜਿਹੜਾ ਇੱਕ ਸੀਗਾ ਕਿ ਜਿਹੜੀ ਅੰਤਰਰਾਸ਼ਟਰੀ ਪੂੰਜੀ ਹੈ ਉਹ ਮਲਟੀਨੈਸ਼ਨਲ ਕਾਰਪੋਰੇਸ਼ਨਸ ਫ੍ਰੀਲੀ ਇੱਕ ਦੂਜੇ ਦੇਸ਼ 'ਚ ਜਾ ਸਕਦੀਆਂ, ਹੁਣ ਬਹੁਤ ਬੰਦਸ਼ਾਂ ਨਹੀਂ ਲੱਗ ਸਕਦੀਆਂ। ਕੈਪੀਟਲ ਨੂੰ ਤਾਂ ਖੁੱਲ੍ਹ ਦੇ ਦਿੱਤੀ ਪਰ ਲੇਬਰ ਨੂੰ ਨਹੀਂ ਖੁੱਲ੍ਹ ਦਿੱਤੀ। ਲੇਬਰ ਨੂੰ ਉਹੀ ਵੀਜ਼ਾ ਰਹਿ ਹੋ ਗਿਆ। ਠੀਕ ਹੈ। ਸੋ ਇਸ ਦੇ ਨਾਲ ਦੂਜਾ ਕਿ ਜਿਹੜੀ ਫੋਰਨ ਕੈਪੀਟਲ ਉਹਨੂੰ ਆਪਣੀ ਕੈਪੀਟਲ ਦੇ ਬਰਾਬਰ ਜੋ ਟ੍ਰੀਟਮੈਂਟ ਦਿੰਦੇ ਉਹ ਵੀ ਦੇਣਾ ਪੈਣਾ ਸੀ। ਹੁਣ ਜਿਹੜਾ ਐਗਰੀਮੈਂਟ ਔਨ ਐਗਰੀਕਲਚਰ ਆ ਇਹ ਅਜੇ ਤੱਕ ਫਾਈਨਲ ਨਹੀਂ ਹੋਇਆ। ਦੋਹਾ ਰਾਊਂਡ 'ਚ ਡਿਬੇਟ ਸ਼ੁਰੂ ਹੋਈ ਸੀ, ਇਸ ਤੇ ਬਹਿਸ ਚੱਲ ਰਹੀ ਹੈ। ਹੁਣ ਵੀ ਜਿਹੜੀ ਦੁਬਈ 'ਚ ਤੁਸੀਂ ਗੱਲ ਕੀਤੀ ਹੈ, ਇਹ 13ਵਾਂ ਮਿਨਿਸਟਰੀਅਲ ਕਾਨਫਰੰਸ ਚੱਲ ਰਹੀ ਹੈ। ਇਸੇ ਕਰਕੇ ਉੱਥੇ ਵੀ ਵਿਰੋਧ ਹੋ ਰਿਹਾ। ਜਿਹੜਾ ਯੂਰਪੀਅਨ ਯੂਨੀਅਨ ਦਾ ਹੈੱਡਕੁਆਟਰ ਆ ਉੱਥੇ ਕਿਸਾਨ ਵਿਰੋਧ ਕਰ ਰਹੇ ਨੇ, ਇੰਡੀਆ 'ਚ ਵਿਰੋਧ ਕਰ ਰਹੇ ਨੇ, ਹੋਰ ਥਾਵਾਂ 'ਤੇ ਵੀ ਉਹਦਾ ਵਿਰੋਧ ਹੋ ਰਿਹਾ। ਕਿਸਾਨੀ ਇਹ ਚਾਹੁੰਦੀ ਹੈ ਕਿ ਜਿਹੜਾ ਤੁਸੀਂ ਦੋ ਚੀਜ਼ਾਂ 'ਚ ਕੁਝ ਇੰਪੋਰਟੈਂਟ ਨੇ, ਬਾਕੀ ਬਹੁਤ ਕੁਝ ਆਪਾਂ ਗੱਲ ਕਰਾਂਗੇ ਹੁਣੇ। ਇੱਕ ਤਾਂ ਜਦੋਂ ਇਹ ਖੇਤੀ ਸਮਝੌਤਾ ਲਾਗੂ ਹੁੰਦਾ ਹੋ ਜਾਏਗਾ, ਅਜੇ ਉਸ ਤਰ੍ਹਾਂ ਲਾਗੂ ਨਹੀਂ ਹੋਇਆ ਕਿਉਂਕਿ ਅਜੇ ਫਾਈਨਲੀ ਨਹੀਂ ਹੋਇਆ। ਤਾਂ 5% ਜਿਹੜਾ ਸਾਡਾ ਐਗਰੀਕਲਚਰ ਪ੍ਰੋਡਿਊਸ ਹੈ ਉਹਦੇ ਮੁੱਲ ਦਾ ਐਗਰੀਕਲਚਰ ਵਸਤਾਂ ਸਾਨੂੰ ਬਾਹਰੋਂ ਮੰਗਵਾਉਣ ਲਈ ਆਪਣੀ ਮੰਡੀ ਖੋਲ੍ਹਣੀ ਪਏਗੀ। ਕਿ ਫਰਜ਼ ਕਰੋ ਇੰਡੀਆ 'ਚ ਇੱਕ ਸਾਲ ਦੇ ਵਿੱਚ ਜਿੰਨਾ ਵੀ ਉਤਪਾਦਨ ਖੇਤੀ ਵਸਤਾਂ ਦਾ ਹੁੰਦਾ ਹੈ ਉਹਦੇ ਮਾਰਕੀਟ ਦੇ ਵੈਲਿਊ ਦੇ ਬਰਾਬਰ ਸਾਨੂੰ 5% ਮੰਡੀ, ਸੋ ਬਾਹਰੋਂ ਚੀਜ਼ਾਂ ਆਉਣਗੀਆਂ ਜੀ। ਪਰ ਨਾਲ ਦੀ ਨਾਲ ਇਹ ਹੈ ਕਿ ਸਾਡੇ ਲਈ ਵੀ ਪੂਰੀ ਦੁਨੀਆ ਦੀ ਮੰਡੀ ਖੁੱਲ੍ਹੀ ਹੈ 5%। ਠੀਕ ਹੈ। ਇੱਕ ਤਾਂ ਇਹ ਹਿੱਸਾ ਹੈ। ਦੂਜਾ ਹੈ ਕਿ ਸੀਡ ਟੈਕਨੋਲੋਜੀ ਜਿਹੜੀ ਹੈ, ਸੀਡ ਹੈ, ਉਹ ਇੱਕ ਟਰਮੀਨੇਟਰ ਸੀਡ ਟੈਕਨੋਲੋਜੀ ਦਾ ਕਲਾਜ ਹੈ ਕਿ ਤੁਸੀਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਦੇ ਸੀਡ ਜੇ ਇੱਕ ਵਾਰੀ ਵਰਤ ਲਏ ਤਾਂ ਮੁੜ ਕੇ ਉਹ ਤੋਂ ਆਪਣੀ ਸੀਡ ਨਹੀਂ ਤਿਆਰ ਕਰ ਸਕਦੇ। ਆਪਣੇ ਨਹੀਂ ਵਰਤ ਸਕਦਾ ਕਿਸਾਨ ਤੇ ਦੁਬਾਰਾ ਖਰੀਦਣ। ਸਾਡਾ ਕਿਸਾਨ ਗਰੀਬ ਵੀ ਹੈ, ਹਾਂ, ਪਰ ਜੇ ਸਾਡੀ ਆਪਣੀਆਂ ਸੰਸਥਾਵਾਂ ਜਿਵੇਂ ਇੰਡੀਅਨ ਕੌਂਸਲ ਆਫ ਸੋਸ਼ਲ ਐਗਰੀਕਲਚਰ ਰਿਸਰਚ ਹੈ, ਸਾਡੀਆਂ ਖੇਤੀ ਯੂਨੀਵਰਸਿਟੀਆਂ ਨੇ ਜਾਂ ਹੋਰ ਇੱਦਾਂ ਦੇ ਪਬਲਿਕ ਜਨਤਕ ਅਦਾਰੇ ਨੇ, ਉਹ ਕਰਦੇ ਨੇ, ਤਾਂ ਇਹਦਾ ਮਤਲਬ ਹੈ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ, ਜਨਤਕ ਤੌਰ 'ਤੇ ਅਸੀਂ ਕਰ ਸਕਦੇ ਹਾਂ, ਖੋਜ ਕਰ ਸਕਦੇ ਹਾਂ। ਹੁਣ ਸਵਾਲ ਇੱਕ ਇਹ ਵੀ ਪੈਦਾ ਹੁੰਦਾ ਕਿ ਕਿਸਾਨੀ ਨੂੰ ਹੋਰ ਕੀ ਨੁਕਸਾਨ ਹੈ। ਹੋਰ ਨੁਕਸਾਨ ਇਹ ਹੈ ਕਿ ਐਗਰੀਮੈਂਟ ਖੇਤੀ ਇੱਧਰ ਆ ਗਿਆ, ਸੋ ਇਸ ਕਰਕੇ ਸਾਨੂੰ ਨੁਕਸਾਨ ਹੋ। ਇਸ ਦੇ ਨਾਲ ਜਿਹੜੀਆਂ ਨੇ ਨਾ ਜਿਹੜੇ ਸਬਸਿਡੀ ਸਰਕਾਰਾਂ ਦਿੰਦੀਆਂ ਨੇ ਖੇਤੀ ਸੈਕਟਰ ਨੂੰ, ਉਹ ਵੀ ਇਹਦੇ ਘੇਰੇ 'ਚ ਆ ਜਾਂਦੀਆਂ। ਦੋ ਕਿਸਮ ਦੀ ਸਬਸਿਡੀ ਜਿਹੜੀ ਹੈ ਨਾ ਸਰਕਾਰਾਂ ਦਿੰਦੀਆਂ ਨੇ ਖੇਤੀ ਨੂੰ ਸਿੱਧੇ ਤੌਰ। ਇੱਕ ਪ੍ਰੋਡਕਟ ਸਪੈਸੀਫਿਕ ਕਿ ਕਿਸੇ ਖਾਸ ਫਸਲ ਦੇ ਵਾਸਤੇ ਅਸੀਂ ਸਬਸਿਡੀ ਦਿੰਦੇ, ਉਹਨੂੰ ਕਹਿੰਦੇ MSP, ਡਾਇਰੈਕਟ ਉਸ ਫਸਲ ਲਈ ਹੈ। ਜਿਵੇਂ ਹਿੰਦੁਸਤਾਨ ਦੇ ਵਿੱਚ 23 ਫਸਲਾਂ 'ਤੇ MSP ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਵੱਲੋਂ, ਪਰ ਲਾਗੂ ਨਹੀਂ ਹੋ ਰਹੀਆਂ। ਸਰਕਾਰ ਵੀ ਅਨਾਉਂਸ ਕਰ ਦਿੰਦੀ ਹੈ, ਲਾਗੂ 2-3 ਫਸਲਾਂ ਦੀ ਹੋ ਰਹੀ ਹੈ। ਈਵਨ ਸ਼ਾਂਤਾ ਕੁਮਾਰ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ ਸਿਰਫ 6% ਹੀ MSP ਮਿਲ ਰਹੀ ਹੈ। ਸ਼ਾਂਤਾ ਕੁਮਾਰ ਰਿਪੋਰਟ ਜਿਹੜੀ 2015 'ਚ ਆਈ ਸੀ, ਉਹਨੇ ਇਹ ਕਿਹਾ, ਤੇ ਉਹਨੇ ਕਿਹਾ ਕਿ ਉਹਨੇ ਇਹਨੂੰ ਆਰਗੂਮੈਂਟ ਦੇ ਤੌਰ 'ਤੇ ਗਲਤ ਯੂਜ਼ ਕੀਤਾ ਹੈ ਕਿ ਕਿਉਂਕਿ 6% ਨੂੰ ਹੀ ਮਿਲਦੀ ਹੈ ਇਸ ਕਰਕੇ ਦੇਣ ਦੀ ਲੋੜ ਹੀ ਨਹੀਂ, ਤੇ FCA ਵੀ ਡਿਸਮੈਂਟ। ਸਾਡਾ ਆਰਗੂਮੈਂਟ ਇਹ ਹੈ ਕਿ ਭਾਈ ਜੇ ਸਾਰਿਆਂ ਨੂੰ ਦਿਓ, ਹਾਂ, ਜੇ 6% ਨੂੰ ਮਿਲਦੀ ਹੈ, ਤੁਹਾਡੀ ਆਪਣੀ ਸਟੱਡੀ ਕਹਿ ਰਹੀ ਹੈ, ਤੇ ਕਿਉਂ ਸਾਰਿਆਂ ਨੂੰ ਨਹੀਂ ਦੇ ਰਹੇ? ਇਸੇ ਕਰਕੇ ਕਿਸਾਨ ਜਿਹੜੇ ਨਾ, ਜੇ ਕਿਸਾਨਾਂ ਦੀ ਜਿਹੜੀ ਮੰਗ ਹੈ MSP ਕਾਨੂੰਨੀ ਬਣਾਉਣ ਦੀ, ਇਸੇ 'ਚੋਂ ਨਿਕਲਦੀ ਹੈ ਕਿਉਂਕਿ ਕਿਸਾਨਾਂ ਨੂੰ ਖੰਦਸ਼ਾ ਹੈ। ਇੱਕ ਤਾਂ ਸ਼ਾਂਤਾ ਕੁਮਾਰ ਕਮੇਟੀ ਨੇ ਕਹਿਤਾ, ਮੁੜ ਕੇ 3 ਕਾਨੂੰਨ ਆ ਗਏ, ਤੇ 3 ਕਾਨੂੰਨ ਵੀ ਇਸ ਗੱਲ ਦਾ ਗਵਾਹੀ ਭਰਦੇ ਨੇ ਵੀ ਸਰਕਾਰੀ ਮੰਡੀ ਵੀ ਡਿਲਿਊਟ ਹੋਣੀ ਹੈ ਤੇ MSP ਵੀ ਡਿਲਿਊਟ ਹੋਣੀ ਹੈ ਜੀ। ਤੇ ਹੁਣ ਕਿਸਾਨ ਜਿਹੜੇ ਆ ਉਹ ਇਸ ਕਰਕੇ ਲੀਗਲ ਸਟੇਟਸ ਚਾਹੁੰਦੇ ਨੇ। ਇਹਦੇ ਬਾਰੇ ਮੈਂ ਇੱਕ ਮਿੰਟ ਗੱਲ ਕਰ ਲਵਾਂ ਜੀ ਜੇ ਤੁਹਾਡੀ ਇਜਾਜ਼ਤ ਹੋਵੇ। ਨਹੀਂ ਬਿਲਕੁਲ। ਉਹ ਲੀਗਲ ਸਟੇਟਸ ਕਿਉਂ ਚਾਹੁੰਦੇ ਨੇ? ਕਿਉਂਕਿ ਉਹਨਾਂ ਨੂੰ ਇੱਕ ਖੰਦਸ਼ਾ ਹੋ ਗਿਆ ਕਿ ਰਹਿਣਾ ਨਹੀਂ, MSP ਰਹਿਣੀ ਨਹੀਂ।
ਉਹ ਖੰਦਸ਼ਾ ਕਰਕੇ ਉਹ ਕਹਿੰਦੇ ਕਿ ਸਾਨੂੰ ਲੀਗਲ ਸਟੇਟਸ, ਪਰ ਸਰਕਾਰ ਕਹਿੰਦੀ 17 ਲੱਖ ਕਰੋੜ ਇਸ ਤੇ ਖਰਚਾ ਹੋਊਗਾ, ਸਾਡਾ ਬਜਟ ਵੱਧ ਜਾਣਾ, ਹਰ ਸਾਲ ਵੱਧਦਾ ਰਹੂਗਾ। ਇਹ ਵੀ ਬਹੁਤ ਵਿਵਾਦ ਹੈ ਇਹਦੇ ਬਾਰੇ, ਇੰਨਾ ਖਰਚਾ ਹੈ ਨਹੀਂ, ਕਿਉਂਕਿ ਸਰਕਾਰ ਕੋਈ 3 ਲੱਖ ਕਰੋੜ ਦੇ ਕਰੀਬ ਪਹਿਲਾਂ ਹੀ ਖਰਚ ਕਰ ਰਹੀ ਹੈ। ਕੁਛ ਉਹ ਹੋਰ ਵੀ ਜੇ ਖਰੀਦੂਗੀ ਤਾਂ ਆਪਣਾ ਜਿਹੜੇ ਦਾਲਾਂ ਤੇ ਤੇਲ ਬੀਜਾਂ ਤੇ ਉਹ ਬਾਹਰੋਂ ਮੰਗਵਾਉਣਾ ਬੰਦ ਹੋ ਜਾਏਗਾ ਜੇ ਇੱਥੋਂ ਖਰੀਦਣ। ਇਵਨ ਉਹ ਜਿਹੜਾ ਆਇਲ ਸੀਡ ਦੇ ਉੱਤੇ ਆ ਉਹ ਬਹੁਤਾ ਤੇ ਆਪਾਂ ਇੰਪੋਰਟ ਹੀ ਕਰ ਰਹੇ ਹਾਂ। ਆਇਲ ਸੀਡਸ ਵੀ, ਪਲਸਿਸ ਵੀ, ਆਪਾਂ ਕਾਫੀ ਵੱਡਾ ਬਿੱਲ ਹੈ। ਸੋ ਇਹ ਜਿਹੜਾ ਕੰਮ ਹੈ, ਜੇ ਇਸ ਨੂੰ ਤੁਸੀਂ ਠੀਕ ਕਰ ਲਓ ਤਾਂ ਉਹ ਠੀਕ ਹੋ ਜਾਂਦਾ। ਹੁਣ ਜੇ 23 ਫਸਲਾਂ ਤੇ ਤੁਸੀਂ MSP ਦਿੰਦੇ ਹੋ ਤਾਂ ਕ੍ਰੌਪ ਡਾਇਵਰਸੀਫਿਕੇਸ਼ਨ ਜਿਹੜੀ ਹੈ ਉਹ ਵੀ ਪੋਸੀਬਲ ਹੋ ਸਕਦੀ। ਪੰਜਾਬ ਨੂੰ ਤਾਂ ਬਹੁਤ ਲੋੜ ਹੈ, ਹਰਿਆਣੇ ਨੂੰ ਲੋੜ ਹੈ, ਵੈਸਟਰਨ ਯੂਪੀ ਨੂੰ ਲੋੜ ਹੈ। ਸੋ ਇਸ ਪ੍ਰੋਸੈਸ ਦੇ ਵਿੱਚ ਕਿਸਾਨਾਂ ਨੂੰ ਇਹ ਖਦਸ਼ਾ ਹੈ ਕਿ ਜੇ ਇਸ ਕਿਸਮ ਦਾ ਹੋ ਗਿਆ, MSP ਨਾ ਰਹੀ ਤਾਂ ਸਾਡੀ 1965 ਤੋਂ ਪਹਿਲਾਂ ਵਾਲੀ ਹਾਲਤ ਹੋ ਜਾਣੀ ਹੈ। ਜਦੋਂ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੁੰਦਾ, MSP ਸ਼ੁਰੂ ਹੁੰਦੀ ਹੈ, FCI ਸ਼ੁਰੂ ਹੁੰਦੀ ਹੈ, ਪਬਲਿਕ ਪ੍ਰੋਕਿਉਰਮੈਂਟ ਸ਼ੁਰੂ ਹੁੰਦੀ ਹੈ ਜੀ। ਉਹ ਕਿਸਾਨ ਦੂਜਾ ਅੰਗਲ ਇਹ ਕਹਿੰਦੇ ਨੇ ਕਿ ਭਾਈ ਸਾਨੂੰ ਇਹ ਲੀਗਲ ਸਟੇਟਸ ਦੇ ਦਿਓ, ਜਿੰਨਾ ਸਰਕਾਰ ਨੇ ਖਰੀਦਣਾ ਖਰੀਦ ਲਵੇ, ਬਾਕੀ ਪ੍ਰਾਈਵੇਟ ਟਰੇਡਰ ਖਰੀਦ ਲਵੇ, ਪਰ ਉਸ ਤੋਂ ਘੱਟ ਨਾ ਖਰੀਦੇ। ਜੇ ਲੀਗਲ ਗਰੰਟੀ ਹੋਏਗੀ ਤਾਂ ਉਹ ਲੀਗਲ ਬਣ ਜਾਏਗਾ ਨਾ। ਤੇ ਲੀਗਲ ਗਰੰਟੀ ਜਾਂ ਤਾਂ ਪਾਰਲੀਮੈਂਟ 'ਚ ਕਾਨੂੰਨ ਪਾਸ ਕਰ ਦੇਣ ਤੇ ਜਾਂ ਜਿਹੜਾ CACP ਹੈ, ਕਮਿਸ਼ਨ ਹੈ ਖੇਤੀ ਕਮਿਸ਼ਨ, ਉਹਦਾ ਜਿਹੜਾ ਸਟੇਟਸ ਆ ਕਨਸਟੀਟਿਊਸ਼ਨਲ ਕਰ ਦੇਣ, ਫਿਰ ਉਹ ਹੋ ਜਾਏਗਾ। ਸੋ ਇਸ ਕਰਕੇ ਕਰ ਰਹੇ ਨੇ। ਹੁਣ ਆਪਾਂ ਆਉਂਦੇ ਹਾਂ WTO ਦਾ ਇਸ ਦੇ ਡਾਇਰੈਕਟ ਜੀ। ਇਹਦੇ ਵਿੱਚ ਐਗਰੀਮੈਂਟ ਔਨ ਐਗਰੀਕਲਚਰ ਦੇ ਵਿੱਚ 3 ਬਾਕਸ ਉਹਨਾਂ ਨੇ ਬਣਾਏ ਨੇ। ਇੱਕ ਐਂਬਰ ਬਾਕਸ ਹੈ, ਇੱਕ ਗ੍ਰੀਨ ਬਾਕਸ ਤੇ ਬਲੂ ਬਾਕਸ, ਜਿਹਦੇ ਤਹਿਤ ਇੱਕ ਇਸ ਦੇ ਵਿੱਚ ਜਿਹੜਾ ਡੀਮਿਨੀਮਾਈਜ਼ ਰੂਲ ਹੈ ਉਹ ਵੀ ਦੱਸੋ ਵੀ ਉਹ ਕੀ ਹੈ। ਉਹ ਮੈਂ ਆ ਰਿਹਾ। ਡੀਮਿਨੀਮਾਈਜ਼ ਇਹ ਹੈ ਕਿ 1986 ਤੋਂ 88 ਦੇ ਵਿਚਾਲੇ ਜਿਹੜੀਆਂ ਸਾਡੀਆਂ ਉਸ ਵੇਲੇ ਦੀ ਕੀਮਤਾਂ ਸਨ ਤੇ ਉਸ ਵੇਲੇ ਦਾ ਜਿਹੜਾ ਸਾਡਾ ਪ੍ਰੋਡਕਟ ਦਾ ਮੁੱਲ ਸੀ, ਉਹਦੇ ਅਸੀਂ 5% ਘੱਟੋ ਘੱਟ ਆਪਣੀ ਮੰਡੀ ਖੋਲਾਂਗੇ। ਠੀਕ ਹੈ, ਇਹ ਡੀ ਮਿਨੀਮਮ ਹੈ। ਦੂਜਾ ਹੈ ਕਿ ਅਸੀਂ ਨੌਨ ਟੈਰਿਫ ਬੈਰੀਅਰਸ ਨੇ ਉਹ ਸਾਰੇ ਬੰਦ ਕਰ ਦਾਂਗੇ ਤੇ ਟੈਰਿਫ ਬੈਰੀਅਰ ਘਟਾਵਾਂਗੇ। ਟੈਰਿਫ ਰੇਟ ਜਿਹੜਾ ਉਹਨੂੰ ਇੱਕ ਬਾਉਂਡ ਕਰ ਦਾਂਗੇ, ਉਹਨੂੰ ਕਹਿੰਦੇ ਆ ਬਾਉਂਡ ਟੈਰਿਫ ਰੇਟ BTR, ਕਿ ਉਹ ਅਸੀਂ ਲਿਮਿਟ ਫਿਕਸ ਕਰ ਦਾਂਗੇ। ਉਹਦੇ ਵਿੱਚ ਇਹ ਡੀ ਮਿਨੀਮਸ ਵਿੱਚ ਆਉਂਦੇ। ਠੀਕ ਹੈ। ਸੋ ਇਹ ਜਿਹੜਾ ਐਂਬਰ ਬਾਕਸ ਹੈ, ਇਹਦੇ ਵਿੱਚ ਇੱਕ ਸਬਸਿਡੀ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਕਿ ਪ੍ਰੋਡਕਟ ਸਪੈਸੀਫਿਕ ਤੇ ਨਾਨ ਪ੍ਰੋਡਕਟ ਸਪੈਸੀਫਿਕ, ਜਿਵੇਂ ਖਾਦਾਂ ਤੇ ਸਬਸਿਡੀ ਹੈ, ਪਾਣੀ ਤੇ ਸਬਸਿਡੀ ਹੈ, ਪਾਵਰ ਤੇ ਸਬਸਿਡੀ ਹੈ, ਬੀਜਾਂ ਤੇ ਸਬਸਿਡੀ ਹੈ। ਇਹਨਾਂ ਤੇ ਕੋਈ ਮਤਲਬ 10% ਦੇ ਬਰਾਬਰ ਅਸੀਂ, ਪਰ ਇਹ ਜਿਹੜਾ ਕੈਚ ਹੈ ਨਾ ਇਹਦੇ 'ਚ ਉਹ ਹੈ ਕਿ 86 ਤੋਂ 88 ਦੇ ਵਿਚਾਲੇ ਉਸ ਵੇਲੇ ਜਿਹੜਾ ਸਾਡਾ ਮਾਰਕੀਟ ਵੈਲਿਊ ਸੀ ਉਹਦਾ, ਇਹ ਗਲਤ ਕਲਾਜ਼ ਹੈ। ਇੱਕ ਤਾਂ ਮੈਨੂੰ ਲੱਗਦਾ ਕਿ ਹਿੰਦੁਸਤਾਨ ਵਰਗੇ ਕੰਟਰੀ ਨੂੰ, ਚਾਈਨਾ ਵਰਗੇ ਕੰਟਰੀ ਨੂੰ, ਜਿਹੜੇ ਵੀ ਵਿਕਾਸਸ਼ੀਲ ਦੇਸ਼ ਇਸ ਤੇ ਵਿਰੋਧ ਕਰ ਰਹੇ ਨੇ, ਉਹਨਾਂ ਨੂੰ ਇਹ ਕਲਾਜ਼ ਪਿਕਅਪ ਕਰਨੀ ਚਾਹੀਦੀ ਕਿ ਹਰ ਸਾਲ ਜਿਹੜੇ ਉਸ ਵੇਲੇ ਦੀ 5% ਜਿਹੜੀ ਵੈਲਿਊ ਆਫ ਪ੍ਰੋਡਿਊਸ ਉਹਦਾ 5% ਕਰਨ। ਠੀਕ ਹੈ। ਹੁਣ 1986-88 ਨਾਲੋਂ ਤੇ ਹੁਣ 2023-24 ਤੱਕ ਬਹੁਤ ਫਰਕ ਹੈ ਸਾਡਾ। ਉਹਦੇ ਨਾਲ ਹੀ 10% ਨਾਲ ਹੀ ਸਾਡਾ ਸਰ ਜਾਣਾ। ਉਹ 3 ਲੱਖ, ਹੁਣ ਅੱਜ ਦੀ ਕੀਮਤ ਤੇ 3.5 ਲੱਖ ਕਰੋੜ ਸਬਸਿਡੀ ਬਣਦੀ ਹੈ ਪ੍ਰੋਡਕਟ, ਨਾਨ ਪ੍ਰੋਡਕਟ ਸਪੈਸੀਫਿਕ। ਇਸ ਤਰ੍ਹਾਂ ਜਿਹੜਾ MSP ਹੈ ਇਹ ਹੋ ਗਿਆ। MSP ਤੇ ਵੀ ਲਿਮਿਟ ਲੱਗਣੀ ਹੈ, ਇਸ ਕਰਕੇ ਵੀ ਕਿਸਾਨਾਂ ਨੂੰ ਰੌਲਾ ਹੈ। ਪਰ ਹਿੰਦੁਸਤਾਨ ਦੀ ਸਰਕਾਰ ਜੇ ਇਹ ਇਸ ਤਰ੍ਹਾਂ ਪੇਸ਼ ਕਰੇ ਕਿ ਸਾਡਾ ਕਿਸਾਨ ਜਿਹੜਾ ਹੈ ਇਹ ਗਰੀਬ ਹੈ, 86% ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ 5 ਏਕੜ ਤੱਕ ਹੈ। ਅਸੀਂ ਆਪਣੇ ਰਿਸੋਰਸ ਪੂਅਰ ਫਾਰਮਰਸ ਦੀ ਕਲਾਜ਼ ਨੂੰ ਪੁੱਟ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਭਾਈ 90% ਫਾਰਮਰ ਸਾਡਾ, ਉਹਦੇ ਕੋਲ ਸਾਧਨ ਹੀ ਨਹੀਂ ਹੈਗੇ, ਨਾ ਲੈਂਡ ਓਨਰਸ਼ਿਪ ਹੈ, ਨਾ ਹੋਰ ਸਾਧਨਾਂ, ਤੇ ਅਸੀਂ ਉਹਨੂੰ ਸਪੋਰਟ ਕਰਨਾ ਹੀ ਕਰਨਾ। ਭਾਵੇਂ ਐਂਬਰ ਬਾਕਸ ਕਰੇ, MSP ਰਾਹੀਂ ਕਰੀਏ, ਭਾਵੇਂ ਨਾਨ ਪ੍ਰੋਡਕਟ ਸਪੈਸੀਫਿਕ ਰਾਹੀਂ ਕਰੀਏ, ਭਾਵੇਂ ਉਹ ਅਸੀਂ ਗ੍ਰੀਨ ਬਾਕਸ, ਬਲੂ ਬਾਕਸ ਰਾਹੀਂ ਕਰੀਏ। ਹੁਣ ਅਗਲਾ ਬਾਕਸ ਹੈ ਜਿਹੜਾ ਗ੍ਰੀਨ ਬਾਕਸ ਜੀ। ਗ੍ਰੀਨ ਬਾਕਸ ਦੇ ਵਿੱਚ ਜਿਸ ਕਿਸਮ ਦੀ ਵੀ ਪਬਲਿਕ ਸਰਕਾਰ ਇਨਵੈਸਟਮੈਂਟ ਖੇਤੀ 'ਚ ਕਰਨਾ ਚਾਹੁੰਦੀ ਹੈ, ਭਾਵੇਂ ਉਹ ਰਿਸਰਚ ਐਂਡ ਡਿਵੈਲਪਮੈਂਟ ਹੈ, ਖੋਜ ਦੇ ਖੇਤਰ 'ਚ ਨਵੀਆਂ ਬੀਜ ਲੱਭਣੇ ਨੇ, ਨਵੀਂ ਟੈਕਨੋਲੋਜੀ ਲੱਭਣੀ ਹੈ, ਪਬਲਿਕ ਸੈਕਟਰ 'ਚੋਂ ਕਰ ਸਕਦੀ, ਕੋਈ ਲਿਮਿਟ ਨਹੀਂ ਹੈ। ਠੀਕ ਹੈ। ਇਸੇ ਤਰ੍ਹਾਂ ਜਿਹੜਾ ਇਨਫਰਾਸਟਰਕਚਰ ਹੈ ਉਸ 'ਤੇ ਕੋਈ ਲਿਮਿਟ ਨਹੀਂ। ਇਸ ਤਰ੍ਹਾਂ ਜਿਹੜਾ ਕੋਈ ਡਿਸਐਡਵਾਂਟੇਜ ਏਰੀਆ ਹੈ ਸਾਡਾ, ਜਿਵੇਂ ਫਾਰ ਐਗਜ਼ਾਮਪਲ ਪੰਜਾਬ ਦੇ ਵਿੱਚ ਬਾਰਡਰ ਏਰੀਆ ਹੈ, ਕੰਢੀ ਏਰੀਆ ਹੈ, ਜਾਂ ਸਾਡਾ ਨਾਰਥ ਈਸਟ ਹੈ,
ਜਾਂ ਜਿੱਥੇ ਸਾਡੇ ਕੋਲ ਪਾਣੀ ਨਹੀਂ ਹੈਗਾ, ਅੱਜ ਵੀ ਸਾਡਾ 45% ਏਰੀਆ ਜਿਹੜਾ ਖੇਤੀ ਦੇ ਅੰਡਰ, ਮਤਲਬ ਇਰੀਗੇਸ਼ਨ ਦੇ ਅੰਡਰ ਹੈ ਪੂਰੇ ਇੰਡੀਆ 'ਚ। ਬਿਲਕੁਲ। ਤੇ ਅਸੀਂ ਉਹਨਾਂ ਵਾਸਤੇ, ਉਹ ਸਾਡਾ ਡਿਸਟ੍ਰੈਸ ਤੇ ਡਿਸਐਡਵਾਂਟੇਜ ਏਰੀਆ, ਉਹਦੇ ਵਾਸਤੇ ਅਸੀਂ ਬਹੁਤ ਕੁਝ ਉਹਦੇ ਵਿੱਚ ਕਰ ਸਕਦੇ ਹਾਂ। ਸੋ ਸਾਨੂੰ ਉਹਦੇ ਵਿੱਚ ਲਿਮਿਟ ਕੋਈ ਨਹੀਂ ਹੈ, ਜਿੰਨੀ ਮਰਜ਼ੀ ਸਬਸਿਡੀ ਤੁਸੀਂ ਦੇ ਦਿਓ। ਹੁਣ ਜਿਹੜਾ ਵਿਕਸਿਤ ਦੇਸ਼ ਨੇ, ਉੱਥੇ ਤਾਂ 2% ਜਿਹੜੇ ਕਿਸਾਨ ਖੇਤੀ ਕਰਦੇ ਨੇ 100 ਵਿੱਚੋਂ, ਤੇ ਸਾਡੇ ਕਰਦੇ ਨੇ 45%। ਵਰਕਫੋਰਸ ਲੱਗੀ ਹੋਈ ਹੈ 45 ਤੋਂ 50 ਵੀ ਹੋ ਜਾਂਦੀ ਹੈ ਜੀ। ਹੁਣ ਇਸ ਬਾਕਸ ਦੇ ਵਿੱਚ 50% ਕਿਸਾਨਾਂ ਨੂੰ ਇੱਕ ਗਰੀਬ ਦੇਸ਼ ਦੀ ਸਰਕਾਰ ਨੂੰ ਸਪੋਰਟ ਕਰਨਾ ਤੇ ਇੱਕ ਅਮੀਰ ਦੇਸ਼ ਦੀ ਸਰਕਾਰ ਨੂੰ 2% ਕਰਨਾ, ਇਹ ਬਹੁਤ ਅੰਤਰ ਹੈ। ਉਹ ਤਾਂ ਆਰਾਮ ਨਾਲ ਕਰ ਸਕਦੇ ਨੇ, ਔਰ ਉਹ ਬਿਲੀਅਨਸ ਡਾਲਰ ਜਿਹੜੇ ਆਪਣੇ ਕਿਸਾਨਾਂ ਨੂੰ ਸਬਸਿਡੀ ਦੇ ਰਹੇ ਨੇ ਗ੍ਰੀਨ ਬਾਕਸ। ਜਿਵੇਂ ਪਿਊਸ਼ ਗੋਇਲ ਨੇ ਇਹਨੂੰ ਕਿਹਾ ਕਿ 200 ਟਾਈਮਸ ਜ਼ਿਆਦਾ ਆ ਵਿਕਸਿਤ ਦੇਸ਼ਾਂ ਦੀ ਜੋ ਸਬਸਿਡੀ ਆਪਣੇ ਕਿਸਾਨਾਂ। ਇਹ ਠੀਕ ਹੈ, ਉਹ ਠੀਕ ਕਹਿ ਰਹੇ ਨੇ, ਪਰ ਇਹਨੂੰ ਜਿਸ ਕਿਸਮ ਨਾਲ ਪੂਰ ਜ਼ੋਰ ਇਹਦੀ ਉੱਥੇ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ ਜੀ। ਚਾਈਨਾ ਤੇ ਇੰਡੀਆ ਤੇ ਹੋਰ ਦੇਸ਼, ਇਹ ਚਾਈਨਾ ਇੰਡੀਆ ਤਾਂ ਲੀਡਰ ਨੇ ਉੱਥੇ ਦੇ, ਬਾਕੀ ਇਸ ਤਰ੍ਹਾਂ ਦੇ ਦੇਸ਼ਾਂ ਦੇ, ਇਹਨਾਂ ਨੂੰ ਬਹੁਤ ਵਹੀਮੈਂਟਲੀ ਇਹ ਆਰਗੂਮੈਂਟ ਪੁੱਟ ਕਰਨਾ। ਇਸ ਤਰ੍ਹਾਂ ਅਸੀਂ ਫੂਡ ਸਿਕਿਉਰਿਟੀ ਦਾ ਆਰਗੂਮੈਂਟ ਦੇ ਸਕਦੇ ਹਾਂ ਕਿ ਭਾਈ ਸਾਡੇ 80 ਕਰੋੜ ਲੋਕ ਤਾਂ ਫੂਡ ਨਹੀਂ ਖਰੀਦ ਸਕਦੇ। ਜਿਹੜਾ ਪਿਊਸ਼ ਗੋਇਲ ਹੁਣਾਂ ਨੇ ਬਹੁਤ ਕੇਂਦਰ ਕੀਤਾ ਆ, ਉਹਨਾਂ ਇਹ ਕਿਹਾ ਕਿ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਤੁਸੀਂ ਜੋ ਸਬਸਿਡਾਈਜ਼ ਕਰ ਰਹੇ ਹੋ ਡਿਸਮੈਂਟਲ ਕਰੋ, ਪਰ ਦੂਸਰੇ ਪਾਸੇ ਆਪਾਂ ਟਾਰਗੇਟ ਇਹ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਜ਼ੀਰੋ ਹੰਗਰ ਇੰਡੈਕਸ ਜਿਹੜਾ ਹੈਗਾ 2030 ਤੱਕ ਉਹ ਅਚੀਵ ਕਰਨਾ ਆ। ਸੋ ਇਹ ਵੀ ਇੱਕ ਆਪਣਾ ਸਸਟੇਨੇਬਲ ਡਿਵੈਲਪਮੈਂਟ ਗੋਲਸ। ਜੀ 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 ਜੀ। ਇੰਟੈਲੈਕਚੁਅਲ ਪ੍ਰਾਪਰਟੀ ਦੇ ਅੰਦਰ ਤੁਹਾਨੂੰ ਯਾਦ ਹੋਵੇ ਕਿ ਡਿਊਰਿੰਗ ਦਾ ਪੈਂਡੈਮਿਕ ਵੀ ਇੱਕ ਰੇੜਕਾ ਪਿਆ ਸੀ, ਜਿਸ ਤਰ੍ਹਾਂ ਜਰਮਨ ਤੇ ਯੂਰਪੀਅਨ ਕੰਟਰੀਆਂ ਨੇ, ਉਦੋਂ ਵੀ WTO ਦੇ ਇਸ ਦੇ ਵਿੱਚ ਬਹੁਤ ਸਾਰਾ ਵਿਰੋਧ ਤੁਰਿਆ ਸੀ। ਤੇ ਇਸ ਦੇ ਬਾਰੇ ਤੁਸੀਂ ਕਿਵੇਂ ਥੋੜਾ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਜਦੋਂ WTO ਕਹਿੰਦਾ ਹੈ ਕਿ ਇੰਡੀਆ ਜਾਂ ਅਜਿਹੇ ਦੇਸ਼ ਆਪਣੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਬਸਿਡਾਈਜ਼ ਕਰਦੇ ਨੇ, ਤਾਂ ਉਹਦੇ ਨਾਲ ਜਿਹੜਾ ਸਾਡੇ ਦੇਸ਼ਾਂ ਦੀ ਫੂਡ ਸਿਕਿਉਰਿਟੀ ਆ ਉਹ ਇੱਕ ਤਰ੍ਹਾਂ ਦੀ ਕੰਪਰੋਮਾਈਜ਼ ਹੁੰਦੀ ਆ, ਇਹ ਕਿਵੇਂ ਹੁੰਦੀ ਆ? ਉਹ ਇਸ ਤਰ੍ਹਾਂ ਕਿ ਇੱਕ ਤਾਂ ਪਹਿਲਾਂ ਜਿਹੜਾ ਪੇਟੈਂਟ ਐਕਟ ਸੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਵਾਲਾ, ਉਹ 7 ਸਾਲ ਤੱਕ ਸੀ ਕਿ ਤੁਸੀਂ ਕੋਈ ਪੇਟੈਂਟ ਤਿਆਰ ਕਰ ਲਿਆ, ਤੁਹਾਡਾ ਉਸ 'ਤੇ ਹੱਕ 7 ਸਾਲ ਹੈ, ਉਸ ਤੋਂ ਬਾਅਦ ਨਹੀਂ ਹੈ। ਤੇ ਹੁਣ ਉਹ 20 ਸਾਲ ਕਰ ਦਿੱਤਾ ਹੈ ਕਿ 20 ਸਾਲ ਦੇ ਵਿੱਚ ਤੁਸੀਂ ਯੂਜ਼ ਕਰਨਾ, ਤੁਹਾਨੂੰ ਪੇਮੈਂਟ ਕਰਨੀ ਪਏਗੀ। ਜੇ ਤੁਸੀਂ ਉਹਨੂੰ ਵਾਇਓਲੇਟ ਕਰ ਦਿਓ ਤਾਂ ਤੁਹਾਨੂੰ ਪ੍ਰੂਵ ਵੀ ਤੁਹਾਨੂੰ ਹੀ ਕਰਨਾ ਪਏਗਾ ਕਿ ਮੈਂ ਵਾਇਓਲੇਟ ਨਹੀਂ ਕੀਤਾ। ਇੱਕ ਤਾਂ ਇਸ ਹੈ। ਦੂਜਾ, ਜੇ ਸਾਡੇ ਕੋਲ ਬਾਹਰੋਂ ਚੀਪ ਇੰਪੋਰਟਸ ਜ਼ਿਆਦਾ ਆਉਂਦੇ ਨੇ ਤਾਂ ਸਾਡੇ ਖੇਤੀ ਵਾਈਬਲ ਨਹੀਂ ਰਹੇਗੀ। ਸੋ ਸਾਡੀ ਫੂਡ ਸਿਕਿਉਰਿਟੀ ਵੀ ਖਤਰੇ 'ਚ ਪੈ ਸਕਦੀ, ਸਾਡੀ ਰੁਜ਼ਗਾਰ ਜੋ ਖੇਤੀ 'ਚ ਲੱਗੇ ਹੋਏ ਨੇ ਕਿਸਾਨ ਤੇ ਕਿਰਤੀ, ਉਹ ਖਤਰੇ 'ਚ ਪੈ ਸਕਦੇ ਨੇ। ਸੋ ਸਾਡੀ ਖੇਤੀ ਦੀ ਸਸਟੇਨੇਬਿਲਿਟੀ ਜਿਹੜੀ ਹੈ ਨਾ, ਤੁਸੀਂ ਹੁਣ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੀ ਗੱਲ ਕੀਤੀ ਹੈ ਨਾ, ਸਸਟੇਨੇਬਿਲਿਟੀ ਇਕੱਲਾ ਵਾਤਾਵਰਨ ਨਹੀਂ ਹੁੰਦਾ, ਪਾਣੀ ਹਵਾ ਨਹੀਂ ਹੁੰਦਾ। ਸਸਟੇਨੇਬਿਲਿਟੀ ਦੇ ਨਾਲ ਜਿਹੜੀ ਆਰਥਿਕ ਪਹਿਲੂ ਆ ਉਹ ਵੀ ਜ਼ਰੂਰੀ ਹੈ ਕਿ ਸਾਡਾ ਕਿਸਾਨ ਆਰਥਿਕ ਤੌਰ ਤੇ ਵੀ ਟਿਕਾਊ ਰੂਪ 'ਚ ਹੋਵੇ, ਉਹ ਨਹੀਂ ਰਹਿਣਾ। ਇੱਕ ਇਸ ਆਰਗੂਮੈਂਟ ਦਾ ਕੀ ਆਧਾਰ ਹੈ? ਕਹਿੰਦੇ ਵੀ WTO ਜਦੋਂ ਬਣੀ ਹੈ ਪਿਛਲੇ 25 ਸਾਲਾਂ 'ਚ 3 ਦਹਾਕਿਆਂ 'ਚ ਆਪਾਂ ਦੇਖ ਰਹੇ ਹਾਂ ਕਿ ਉਸ ਦਾ ਮੈਜੋਰਿਟੀ ਫਾਇਦਾ ਹੀ ਡਿਵੈਲਪਡ ਕੰਟਰੀਜ਼ ਨੂੰ ਹੋਇਆ ਆ, ਤੇ ਉਹ ਜਿੰਨਾ ਵੀ ਕੁਝ ਪਾਲਿਸੀਜ਼ ਬਣ ਰਹੀਆਂ ਉਹਨਾਂ ਦੇ ਹੱਕ 'ਚ ਹੀ ਭੁਗਤ ਰਹੀਆਂ। ਜੇ WTO ਇੱਕ ਦੇਸ਼ਾਂ ਦਾ ਸਮੂਹ ਸੀ ਤਾਂ ਦੇਸ਼ਾਂ ਦੇ ਵਿੱਚ ਬਰਾਬਰ ਉਸ ਦਾ ਫਾਇਦਾ ਕਿਉਂ ਨਹੀਂ ਪਹੁੰਚਿਆ? ਦੇਖੋ, ਜਿਹੜਾ ਤਾਂ ਵੋਟ ਦਾ ਅਧਿਕਾਰ ਹੈ, ਇੱਕ ਮੈਂਬਰ ਇੱਕ ਕੰਟਰੀ ਹੈ, ਇੱਕ ਵੋਟ ਇੱਕ ਕੰਟਰੀ ਹੈ, ਪਰ ਕਿਉਂਕਿ ਜਿਹੜਾ ਸ਼ੁਰੂ 'ਚ ਫਰੇਮ ਕੀਤਾ ਗਿਆ ਸਾਰਾ ਸਟਰਕਚਰ, ਉਹ ਉਹਨਾਂ ਦੇ ਹੱਕ 'ਚ ਭੁਗਤਦਾ ਹੈ। ਜਿਵੇਂ ਤੁਹਾਡੇ ਕੈਪੀਟਲ ਕਿੱਥੋਂ ਆਉਣੀ ਹੈ? ਕੈਪੀਟਲ ਤਾਂ ਉਹਨਾਂ ਕੋਲ ਹੀ ਹੈ ਨਾ, ਪੂੰਜੀ। ਮਲਟੀਨੈਸ਼ਨਲ ਕਾਰਪੋਰੇਸ਼ਨਸ ਉਹਨਾਂ ਕੋਲੇ ਨੇ। ਵਿਕਾਸਸ਼ੀਲ ਦੇਸ਼ਾਂ ਜਾਂ ਗਰੀਬ ਦੇਸ਼ਾਂ ਕੋਲ ਕਿੱਥੇ ਨੇ? ਉਹਨਾਂ ਕੋਲ ਪੂੰਜੀ ਹੈ ਹੀ ਨਹੀਂ। ਤੇ ਉਹਨਾਂ ਨੇ ਕਿਉਂਕਿ ਇਨਵੈਸਟ ਕਰਨੀ ਹੈ, ਇਸ ਕਰਕੇ ਉਹ R&D ਤੇ ਵੀ ਖਰਚ ਕਰ ਸਕਦੇ, ਖੇਤੀ ਖੇਤਰ 'ਚ ਵੀ ਤੇ ਦੂਜੇ ਖੇਤਰਾਂ 'ਚ ਵੀ ਉਹਨਾਂ ਦੀ ਸਰਦਾਰੀ ਹੈ। ਸੋ ਇਸ ਕਰਕੇ ਉਹਨਾਂ ਨੂੰ ਫਾਇਦਾ ਤਾਂ ਹੋਏਗਾ। ਦੂਜੇ ਪਾਸੇ ਕੈਪੀਟਲ, ਉਹ ਸਾਡੀ ਜਿਹੜੀ ਪ੍ਰੋਸਪੈਰਿਟੀ ਹੈ, ਕੈਪੀਟਲ ਦੇ ਮੂਵਮੈਂਟ ਰਾਹੀਂ, ਨਿਵੇਸ਼ ਰਾਹੀਂ ਉਹਦਾ ਦਾ ਹਿੱਸਾ ਲੈਣਾ ਚਾਹੁੰਦੇ ਨੇ, ਪਰ ਸਾਡੀ ਗਰੀਬੀ ਨੂੰ ਸ਼ੇਅਰ ਨਹੀਂ ਕਰਨਾ ਚਾਹੁੰਦੇ ਕਿ ਜਿਹੜੀ ਸਾਡੀ। ਸੋ ਇਸ ਕਰਕੇ ਉਹ ਸ਼ੁਰੂ 'ਚ ਜਿਹੜੇ ਕਾਨੂੰਨ ਬਣੇ ਨੇ, ਜੋ ਉਹਦਾ ਢਾਂਚਾ ਬਣਿਆ, ਉਹ ਉਹਨਾਂ ਦੇ ਹੱਕ ਵਿੱਚ ਬਾਇਸਡ ਹੈ ਤੇ ਸਾਡੇ ਵਰਗੇ ਦੇਸ਼ਾਂ ਦੇ ਹੱਕ 'ਚ ਦੇ ਉਲਟ ਹੈ ਕਾਫੀ। ਉਹ 'ਚ ਬਾਈ ਪ੍ਰੋਡਕਟ ਦੇ ਤੌਰ 'ਤੇ ਸਾਨੂੰ ਫਾਇਦਾ ਜਿਹੜਾ ਉਹ ਹੋ ਜਾਂਦਾ ਹੈ, ਪਰ ਮਜਬੂਰੀ ਇਹ ਹੈ ਕਿ ਕੋਈ ਦੇਸ਼ ਜਿਵੇਂ ਚੀਨ ਹੈ, ਪਹਿਲਾਂ ਬਾਹਰ ਰਿਹਾ ਸੀ,
ਪਰ ਹੁਣ ਉਹ ਦੁਬਾਰਾ ਫਿਰ ਕਹਿ ਕੇ ਅੰਦਰ ਆਇਆ ਨਾ। WTO ਤੋਂ ਪਹਿਲਾਂ ਸ਼ੁਰੂ 'ਚ ਬਾਹਰ ਸੀ। ਹੁਣ ਜਿਹੜੀ ਇਹ ਮੰਗ ਵੀ ਇਸ ਵੇਲੇ ਉੱਠੀ ਹੈ, ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਇਹ ਮੰਗ ਲਗਾਤਾਰ ਬਣੀ ਰਹਿਣੀ ਚਾਹੀਦੀ ਹੈ, ਨਾ ਕਿ ਜਦੋਂ ਕੋਈ ਮਿਨਿਸਟਰੀਅਲ ਕਾਨਫਰੰਸ ਹੋਵੇ ਉਦੋਂ ਬਣੇ, ਤਾਂ ਕਿ ਹਿੰਦੁਸਤਾਨ ਦੀ ਸਰਕਾਰ ਜਾਂ ਇੱਦਾਂ ਦੇ ਦੇਸ਼ਾਂ ਦੀ ਸਰਕਾਰ ਸਾਰੇ ਦੇਸ਼ਾਂ 'ਚ ਬਣੀ ਰਹਿਣੀ ਕਿ ਉਹ ਆਪਣੀਆਂ ਸਰਕਾਰਾਂ 'ਤੇ ਪ੍ਰੈਸ਼ਰ ਬਿਲਡਅਪ ਲਗਾਤਾਰ ਕਰਨ ਕਿ ਭਾਈ ਸਾਡਾ ਇਹ ਜਿਸ ਕਿਸਮ ਦਾ ਐਗਰੀਮੈਂਟ ਔਨ ਐਗਰੀਕਲਚਰ ਹੈ ਇਹ ਸਾਡੇ ਹੱਕ ਦੇ ਉਲਟ ਹੈ, ਸਾਡੀ ਕਿਸਾਨੀ ਸਰਵਾਈਵ ਨਹੀਂ ਕਰ ਸਕਦੀ। ਤੇ ਨਾਲ ਇਹ ਹੈ ਕਿ ਅਸੀਂ ਕਹਿੰਦੇ ਹਾਂ, ਇੱਕ ਹੋਰ ਆਰਗੂਮੈਂਟ ਵੀ ਦਿੱਤਾ ਜਾ ਸਕਦਾ ਹੈ ਕਿ ਤੁਸੀਂ ਪਰ ਏਕੜ ਜਾਂ ਪਰ ਹੈਕਟੇਅਰ ਸਬਸਿਡੀ ਕਿਉਂ ਗਿਣ ਰਹੇ ਹੋ? ਸਬਸਿਡੀ ਇਹ ਗਿਣੋ ਕਿ ਸਾਡੀ ਕਿਰਤ ਕਿੰਨੀ ਲੱਗੀ ਹੋਈ ਹੈ ਖੇਤੀ 'ਚ, ਪਰ ਪਰਸਨ ਸਬਸਿਡੀ ਗਿਣੋ ਤੇ ਤੁਸੀਂ ਆਪਣੀ ਪਰ ਪਰਸਨ ਗਿਣ ਲਓ। ਹਾਲਾਂਕਿ ਇਹ ਸੇਮ ਆਰਗੂਮੈਂਟ ਜਦੋਂ ਤੁਹਾਨੂੰ ਯਾਦ ਹੋਵੇ ਕਿ ਪੀਸ ਕਲੋਜ਼ ਸਾਈਨ ਹੋਇਆ ਬਾਲੀ ਵਾਲਾ, ਉਸ ਦੇ ਵਿੱਚ ਇਹੋ ਆਰਗੂਮੈਂਟ ਦੇ ਨਾਲ ਇੰਡੀਆ ਨੇ ਇਸ ਚੀਜ਼ ਨੂੰ ਉੱਥੇ ਵਕਾਲਤ ਕੀਤੀ ਸੀ ਕਿ ਤੁਸੀਂ ਜਿਹੜੀ ਸਬਸਿਡੀ ਡਿਸਮੈਂਟਲ ਕਰਨ ਨੂੰ ਕਹਿ ਰਹੇ ਹੋ ਵੀ ਉਹ ਪੋਸੀਬਲ ਨਹੀਂ ਹੈ, ਨਾ ਹੀ ਤੁਹਾਡੇ ਕਲੌਜ਼ 'ਚ ਆਏ। ਇਹ ਅਸੀਂ 1990 ਤੋਂ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਘੁੰਮ ਕੇ ਇਹ ਪ੍ਰਚਾਰ ਕੀਤਾ ਸੀ, ਕਿਸਾਨਾਂ ਦੇ ਇਕੱਠ 'ਚ ਕੀਤਾ ਸੀ, ਲਿਖਿਆ ਵੀ ਸੀਗਾ ਇਸ 'ਤੇ। ਉਸ ਵੇਲੇ ਕਾਫੀ ਆਰਟੀਕਲ ਵੀ ਲਿਖੇ, ਪੰਜਾਬੀ 'ਚ ਵੀ ਅੰਗਰੇਜ਼ੀ 'ਚ ਵੀ। ਇਹ ਦੱਸਿਆ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਹੁਣ ਫਰਜ਼ ਕਰੋ ਉਹਨਾਂ ਨੇ ਕਿਹਾ ਕਿ ਸਬਸਿਡੀ ਜਿਹੜੀ ਨਾਨ ਪ੍ਰੋਡਕਟ ਸਪੈਸੀਫਿਕ ਸਬਸਿਡੀ ਆ ਪਰ ਏਕੜ ਜਾਂ ਪਰ ਹੈਕਟੇਅਰ ਦੇ ਹਿਸਾਬ ਨਾਲ ਦੇਖ ਲਓ ਉਹਦੇ ਉਤਪਾਦਨ ਦੇ, ਵੀ ਤੁਹਾਡੇ ਤਾਂ 2% ਕਿਸਾਨ ਜਿਹੜੇ ਆ ਉਹ ਖੇਤੀ 'ਚ ਨੇ, ਸਾਡੇ 45% ਹੈ, ਤੇ ਇਹ ਮੈਚ ਕਿਵੇਂ ਹੋਇਆ? ਫਿਰ ਸਾਡਾ ਕਿਸਾਨ ਰਿਸੋਰਸ ਪੂਰ ਵੀ ਹੈ, ਸਾਡਾ ਕਿਸਾਨ ਛੋਟਾ ਵੀ ਹੈ ਤੁਹਾਡੇ ਮੁਕਾਬਲੇ 'ਚ, ਠੀਕ ਹੈ। ਬਿਲਕੁਲ। ਤੇ ਇਸ ਕਰਕੇ ਸਾਨੂੰ ਇਹ ਆਰਗੂ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਜਿੰਨੀ ਵੀ ਸਬਸਿਡੀ ਦੇ ਰਹੇ ਹਾਂ ਖੇਤੀ ਨੂੰ ਉਹ ਪ੍ਰਤੀ ਵਿਅਕਤੀ ਕਰ ਲਓ ਕਿ ਜੇ 100 ਰੁਪਇਆ ਤੁਸੀਂ ਦੋ ਬੰਦਿਆਂ ਨੂੰ ਦੇ ਰਹੇ ਹੋ ਤੇ ਅਸੀਂ 100 ਰੁਪਇਆ 45 ਬੰਦਿਆਂ ਨੂੰ ਦੇ ਰਹੇ, ਤੇ ਉਹਦਾ ਆਪੇ ਹੀ ਸਾਡੀ ਸਬਸਿਡੀ ਘਟ ਜਾਏਗੀ, ਉਹ ਲਿਮਿਟ 'ਚ ਆ ਜਾਏਗੀ। ਇਸ ਤਰ੍ਹਾਂ ਜਿਹੜਾ ਬਲੂ ਬਾਕਸ ਸਬਸਿਡੀ ਹੈ ਜੀ, ਉਹ ਅਸੀਂ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਇੱਕ ਤਾਂ ਹੈਗਾ ਪ੍ਰੋਡਕਸ਼ਨ ਰਿਟਾਇਰਮੈਂਟ, ਇੱਕ ਪ੍ਰੋਡਿਊਸਰ ਰਿਟਾਇਰਮੈਂਟ ਹੈ। ਇੱਕ ਇਹ ਜ਼ਰੂਰ ਸਮਝਾਓ ਕਿ ਕਿਸਾਨ ਜਥੇਬੰਦੀਆਂ ਨੇ ਤਾਂ ਇਹ ਐਲਾਨ ਕਰ ਦਿੱਤਾ ਹੈ, ਜਿਵੇਂ ਆਪਾਂ ਪਹਿਲਾਂ ਹੀ ਜ਼ਿਕਰ ਕਰ ਰਹੇ ਸਾਂ, ਜਿਹਦੇ ਚਾਂਸ ਬਹੁਤ ਘੱਟ ਲੱਗਦੇ ਨੇ। WTO ਤੋਂ ਕੀ ਭਾਰਤ ਬਾਹਰ ਨਿਕਲ ਸਕਦਾ ਹੈ? ਜੇ ਨਿਕਲੇਗਾ ਤਾਂ ਕੀ ਇੰਪੈਕਟ ਪਏਗਾ? ਜੇ ਨਹੀਂ ਨਿਕਲੇਗਾ ਫਿਰ WTO ਦੇ ਨਾਲ ਸਾਡਾ ਗੱਲਬਾਤ ਕਿਹੋ ਜਿਹੀ ਹੋਣੀ ਚਾਹੀਦੀ ਆ? ਦੇਖੋ, ਕਿਸਾਨਾਂ ਦੀ ਜਿਹੜੀ ਮੰਗ ਹੈ ਇਹਦੇ ਨਾਲ ਭਾਰਤ ਸਰਕਾਰ 'ਤੇ ਪ੍ਰੈਸ਼ਰ ਤਾਂ ਬਣ ਸਕਦਾ ਹੈ। ਜਿਵੇਂ ਅੱਜ ਜਿਹੜੀ ਕਾਨਫਰੰਸ ਚੱਲ ਰਹੀ ਹੈ 26 ਤੋਂ ਦੁਬਈ ਦੇ ਵਿੱਚ, ਉੱਥੇ ਵੀ ਸਾਡੇ ਜਿਹੜੇ ਕੁਝ ਗੈਰ ਅਫੀਸ਼ੀਅਲ ਡੈਲੀਗੇਟਸ ਗਏ ਨੇ, ਉਹ ਇਸ ਗੱਲ ਨੂੰ ਪ੍ਰੋਜੈਕਟ ਕਰ ਰਹੇ ਨੇ ਕਿ ਸਾਨੂੰ WTO ਦੇ ਵਿੱਚ ਜੋ ਵੀ ਫਾਇਦੇ ਉਹ ਲੈਣੇ ਚਾਹੀਦੇ, ਤੇ ਸਾਡਾ ਫਾਰਮਰ ਜਿਹੜਾ ਹੈ, ਖੇਤੀ ਦੀ ਜੋ ਸਾਡੀ ਹਾਲਤ ਹੈ ਉਹਨੂੰ ਧਿਆਨ 'ਚ ਰੱਖ ਕੇ, ਜਿਵੇਂ ਫਾਰਮਰ ਸੁਸਾਈਡ ਕਰ ਰਿਹਾ, ਉਹਨੂੰ ਧਿਆਨ 'ਚ ਰੱਖ ਕੇ ਫੈਸਲੇ ਲਓ। ਜੇ ਤੁਸੀਂ ਉਹਨੂੰ ਧਿਆਨ 'ਚ ਰੱਖ ਕੇ ਫੈਸਲੇ ਨਹੀਂ ਲੈਂਦੇ ਤਾਂ ਟਿਕਾਊ ਖੇਤੀ ਨਹੀਂ ਹੋ ਸਕਦੀ। ਤੇ ਟਿਕਾਊ ਖੇਤੀ ਤੇ ਇੱਕ ਦੂਜੇ ਦੇਸ਼ਾਂ ਨਾਲ ਦੇਸ਼ਾਂ ਦੇ ਵਿੱਚ ਆਪਸ ਵਿੱਚ ਇੱਕ ਟਿਕਾਊ ਸੰਬੰਧ ਬਣਾਉਣ ਲਈ ਜ਼ਰੂਰੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ, ਖਾਸ ਕਰਕੇ ਭਾਰਤ ਵਰਗੇ ਜਿਹੜਾ ਵਿਕਾਸਸ਼ੀਲ ਦੇਸ਼ ਹੈ, ਵੱਡਾ ਦੇਸ਼ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਖੇਤੀ ਖੇਤਰ ਨੂੰ ਜੋ ਸਮੱਸਿਆਵਾਂ ਨੇ, ਭਾਵੇਂ ਸੁਸਾਈਡ ਦੀ, ਭਾਵੇਂ ਹੋਰ ਪ੍ਰੋਬਲਮਸ ਨੇ, ਉਹਨਾਂ ਨੂੰ ਧਿਆਨ 'ਚ ਰੱਖਿਆ ਜਾਵੇ, ਸਾਡੀ ਫੂਡ ਸਿਕਿਉਰਿਟੀ ਨੂੰ ਧਿਆਨ 'ਚ ਰੱਖੇ ਜੀ। ਹੁਣ ਰਹੀ ਗੱਲ ਕਿ ਕੀ ਭਾਰਤ ਆ ਸਕਦਾ ਕਿ ਨਹੀਂ ਆ ਸਕਦਾ, ਥਿਓਰੈਟੀਕਲੀ ਸਪੀਕਿੰਗ, ਸਿਧਾਂਤਕ ਤੌਰ 'ਤੇ ਕਿਸੇ ਵੀ ਦੇਸ਼ ਲਈ ਖੁੱਲ੍ਹ ਹੈ ਜੀ, ਉਹ ਇੱਕ ਡਿਊ ਨੋਟਿਸ ਦੇ ਕੇ ਬਾਹਰ ਆ ਸਕਦਾ ਹੈ, ਬਾਹਰ ਆਉਣ ਦੀ ਪ੍ਰੋਵੀਜ਼ਨ ਹੈਗੀ ਹੈ। ਪਰ ਜੋ ਕੁਛ ਬਾਹਰ ਆਉਣ ਨਾਲ ਨੁਕਸਾਨ ਹੋਣਾ ਤੇ ਜੋ ਅੰਦਰ ਰਹਿ ਕੇ ਨੁਕਸਾਨ ਹੋਣਾ, ਉਹਦਾ ਪਲੱਸ ਮਾਈਨਸ ਦੇਖਣਾ ਪਏਗਾ। ਠੀਕ ਹੈ। ਆਮ ਇਹ ਹੈ ਕਿ ਕਿਉਂਕਿ ਜਿਹੜੀ ਸੰਸਾਰ ਵਪਾਰ ਸੰਸਥਾ ਹੈ WTO, ਉਹ ਇਕੱਲਾ ਖੇਤੀ ਖੇਤਰ ਨਾਲ ਡੀਲ ਨਹੀਂ ਕਰਦੀ, ਐਗਰੀਕਲਚਰ ਨਾਲ ਵੀ ਡੀਲ ਕਰਦੀ ਹੈ, ਨਿਵੇਸ਼ ਨਾਲ ਵੀ ਕਰਦੀ ਹੈ, ਉਹ ਵਪਾਰ ਨਾਲ, ਬਾਕੀ ਖੇਤਰਾਂ ਦੇ ਵਪਾਰ ਵਸਤਾਂ ਸੇਵਾਵਾਂ ਨਾਲ ਵੀ ਡੀਲ ਕਰਦੀ ਹੈ। ਸੋ ਇਸ ਕਰਕੇ ਅੱਜ ਦੇ ਮਾਹੌਲ 'ਚ ਕੋਈ ਦੇਸ਼ ਉਸ 'ਚੋਂ ਬਾਹਰ ਨਹੀਂ ਆਉਣਾ ਚਾਹੇਗਾ। ਪਰ ਇਹ ਜ਼ਰੂਰ ਹੈ ਕਿ ਕਿਉਂਕਿ ਖੇਤੀ ਜਿਹੜੀ ਹੈ ਪੂਰੀ ਦੁਨੀਆ 'ਚ ਸੰਕਟ 'ਚ ਹੈ, ਤੇ ਸਬਸਿਡੀ ਤੋਂ ਬਿਨਾਂ ਕੋਈ ਦੇਸ਼ 'ਚ ਖੇਤੀ ਕਿਸੇ 'ਚ ਵੀ ਨਹੀਂ ਚੱਲ ਰਹੀ, ਤੇ ਸਾਡਾ ਜਿਹੜਾ ਖੇਤੀ ਸੰਕਟ ਹੈ ਬਹੁਤ ਗੰਭੀਰ ਹੈ।
ਸਾਡੇ ਫਾਰਮਰਸ ਦੇ ਸਿਰ ਤੇ ਕਰਜ਼ਾ ਬਹੁਤ ਹੈ, ਸਾਡੀ ਆਮਦਨ ਘਟ ਰਹੀ ਹੈ, ਸਾਡੇ ਜਿਹੜੇ ਲਾਗਤਾਂ ਵੱਧ ਰਹੀਆਂ ਨੇ, ਖੇਤੀ 'ਚ ਰੁਜ਼ਗਾਰ ਘਟ ਰਿਹਾ ਹੈ ਤੇ ਕਿਸਾਨ ਦਾ ਨਿਰਵਾਹ ਜਿਹੜਾ ਖੇਤੀ ਤੋਂ ਮੁਸ਼ਕਲ ਹੋ ਰਿਹਾ ਹੈ। ਸੋ ਇਸ ਕਰਕੇ ਸਾਨੂੰ ਇਹ ਚਾਹੀਦਾ ਹੈ ਕਿ ਜੇ ਅਸੀਂ ਬਾਹਰ ਨਹੀਂ ਆ ਸਕਦੇ ਜਾਂ ਬਾਹਰ ਆਉਣ ਦੀ ਵੀ ਇੱਕ ਵੱਡੀ ਕੀਮਤ ਹੈ, ਤਾਂ ਫਿਰ ਖੇਤੀ ਖੇਤਰ ਦੇ ਵਿੱਚ ਰਹਿੰਦੇ WTO 'ਚ ਰਹਿੰਦੇ ਹੋਏ ਜੋ ਸਹੂਲਤਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਉਹਦੇ ਲਈ ਲਗਾਤਾਰ ਸਾਨੂੰ ਯਤਨ ਕਰਨੇ ਚਾਹੀਦੇ ਹੈ। ਤੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਦੇ 'ਚ ਫੂਡ ਸਿਕਿਉਰਿਟੀ ਬਾਕਸ ਦੀ ਗੱਲ ਕਰ ਸਕਦੇ ਹਾਂ, ਉਹਦੇ 'ਚ ਪੇਂਡੂ ਜਿਹੜੀ ਗਰੀਬੀ ਹੈ ਉਹਦੀ ਗੱਲ ਕਰ ਸਕਦੇ ਹਾਂ, ਉਹਦੇ 'ਚ ਅਸੀਂ ਆਪਣੀ ਗੱਲ ਕਰ ਸਕਦੇ ਕਿ ਸਾਡਾ ਫਾਰਮਰ ਜਿਹੜਾ ਹੈ ਉਹਦੇ ਕੋਲ ਸਾਧਨ ਘੱਟ ਨੇ, ਸੋ ਅਸੀਂ ਉਹਦਾ ਕਰ ਸਕਦੇ, ਉਹਦੇ 'ਚ ਖੇਤੀ ਦੇ ਵਿੱਚ ਰੁਜ਼ਗਾਰ ਘਟਣ ਵਾਲਾ ਜਿਹੜਾ ਕੰਮ ਹੈ ਉਹ ਕਰ ਸਕਦੇ ਹਾਂ। ਸੋ ਸਾਡੀ ਜਿਹੜੀ ਓਵਰਆਲ ਫੂਡ ਸਿਕਿਉਰਿਟੀ ਜਿਹੜੀ 80 ਕਰੋੜ ਲੋਕਾਂ ਨੂੰ ਅਸੀਂ ਫੂਡ ਸਿਕਿਉਰਿਟੀ ਦੇ ਰਹੇ ਹਾਂ ਉਹਦੇ 'ਚ ਕਰ ਸਕਦੇ। ਸੋ ਉਹਦੇ ਨਾਲ ਇਹ ਫਾਇਦਾ ਹੋਏਗਾ ਕਿ ਅਸੀਂ ਭਾਰਤ ਸਰਕਾਰ ਜਾਂ ਹੋਰ ਸਰਕਾਰਾਂ ਜਿਹੜੀਆਂ ਨੇ ਉਹ ਖੇਤੀ ਨੂੰ ਸਹੂਲਤਾਂ ਦੇਣ 'ਤੇ ਜੋ ਰੋਕਾਂ ਜਾਂ ਬੰਦਿਸ਼ਾਂ ਜੋ ਲੱਗ ਰਹੀਆਂ ਨੇ ਉਹਨਾਂ 'ਚ ਅਸੀਂ ਕੁਛ ਰਿਲੈਕਸੇਸ਼ਨ ਲੈ ਸਕਦੇ ਹਾਂ ਜੀ। ਇਸੇ ਕਰਕੇ ਹੀ ਐਗਰੀਮੈਂਟ ਔਨ ਐਗਰੀਕਲਚਰ ਅਜੇ ਤੱਕ ਫਾਈਨਲ ਨਹੀਂ ਹੋਇਆ ਤੇ ਦੋਹਾ ਰਾਊਂਡ ਕੰਪਲੀਟ ਹੀ ਨਹੀਂ ਹੋਇਆ। ਅੱਜ ਜੋ ਦੁਬਈ 'ਚ ਜੋ ਚੱਲ ਰਹੀ ਹੈ 26 ਤੋਂ 29 ਵਾਲੀ, ਉਹ ਦੋਹਾ ਰਾਊਂਡ ਦੀ ਕੰਟੀਨਿਊਏਸ਼ਨ 'ਚ ਆ। ਤੇ ਐਗਰੀਮੈਂਟ ਔਨ ਬਾਕੀ ਮਸਲਿਆਂ ਤੋਂ ਇਲਾਵਾ ਐਗਰੀਮੈਂਟ ਔਨ ਐਗਰੀਕਲਚਰ ਖੇਤੀ ਸਮਝੌਤਾ ਜਿਹੜਾ ਹੈ ਉਹ ਅੱਜ ਵੀ ਜਿਹੜਾ ਉਹਦੇ ਵਿੱਚ ਬੋਨ ਆਫ ਕੰਟੈਂਸ਼ਨ ਬਣਿਆ ਹੋਇਆ, ਉਸ ਤੇ ਸਾਰੇ ਦੇਸ਼ਾਂ ਦੀ ਇੱਕ ਰਾਏ ਨਹੀਂ ਬਣ ਰਹੀ। ਇੱਥੇ ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਹੋਰ ਲਿਆਉਣੀ ਚਾਹਾਂਗਾ ਕਿ ਅਮਰੀਕਾ ਜਿਹੜਾ ਨੈਟ ਐਕਸਪੋਰਟ ਸਰਪਲਸ ਹੈ, ਠੀਕ ਹੈ, ਕੰਟਰੀ ਹੈ ਕੁਝ ਐਗਰੀਕਲਚਰ ਪ੍ਰੋਡਿਊਸ ਦੇ ਵਿੱਚ, ਇਸ ਤਰ੍ਹਾਂ ਕੈਰਨ ਗਰੁੱਪ ਇੱਕ ਬਣਿਆ ਹੋਇਆ, ਉਹਦੇ 19 ਮੈਂਬਰ ਨੇ, ਜਿਸ 'ਚ ਆਸਟ੍ਰੇਲੀਆ, ਇਹ ਸਾਰੇ ਆਸਟ੍ਰੇਲੀਆ, ਕੈਨੇਡਾ, ਅਰਜਨਟਾਈਨਾ, ਹੈ ਨਾ। ਉਹਦੇ 'ਚ ਈਵਨ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਵੀ ਉਹਦੇ ਵਿੱਚ ਹੈ। ਓਕੇ, ਮਤਲਬ ਸਮਝ ਨਹੀਂ ਆਉਂਦੀ ਕਿ ਤੇ ਉਹ 19 ਦੇਸ਼ ਤੇ ਫੋਰਸ ਕਰ ਰਹੇ ਆ ਕਿ ਸਬਸਿਡਾਈਜ਼ ਘੱਟ ਕਰੋ। 19 ਦੇਸ਼ ਤੇ US ਉਹ ਕਹਿ ਰਹੇ ਨੇ ਕਿ ਸਾਨੂੰ ਮਾਰਕੀਟ ਐਕਸੈਸ, ਖੇਤੀ ਆਪਣੀਆਂ ਵਸਤਾਂ ਬਾਹਰ ਦੂਜੇ ਦੇਸ਼ਾਂ ਨੂੰ ਭੇਜਣ ਲਈ ਮਾਰਕੀਟ ਐਕਸੈਸ ਵਧਾਓ। ਉਹ ਐਗਰੀਮੈਂਟ ਔਨ ਐਗਰੀਕਲਚਰ ਨੂੰ ਸਪੋਰਟ ਕਰ ਰਹੇ ਨੇ ਕਿ ਠੀਕ ਹੈ ਇਹ ਸਾਨੂੰ, ਤੇ ਇੰਡੀਆ, ਚਾਈਨਾ ਜਾਂ ਹੋਰ ਕੰਟਰੀ ਲੈਡ ਬਾਈ ਥੀਸ 2 ਕੰਟਰੀਜ਼ ਉਹ ਨਹੀਂ ਮੰਨ ਰਹੇ ਜੇ। ਸੋ ਇਸ ਕਰਕੇ ਉਹ ਜਿਹੜੇ ਕੈਰਨ ਗਰੁੱਪ ਦਾ 19 ਕੰਟਰੀਆਂ ਦਾ ਕੈਰਨ ਗਰੁੱਪ ਦਾ ਇੱਕ ਇੰਟਰਸਟ ਗਰੁੱਪ ਕੰਟਰੀਜ਼ ਬਣਿਆ ਹੋਇਆ, ਜਿਹਦੇ ਵਿੱਚ ਉਸ ਤੋਂ ਇਲਾਵਾ US ਹੈ। ਉਹ ਕਹਿੰਦੇ ਨੇ ਕਿ ਸਾਨੂੰ ਮਾਰਕੀਟ ਐਕਸੈਸ ਹੋਰ ਦਿਓ, ਸਾਨੂੰ ਹੋਰ ਸਹੂਲਤਾਂ ਦਿਓ, ਐਗਰੀਮੈਂਟ ਔਨ ਐਗਰੀਕਲਚਰ ਫਾਈਨਲ ਕਰੋ। ਤੇ ਦੂਜੇ ਪਾਸੇ ਕਾਫੀ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਉਹ ਮਤਲਬ ਇਸ 'ਚੋਂ ਹੋਰ ਰਿਆਇਤਾਂ ਲੈਣ ਦੀ ਗੱਲ ਕਰ ਰਹੇ। ਬਾਹਰ ਉਹਨਾਂ 'ਚੋਂ ਕੋਈ ਨਹੀਂ ਆਉਣਾ ਚਾਹੁੰਦਾ ਕਿਉਂਕਿ ਬਾਹਰ ਆਉਣ ਦੀ ਇੱਕ ਆਪਣੀ ਵੀ ਕਾਸਟ ਹੈ। ਇੱਕ ਗੱਲ ਹੋਰ ਕਿ ਜੇ ਅਸੀਂ WTO ਤੋਂ ਬਾਹਰ ਆਉਂਦੇ ਹਾਂ ਤਾਂ ਫਿਰ ਸਾਨੂੰ ਹਰ ਕੰਟਰੀ ਨਾਲ ਵਪਾਰ ਕਰਨ ਲਈ ਇੱਕ ਵੱਖਰੇ ਤੌਰ 'ਤੇ ਵੱਖਰਾ ਨਵਾਂ ਸਮਝੌਤਾ ਕਰਨਾ ਪਏਗਾ। ਕੁਝ ਬਿਲਕੁਲ ਕਲਾਜ਼ਸ ਜਿਹੜੀਆਂ ਨੇ ਉਹ ਮੈਂਬਰ ਕੰਟਰੀ 'ਤੇ ਆਟੋਮੈਟਿਕਲੀ ਲਾਗੂ ਹੋ ਜਾਂਦੀਆਂ ਨੇ। ਸੋ ਉਹਦੇ ਤੈਅ ਨੇ ਰੂਲ। ਸੋ ਇਹ ਕੁਝ ਪ੍ਰੋਬਲਮਸ ਨੇ ਜਿਸ ਕਰਕੇ ਉਹਦੇ ਵਿੱਚ ਇਹ ਵੀ ਆ ਕਿ ਜਿਹੜੇ ਦੇਸ਼ ਨਾਲ ਅਸੀਂ ਸਮਝੌਤਾ ਕਰ ਰਹੇ ਹਾਂ ਉਹ ਤੇ WTO ਦੇ ਹਿਸਾਬ ਨਾਲ ਚੱਲ ਰਿਹਾ ਉਹ ਤੇ WTO ਦੇ ਹਿਸਾਬ ਨਾਲ ਚੱਲ ਰਿਹਾ। ਅਸੀਂ WTO ਦੇ ਮੈਂਬਰ ਨਹੀਂ, ਪਰ ਸਾਨੂੰ ਬਾਇਲੇਟਰਲੀ ਉਹਦੇ ਨਾਲ ਕਰਨਾ ਪਏਗਾ। ਜੇ ਅਸੀਂ ਮੈਂਬਰ ਹਾਂ ਤੇ ਜਿਹੜਾ ਅਸੀਂ ਇੱਕ ਦੇਸ਼ ਨਾਲ ਵੀ ਸਮਝੌਤਾ ਕਰ ਲਿਆ ਮੈਂਬਰ ਨਾਲ, ਉਹ ਬਾਕੀਆਂ ਤੋਂ ਉਸੇ ਤਰ੍ਹਾਂ ਦੀਆਂ ਸਹੂਲਤਾਂ ਜਾਂ ਰੋਕਾਂ ਉੱਤੇ ਲੱਗਣਗੀਆਂ। ਪਰ ਮੈਂ ਇੱਕ ਇਸ ਦੇ ਉੱਤੇ ਵੀ ਤੁਹਾਡਾ ਧਿਆਨ ਲੈਣਾ ਚਾਹਾਂਗਾ ਕਿ ਸਾਡੇ ਜਿਹੜੇ ਹੁਣ ਤੱਕ 7 ਕਿਸਾਨ ਇਸ ਪੂਰੀ ਐਜੀਟੇਸ਼ਨ ਦੇ ਦੌਰਾਨ ਪੂਰੇ ਹੋ ਗਏ ਨੇ, ਭਾਵੇਂ ਸ਼ੁਭਕਰਨ ਸਿੰਘ ਤੋਂ ਇਲਾਵਾ ਬਾਕੀ ਵੀ ਵੱਖ-ਵੱਖ ਉਮਰ ਦੇ ਹਿਸਾਬ ਨਾਲ। ਉਸ ਵਿੱਚੋਂ ਇਹ ਵੀ ਮੈਂ ਦੇਖ ਰਿਹਾ ਕਿ ਹਰੇਕ ਕਿਸਾਨ ਦੀ ਕਹਾਣੀ ਇੱਕੋ ਤਰ੍ਹਾਂ ਦੀ ਆ। 1.5 ਤੋਂ 2 ਏਕੜ ਜ਼ਮੀਨ ਹੈ, 4 ਏਕੜ ਜ਼ਮੀਨ ਹੈ, ਕਰਜ਼ਾ 8 ਲੱਖ ਹੈ, 10 ਲੱਖ ਹੈ। ਕਰਜ਼ਾ ਇੱਕ ਵੱਡੀ ਪੋਜੀਸ਼ਨ ਹੈ, ਇਸ ਪੂਰੇ ਕਿਸਾਨ ਐਜੀਟੇਸ਼ਨ ਦੀ ਮੰਗ ਵੀ ਹੈ। ਦੂਸਰੇ ਪਾਸੇ ਫਾਰਮਰ ਸੁਸਾਇਡ ਦਾ ਮਸਲਾ ਆ। ਜਦੋਂ ਨੈਸ਼ਨਲ ਕਮਿਸ਼ਨ ਫਾਰਮਰਸ 'ਤੇ ਬੈਠਿਆ ਸੀ, ਸਵਾਮੀਨਾਥਨ ਕਮਿਸ਼ਨ ਹੋਣਾ ਦਾ, ਉਦੋਂ ਵਿਦਰਭ ਦਾ ਇਸ਼ੂ ਬਹੁਤ ਵੱਡਾ ਇਸ਼ੂ ਸੀ। NCRB ਦਾ ਡਾਟਾ ਉਸ ਵਕਤ 3,55,000 ਕਿਸਾਨਾਂ ਦੇ ਬਾਰੇ ਬੋਲਦਾ ਸੀ ਕਿ ਫਾਰਮਰ ਸੁਸਾਇਡਸ ਹੋਏ ਨੇ। ਉਸ ਤੋਂ ਬਾਅਦ ਜੋ ਸਤਨਾਮ ਸਿੰਘ ਬਹਿਰੂ ਹੋਣਾ ਨੂੰ ਜਦੋਂ ਮੈਂ ਮੁਲਾਕਾਤ ਕੀਤੀ
ਤੇ ਉਹ ਕਹਿੰਦੇ ਆ ਕਿ ਅਸੀਂ ਇਹ ਦਾਅਵਾ ਕਰਦੇ ਆ ਕਿ ਹੁਣ ਤੱਕ 7 ਲੱਖ ਤੋਂ ਉੱਪਰ ਕਿਸਾਨ ਫਾਰਮਰ ਸੁਸਾਈਡ ਹੋਏ ਨੇ। ਤੁਹਾਡੀ ਇਸ ਦੇ ਬਾਰੇ, ਇਸ ਐਗਰੇਰੀਅਨ ਕ੍ਰਾਈਸਿਸ ਦੇ ਵਿੱਚ ਫਾਰਮਰ ਸੁਸਾਈਡ ਦੀ ਜੋ ਪੋਜੀਸ਼ਨ ਹੈ, ਉਹ ਪੰਜਾਬ ਦੇ ਨਜ਼ਰੀਏ ਤੋਂ, ਦੇਸ਼ ਦੇ ਨਜ਼ਰੀਏ ਤੋਂ ਤੁਹਾਡੀ ਇਸ ਬਾਰੇ ਕੀ ਸਮਝ ਹੈ ਤੇ ਇਸ ਕ੍ਰਾਈਸਿਸ ਨੂੰ ਸਰਕਾਰ ਕਿਵੇਂ ਡੀਲ ਕਰ ਰਹੀ ਹੈ? ਦੇਖੋ, ਪਹਿਲੀ ਗੱਲ ਤੇ ਮੰਨਣਾ ਪਏਗਾ ਕਿ ਖੇਤੀ ਜਿਹੜੀ ਸੰਕਟ 'ਚ ਹੈ। ਠੀਕ ਹੈ। ਕਿਉਂਕਿ ਖੇਤੀ ਤੋਂ ਆਮਦਨ ਘਟ ਰਹੀ ਹੈ। ਤੁਸੀਂ ਇੱਕੋ ਹੀ ਦੇਖ ਲਓ ਕਿ ਕੰਟਰੀ ਲੈਵਲ ਤੇ ਸਾਡੀ 15% ਆਮਦਨ GDP ਦੀ ਖੇਤੀ ਤੋਂ ਆ ਰਹੀ ਹੈ, ਜਦੋਂ ਕਿ 45 ਤੋਂ 50% ਜਿਹੜੇ ਖੇਤੀ 'ਚ ਸਾਡੀ ਕਿਰਤ ਲੱਗੀ ਹੋਈ ਹੈ, ਕਲਟੀਵੇਟਰ ਤੇ ਮਜ਼ਦੂਰ ਜੀ, ਉਹ 15% ਆਮਦਨ ਤੇ ਗੁਜ਼ਾਰਾ ਕਰ ਰਹੇ ਨੇ। ਸੋ ਇੱਕ ਤਾਂ ਖੇਤੀ ਖੇਤਰ ਦੇ ਵਿੱਚ ਸੰਕਟ ਭਾਰੀ ਹੋਇਆ, ਦੂਜੇ ਖੇਤਰਾਂ ਦੇ ਮੁਕਾਬਲੇ ਖੇਤੀ ਸੰਕਟ ਪਿੱਛੇ ਰਹਿ ਗਿਆ। ਰੁਜ਼ਗਾਰ ਹੈ ਨਹੀਂਗਾ, ਆਮਦਨ ਵੱਧ ਰਹੀ ਹੈ, ਆਮਦਨ ਘਟ ਰਹੀ ਹੈ, ਖਰਚੇ ਵੱਧ ਰਹੇ ਨੇ, ਤੇ ਪ੍ਰਤੀ ਏਕੜ ਜਿਹੜੀ ਰਿਟਰਨ ਹੈ ਉਹਦੀ ਦਰ ਵੀ ਵਧਣ ਦੀ ਘਟ ਰਹੀ ਹੈ। ਸੋ ਕ੍ਰਾਈਸਿਸ ਤਾਂ ਹੈ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਕ੍ਰਾਈਸਿਸ ਨੂੰ ਕਿਸਾਨ ਕਿਵੇਂ ਦੇਖਦੇ ਨੇ। ਕਿਸਾਨ ਕਹਿੰਦੇ ਕਿ ਸਾਨੂੰ ਸਵਾਮੀਨਾਥਨ MSP ਦੇ ਦਿਓ, ਸਾਡਾ ਕਰਜ਼ਾ ਮਾਫ ਕਰ ਦਿਓ, ਠੀਕ ਹੈ ਨਾ। ਤੇ ਸਰਕਾਰ ਜਿਹੜੀ ਹੈ ਉਹ ਆਪਣਾ ਪੱਖ ਦੇ ਰਹੀ ਹੈ ਕਿ ਕਰਜ਼ਾ ਮਾਫ ਕਰਨ ਵਾਲੀ ਸਰਕਾਰ ਕੋਈ ਹਾਮੀ ਨਹੀਂ ਭਰ ਰਹੀ। MSP ਬਾਰੇ ਵਿਚਾਰ ਕਰਨ ਲਈ ਸਰਕਾਰ ਕਹਿ ਰਹੀ ਹੈ, ਪਰ ਅਜੇ ਤੱਕ ਸਵਾਮੀਨਾਥਨ MSP ਸਰਕਾਰ ਨੇ ਨਹੀਂ ਦਿੱਤੀ। ਜਿਹੜੀ 2019 ਚ ਇਸ ਸਰਕਾਰ ਨੇ ਦਿੱਤੀ ਵੀ ਸੀ, ਉਹ A2+ ਫੈਮਿਲੀ ਲੇਬਰ ਹੈ, ਉਸ ਤੇ 50% ਹੈ, ਉਹ ਠੀਕ ਹੈ। ਪਰ ਇਹਦੇ A2+ ਫੈਮਿਲੀ ਲੇਬਰ ਦੇ ਵਿੱਚ ਜੇ ਅਸੀਂ ਕਿਸਾਨ ਜੋ ਆਪਣੀ ਪੂੰਜੀ ਲਾਉਂਦਾ ਖੇਤੀ 'ਚ, ਭਾਵੇਂ ਟਰੈਕਟਰ ਦੇ ਰੂਪ 'ਚ ਹੈ, ਭਾਵੇਂ ਟਿਊਬਲ ਦੇ ਰੂਪ 'ਚ ਹੈ, ਭਾਵੇਂ ਜ਼ਮੀਨ ਤੇ ਸੁਧਾਰ ਕਰਦਾ ਕਿਸੇ ਵੀ ਫਾਰਮ 'ਚ, ਉਸ ਤੇ ਜਿਹੜਾ ਵਿਆਜ ਉਹਨੂੰ ਦੇਣਾ ਪੈਂਦਾ ਹੈ, ਉਹ ਕਦੀ ਉਹਦੇ ਵਿੱਚ ਨਹੀਂ ਗਿਣਦੇ। ਸਵਾਮੀਨਾਥਨ C2 ਦੇ ਵਿੱਚ ਉਹ ਇਸੇ ਤਰ੍ਹਾਂ ਜਿਹੜਾ ਇਸ ਤੋਂ ਇਲਾਵਾ ਜ਼ਮੀਨ ਦਾ ਠੇਕਾ ਹੈ, ਲੀਜ਼ ਇਨ ਲੀਜ਼ ਆਊਟ ਵਾਲਾ, ਉਹ 1952 ਚ ਕਿਤੇ ਤੈਅ ਹੋਇਆ ਸੀ, ਉਹ 13,000 ਰੁਪਈਆ ਪਰ ਏਕੜ ਸ਼ਾਇਦ ਹੈ, ਉਹ ਉਹਦੇ ਵਿੱਚ ਹੈ, ਗਿਣਨਾ ਚਾਹੀਦਾ ਤਾਂ C2 ਬਣਦੀ ਹੈ। ਸੋ ਜ਼ਾਹਰ ਹੈ ਕਿ C2 A2+ ਫੈਮਿਲੀ ਲੇਬਰ ਤੋਂ ਜ਼ਿਆਦਾ ਬਣਦੀ ਹੈ ਜੀ। ਜਦੋਂ ਇਹ ਐਜੀਟੇਸ਼ਨ 2020-21 ਵਾਲੀ ਚੱਲ ਰਹੀ ਸੀ ਤਾਂ ਮੈਂ ਖੁਦ ਉਹਦੀਆਂ ਕੈਲਕੂਲੇਸ਼ਨਾਂ ਕੀਤੀਆਂ ਸੀ ਕਿ ਇੱਕ ਪੇਪਰ ਵੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੱਡਾ ਲੇਖ ਛਪਿਆ ਹੋਇਆ, ਟੇਬਲ 2 ਵੱਡੇ ਲੱਗੇ ਹੋਏ ਨੇ, ਉਹਦੇ ਵਿੱਚ ਦੱਸਿਆ ਹੋਇਆ ਕਿ ਜੇ 2020-21 ਚ ਵੀ ਇੱਕ ਸਾਲ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਕਣਕ ਝੋਨੇ ਤੇ ਸਵਾਮੀਨਾਥਨ MSP ਵਾਲੇ ਫਾਰਮੂਲੇ ਨਾਲ MSP ਦਿੱਤੀ ਜਾਂਦੀ ਤਾਂ ਪੰਜਾਬ ਦੇ ਕਿਸਾਨਾਂ ਨੂੰ 14,000 ਕਰੋੜ ਰੁਪਈਆ ਇੱਕ ਸਾਲ 'ਚ ਹੋਰ ਮਿਲਣਾ ਸੀ। ਠੀਕ ਹੈ। ਸੋ ਆਪੇ ਤੁਸੀਂ ਹਿਸਾਬ ਲਾ ਲਓ ਕਿ 14,000 ਕਰੋੜ ਰੁਪਈਆ ਜੇ ਪੰਜਾਬ ਦੇ ਕਿਸਾਨਾਂ ਨੂੰ ਮਿਲਦਾ ਹੈ ਤਾਂ ਉਹਨਾਂ ਦੀ ਇੱਕ ਆਰਥਿਕ ਹਾਲਤ ਸੁਧਰਦੀ ਹੈ ਨਾ। ਬਿਲਕੁਲ। ਭਾਵੇਂ ਉਹ ਮਿਲਣਾ ਜ਼ਮੀਨ ਦੀ ਆਪਰੇਸ਼ਨਲ ਹੋਲਡਿੰਗਸ ਦੇ ਮੁਤਾਬਕ ਹੀ ਹੈ ਜਾਂ ਓਨ ਹੋਲਡਿੰਗ, ਕਿ ਜਿੰਨੀ ਵੱਧ ਜ਼ਮੀਨ ਹੈ ਵੱਧ ਫਾਇਦਾ ਹੋਊ, ਜਿੰਨੀ ਘੱਟ ਜ਼ਮੀਨ ਹੈ ਘੱਟ ਫਾਇਦਾ ਹੋਊ, ਪਰ ਸਾਰਿਆਂ ਨੂੰ ਹੋਊਗਾ। ਬਿਲਕੁਲ ਠੀਕ ਹੈ। ਸੋ ਇਸ ਕਰਕੇ ਇੱਕ ਤਾਂ ਮੰਗ ਇਹ ਹੈ, ਜਾਇਜ਼ ਹੈ ਕਿਸਾਨਾਂ ਦੀ। ਦੂਜਾ ਹੈ ਕਿ ਜੇ ਅਸੀਂ ਆਪਣੀ ਪਾਣੀ ਦੀ ਸਮੱਸਿਆ ਪੰਜਾਬ 'ਚ ਹੱਲ ਕਰਨੀ ਹੈ, ਪਾਣੀ ਦੀ ਸਮੱਸਿਆ ਕਰਕੇ ਵੀ ਸਾਡੀ ਕਰਜ਼ਾ ਜਿਹੜਾ ਵੱਧ ਰਿਹਾ, ਜਿਹੜੇ ਕਿਸਾਨ ਨੇ ਟਿਊਬਵੈੱਲ ਲਵਾ ਲਿਆ ਕਰਜ਼ਾ ਚੁੱਕ ਕੇ, ਕਰਜ਼ਾ ਤਾਂ ਵਧੂਗਾ ਹੀ। ਦੂਜੇ ਪਾਸੇ ਜੇ ਕਿਸਾਨ ਨੂੰ ਮਤਲਬ ਤੁਹਾਡੇ ਗੌਰਮੈਂਟ ਹਸਪੀਟਲ ਜਿਹੜੇ ਪ੍ਰੋਪਰ ਕੰਮ ਨਹੀਂ ਕਰ ਰਹੇ, ਜੇ ਉਹਨੇ ਪ੍ਰਾਈਵੇਟ ਸਿਹਤ ਦਾ ਕੋਈ ਵੱਡਾ ਇਲਾਜ ਉਹਨੂੰ ਲੈਣਾ ਪਿਆ ਤਾਂ ਕਿੱਥੋਂ ਉਹ ਪੂਰੇ ਕਰੇ, ਕਰਜ਼ਾ ਚੁੱਕੇਗਾ ਨਾ, ਤੇ ਉਹ ਕਰਜ਼ਾ ਲੱਥਣਾ ਨਹੀਂ। ਜਿਹੜਾ ਤੁਸੀਂ ਗੱਲ ਕਰ ਰਹੇ ਸੀ 1.5 ਏਕੜ 2 ਏਕੜ ਸਮਾਲ ਫਾਰਮਰ ਵਾਲੀ, ਉਹਦੇ ਵਿੱਚ ਜਿੰਨੀਆਂ ਵੀ ਹੁਣ ਤੱਕ ਪੰਜਾਬੀ ਯੂਨੀਵਰਸਿਟੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ PAU ਨੇ ਜੋ ਸਟੱਡੀਜ਼ ਕੀਤੀਆਂ ਨੇ, ਹੁਣ ਤੱਕ ਪੰਜਾਬ 'ਚ ਉਹ ਸਰਕਾਰੀ ਅੰਕੜਿਆਂ ਦੇ ਮੁਤਾਬਕ 16,000 ਕਿਸਾਨ ਤੇ ਕਿਰਤੀ ਜਿਹੜੇ ਨੇ ਉਹ ਮਜ਼ਦੂਰ ਸੁਸਾਈਡ ਕਰ ਚੁੱਕੇ ਨੇ। ਠੀਕ ਹੈ। ਪਰ ਜੇ ਉਹ ਸਟੱਡੀ 2016 ਤੱਕ ਹੈ, ਉਸ ਤੋਂ ਬਾਅਦ ਹੁਣ 24 ਆ ਗਿਆ, ਤੁਸੀਂ 1000 ਵੀ ਲਾ ਲਓ ਤਾਂ ਉਹ ਕਿੰਨਾ ਹੋਰ ਹੋ ਜਾਂਦਾ, ਉਹ ਕੋਈ 22-25,000 ਦੇ ਕਰੀਬ ਪਹੁੰਚ ਜਾਂਦੀ ਫਿਗਰ। ਛੋਟੀ ਜਿਹੀ ਸਟੇਟ 'ਚ ਐਡਾ ਵੱਡਾ ਅੰਕੜਾ ਬਹੁਤ ਵੱਡਾ ਜ਼ਿਆਦਾ। ਠੀਕ ਹੈ ਕਿ ਬੈਰੂ ਸਾਹਿਬ ਕਹਿ ਰਹੇ ਕਿ 7 ਲੱਖ ਹੋ ਗਏ ਹੋਣਗੇ, ਜਾਂ ਪਰ ਇਹਦੇ ਬਾਰੇ ਜਿਹੜੇ NCRB ਦੇ ਹੀ ਅੰਕੜੇ ਸਾਡੇ ਕੋਲ ਹੈ, ਹੋਰ ਹੈ ਨਹੀਂ। ਪੰਜਾਬ ਦੇ ਕਿਸਾਨੀ ਦੇ ਸਿਰ ਹਿੰਦੁਸਤਾਨ ਦੇ ਬਾਕੀ ਸੂਬਿਆਂ ਤੋਂ ਸਭ ਤੋਂ ਵੱਧ ਕਰਜ਼ਾ ਹੈ। 2,95,000 ਕਰੋੜ ਦਾ ਕਰਜ਼ਾ ਹੀ ਹੈ।
ਤੇ ਆ ਜਿਹੜੇ ਤੁਸੀਂ 6 ਫਾਰਮਰ ਸੁਸਾਈਡ ਦੀ ਗੱਲ ਕੀਤੀ, ਜਿਹੜੇ ਮਰੇ ਵਿਚਾਰੇ ਐਜੀਟੇਸ਼ਨ 'ਚ ਸ਼ਹੀਦ ਹੋਏ ਨੇ, ਉਹਨਾਂ ਦੇ ਸਿਰ ਵੀ ਕਰਜ਼ਾ ਬਹੁਤ ਹੈ। ਤੇ ਜਿਹੜੀਆਂ ਇਹ ਸਟੱਡੀਜ਼ ਸੁਸਾਈਡ ਤੇ ਪੰਜਾਬ ਸਟੱਡੀ ਹੋਈਆਂ ਨੇ, ਉਹਦੇ ਵਿੱਚ ਇਹ ਆਇਆ ਕਿ 75% ਤੋਂ ਲੈ ਕੇ 80% ਤੱਕ ਜਿਹੜਾ ਫਾਰਮਰ ਹੈ ਉਹ ਸੁਸਾਈਡ ਕਰਜ਼ੇ ਕਰਕੇ ਕਰ ਰਿਹਾ, ਤੇ ਕਰਜ਼ਾ ਕਰਾਪ ਫੇਲੂਅਰ ਕਰਕੇ ਚੜ ਰਿਹਾ, ਕਰਜ਼ਾ ਜਿਹੜਾ ਉਹ ਤੁਹਾਡਾ ਬਿਮਾਰੀ ਕਰਕੇ ਚੜ ਰਿਹਾ, ਕਰਜ਼ਾ ਲਾਗਤਾਂ ਵਧਣ ਕਰਕੇ ਚੜ ਰਿਹਾ ਹੈਗਾ, ਕਰਜ਼ਾ ਕੁਛ ਠੀਕ ਕਿਸੇ ਹੱਦ ਤੱਕ ਥੋੜ੍ਹਾ ਬਹੁਤਾ ਜਿਹੜੇ ਸੋਸ਼ਲ ਫੰਕਸ਼ਨਸ ਤੇ ਅਸੀਂ ਕਰਜ਼ਾ ਜ਼ਿਆਦਾ ਕਰਦੇ, ਖਰਚਾ ਜ਼ਿਆਦਾ, ਉਹਦੇ ਕਰਕੇ ਵੀ ਚੜ ਰਿਹਾ। ਜਾਂ ਕਈ ਵਾਰੀ ਇਹ ਹੁੰਦਾ ਕਿ ਬੱਚਿਆਂ ਨੂੰ ਹੁਣ ਬਾਹਰ ਭੇਜਣ ਦਾ ਟ੍ਰੈਂਡ ਚੱਲ ਪਿਆ, ਉਹ ਵੀ ਕਰਜ਼ਾ ਲੈ ਕੇ ਜਾਂ ਜ਼ਮੀਨ ਵੇਚ ਕੇ ਭੇਜ ਰਹੇ ਨੇ ਲੋਕ। ਸੋ ਕਰਜ਼ਾ ਪੰਜਾਬ ਦੇ ਵਿੱਚ ਬਹੁਤ, ਕਿਸਾਨੀ ਕਰਜ਼ਾ ਪੰਜਾਬ ਦੇ, ਪਰ ਨਾਲ ਮਜ਼ਦੂਰ ਵੀ ਸੁਸਾਈਡ ਕਰ ਰਹੇ, ਮਜ਼ਦੂਰਾਂ ਸਿਰ ਵੀ ਕਰਜ਼ਾ ਚੜ੍ਹ ਰਿਹਾ। ਪਰ ਦੂਜੇ ਪਾਸੇ ਹਿੰਦੁਸਤਾਨ ਦੇ ਕੁਝ ਸਟੇਟਾਂ ਨੂੰ ਛੱਡ ਕੇ ਜਿੱਥੇ ਲੈਂਡ ਹੋਲਡਿੰਗ, ਆਪਰੇਸ਼ਨਲ ਹੋਲਡਿੰਗ ਬਹੁਤ ਛੋਟੀ ਹੈ ਜੀ, ਕੋਈ 69-70% ਤਾਂ 2.5 ਏਕੜ ਤੋਂ ਥੱਲੇ ਆ, ਹਾਂਜੀ, ਉੱਥੇ ਸੁਸਾਈਡ ਘੱਟ ਹੋ ਰਹੇ ਨੇ। ਸੋ ਇਹ ਵੀ ਇੱਕ ਵਿਸ਼ਾ ਹੈ ਕਿ ਪੰਜਾਬ, ਵਿਦਰਭਾ ਜਾਂ ਮਹਾਰਾਸ਼ਟਰ ਜਾਂ ਹੋਰ ਥਾਵਾਂ ਤੇ ਕਿਉਂ ਹੋ ਰਹੇ। ਪੰਜਾਬ ਦੇ ਵੀ ਸਾਰੇ ਖੇਤਰਾਂ 'ਚ ਇੱਕੋ ਜਿਹੇ ਨਹੀਂ ਹੋ ਰਹੇ ਜੀ, ਦੁਆਬਾ ਤੇ ਮਾਝੇ 'ਚ ਘੱਟ ਹੋ ਰਹੇ ਨੇ, ਮਾਲਵੇ 'ਚ ਜ਼ਿਆਦਾ ਹੋ ਰਹੇ ਨੇ। ਸੋ ਇਹ ਵੱਡਾ ਵਿਸ਼ਾ ਹੈ ਜਿਹੜਾ ਗੱਲ ਕਰਨ ਦੀ ਲੋੜ ਹੈ। ਤੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ ਪਾਣੀ ਦੀ ਸਮੱਸਿਆ ਵੱਧ ਜਾਣੀ ਹੈ, ਜਿਹਨੇ ਟਿਊਬਵੈੱਲ ਲਵਾ ਲਿਆ ਖੇਤੀ ਉਂਝ ਹੀ ਮੁਸ਼ਕਿਲ ਹੋ ਜਾਣੀ ਹੈ। ਤੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਝੋਨੇ ਥੱਲੇ ਰਕਬਾ ਘਟਾਓ, ਪਰ ਉਹਦਾ ਕੋਈ ਨੀਤੀ ਤਾਂ ਦੇ ਨਹੀਂ ਰਹੀ, ਹੱਲ ਕੋਈ ਦੇ ਰਹੀ ਨਹੀਂ, ਆਲਟਰਨੇਟ ਕੋਈ ਦੇ ਨਹੀਂ ਰਹੇ। ਠੀਕ ਹੈ ਨਾ, ਇੱਥੋਂ ਤੱਕ ਕਿ 23 ਫਸਲਾਂ ਤੇ MSP ਵੀ ਨਹੀਂ ਦੇ ਰਹੀ। MSP ਦੇਣ ਤਾਂ ਡਾਇਵਰਸੀਫਿਕੇਸ਼ਨ। ਇੱਕ ਗੱਲ ਜਿਹੜੀ ਹੋਰ ਸਮਝਣ ਵਾਲੀ ਗੱਲ ਹੈ ਕਿ ਆਮ ਤੌਰ ਤੇ ਕਿਸਾਨ ਨੂੰ ਕਿਹਾ ਜਾਂਦਾ ਕਿ ਤੂੰ ਝੋਨੇ ਥੱਲੇ ਏਰੀਆ ਘਟਾ ਜਾਂ ਪੰਜਾਬ ਸੇ, ਉਹ ਕਿਉਂ ਕਰੇ ਬਈ, ਕਿਵੇਂ ਕਰ ਸਕਦਾ ਉਹ ਰੈਸ਼ਨਲ ਹੈ, ਉਹਨੂੰ ਪਤਾ ਹੈ ਕਿ ਕਣਕ ਝੋਨੇ ਦੀ ਖੇਤੀ ਤੋਂ ਹੋਰ ਕੋਈ ਖੇਤੀ ਇਹੋ ਜਿਹੀ ਨਹੀਂ ਜਿਹੜੀ ਉਹਨੂੰ ਕੋਈ ਵੱਧ ਆਮਦਨ ਦੇ ਸਕਦੀ ਹੈ। ਤੁਸੀਂ ਉਹਨੂੰ ਵੱਧ ਆਮਦਨ ਦੇਣ ਵਾਲੇ ਵੀ ਜਿਹੜਾ ਫਸਲ ਦਿਓ ਤਾਂ ਉਹ ਕਰ ਲੇਗਾ। ਪਰ ਇਸ ਤਰ੍ਹਾਂ ਨਹੀਂ ਕਿ ਤੁਸੀਂ ਬਿਨ ਸਰਮਨ ਹੀ ਕਰ ਲਓ, ਜਾਂ ਹੁਣ ਆ 4 ਫਸਲਾਂ 5 ਤੇ ਤੁਸੀਂ ਕਹਿਤਾ ਕਿ ਅਸੀਂ 5 ਸਾਲ ਲਈ ਖਰੀਦ ਲਵਾਂਗੇ, ਉਹਨਾਂ ਤੇ MSP ਤਾਂ ਪਹਿਲਾਂ ਵੀ ਹੈਗੀ ਹੈ। ਪਹਿਲਾਂ ਮਸਲਾ ਤੇ ਗਰੰਟਡ ਕਰਨ ਦਾ ਨਾ, ਲੀਗਲ ਗਰੰਟਡ। ਅਗਲਾ ਤੇ ਮਸਲਾ ਇਹ ਹੈ ਕਿ ਉਹ ਤੇ ਖਰੀਦੀ ਜਾਵੇ। ਹੁਣ 5 ਸਾਲ ਫਰਜ਼ ਕਰੋ ਇਹ ਖਰੀਦ ਵੀ ਲੈਣਗੇ, ਕਿਸਾਨ ਮੰਨ ਜਾਂਦੇ ਨੇ, ਤੇ 5 ਸਾਲਾਂ ਬਾਅਦ ਫਿਰ ਕਿਸਾਨ ਕੀ ਕਰਨਗੇ? ਫਿਰ ਕਿ ਉਹ ਦੁਬਾਰਾ ਉਸੇ ਢਾਂਚੇ 'ਚ ਉਸੇ ਸਰਕਲ 'ਚ ਆਉਣਗੇ ਨਾ, ਉਹ ਬਹੁਤ ਵੱਡੇ ਨੇ। ਤੇ ਮੈਂ ਸੰਜੀਦਾ ਯਤਨ ਕੋਈ ਹੋ ਨਹੀਂ ਰਹੇ। ਮੈਂ ਸਰਹੱਦ ਵਾਲੇ ਮਸਲੇ ਤੇ ਆਉਣਾ ਚਾਹੁੰਦਾ, ਪਰ ਉਸ ਤੋਂ ਪਹਿਲਾਂ ਇੱਕ ਪੋਜੀਸ਼ਨ ਹੋਰ ਸਮਝਣ ਦੀ ਜ਼ਰੂਰਤ ਹੈ ਤੁਹਾਡੇ ਕੋਲੋਂ। ਹਾਂ, ਤੁਸੀਂ ਇੱਕ ਸਵਾਲ ਕੀਤਾ ਸੀਗਾ ਕਿ ਤੁਸੀਂ ਕੀ ਵੇਖਦੇ ਹੋ। ਮੇਰੇ ਹਿਸਾਬ ਨਾਲ ਕਿਸਾਨੀ ਸੰਕਟ ਦਾ ਹੱਲ ਇਕੱਲਾ ਖੇਤੀ 'ਚ ਨਹੀਂ ਹੋ ਸਕਦਾ। ਖੇਤੀ ਦੇ ਨਾਲ ਕਿਸਾਨੀ ਤੋਂ ਜਿਹੜੀ ਸਾਡੀ ਲੇਬਰ, ਕਿਸਾਨ ਤੇ ਕਿਰਤੀ ਵਿਹਲੇ ਹੋ ਰਹੇ ਨੇ, ਜਾਂ ਉਹਨਾਂ ਨੂੰ ਪਾਰਟ ਟਾਈਮ ਕੰਮ ਦਿਓ, ਜਾਂ ਤੁਹਾਡੇ ਜਿਹੜੇ ਪ੍ਰੋਸੈਸਿੰਗ ਕਰਕੇ ਉਹਨਾਂ ਨੂੰ ਸਾਡੇ ਬੱਚੇ ਉਹ ਕੰਮ ਕਰਨ, ਜਾਂ ਕੋਆਪਰੇਟਿਵਸ ਬਣਾ ਕੇ ਕੰਮ ਕਰੋ, ਮਸ਼ੀਨਰੀ ਵੀ ਘਟਾਓ ਇਸ ਕਿਸਮ ਦੇ, ਜਾਂ ਪੇਂਡੂ ਖੇਤਰ ਦੇ ਵਿੱਚ, ਗੈਰ ਖੇਤੀ ਖੇਤਰ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਦਿਓ ਤਾਂ ਕਿ ਉਹਨਾਂ ਦੀ ਆਮਦਨ ਖੇਤੀ ਦੇ ਨਾਲ ਸਪਲੀਮੈਂਟ ਹੋ ਜੀ। ਮੈਂ ਇਸੇ ਦਾ ਸਪਲੀਮੈਂਟਰੀ ਤਾਂ ਹੀ ਮੈਂ ਵਿੱਚ ਪਾ ਰਿਹਾ ਸੀ, ਮੈਨੂੰ ਸੀ ਵੀ ਉਸ ਦਾ ਫਿਰ ਤੁਸੀਂ ਵਿਸਥਾਰ ਨਾਲ ਜਵਾਬ ਦੇ ਦਿਓ। ਜਦੋਂ ਪੰਜਾਬ ਵਰਸਸ ਸੈਂਟਰ ਆਪਾਂ ਗੱਲ ਕਰ ਰਹੇ ਹੁੰਦੇ ਆ ਤਾਂ ਅਸੀਂ ਕਹਿੰਦੇ ਕਿ ਸੈਂਟਰ ਦੀ ਨੀਤੀਆਂ ਦੇ ਕਰਕੇ ਪੰਜਾਬ ਦਾ ਉਜਾੜਾ ਹੋਇਆ, ਤੇ ਇਸ ਤੋਂ ਕੋਈ ਵੀ ਮੁਨਕਰ ਨਹੀਂ ਹੈ, ਕੋਈ ਵੀ ਮੁੱਕਰਦਾ ਨਹੀਂ ਹੈ, ਇਹ ਸੱਚ ਹੈ। ਪਰ ਉਸ ਦੇ ਨਾਲੋਂ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਪੰਜਾਬ ਦੀ ਜਿਹੜੀ ਖੁਦ ਦੀ ਸਟੇਟ ਗਵਰਨਮੈਂਟ ਹੈ, ਉਹਦਾ ਵੀ ਕੋਈ ਉਸ ਤਰ੍ਹਾਂ ਦੀ ਐਗਰੀਰੀਅਨ ਪਾਲਿਸੀ ਕਦੀ ਨਜ਼ਰ ਨਹੀਂ ਆਈ ਜਿਸ ਦੇ ਵਿੱਚ ਲੱਗਿਆ ਹੋਵੇ ਵੀ ਉਹਨਾਂ ਕੋਲ ਇੱਕ ਵਿਜ਼ਨ ਹੈ। ਮੈਂ ਕੰਪੈਰੀਟਿਵਲੀ ਜੇ ਗੱਲ ਕਰਾਂ, ਜਦੋਂ ਅਮੁਲ ਦੀ ਅਸੀਂ ਹਿਸਟਰੀ ਪੜ੍ਹਦੇ ਹਾਂ, ਹੁਣੇ ਉਹਦਾ 75 ਸਾਲ ਮਨਾ ਕੇ ਹਟੇ ਆ, ਅਮੁਲ ਦੀ ਜਿਹੜੀ ਤਰੱਕੀ ਹੈ ਉਸ ਦੇ ਸਾਹਮਣੇ ਵੇਰਕਾ ਦੀ ਕਹਾਣੀ, ਸਕਸੈਸ ਸਟੋਰੀ ਸਾਡੇ ਕੋਲ ਉਸ ਤਰ੍ਹਾਂ ਦੀ ਨਹੀਂ ਹੈ। ਦੂਸਰਾ, ਜਦੋਂ ਅਸੀਂ ਪੂਰੇ ਉਸ ਦੇ ਵਿੱਚ ਢਾਂਚੇ 'ਚ ਵੇਖਦੇ ਹਾਂ ਕਿ ਬਹੁਤ ਸਾਰੀਆਂ ਸਹੂਲਤਾਂ ਨੇ, ਉਸ ਦੀ ਜ਼ਰੂਰਤ ਵੀ ਹੈ, ਫੂਡ ਸਿਕਿਉਰਿਟੀ ਦੇ ਦਾਇਰੇ ਦੇ ਵਿੱਚ ਵੀ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਇੱਕ ਇਹ ਵਾਅਦਾ ਸੀ ਕਿ ਮੈਂ ਕਰਜ਼ੇ ਮਾफ़ ਕਰਾਂਗਾ, ਉਸ ਦੇ ਵਿੱਚ ਉਹਨਾਂ ਨੇ ਸਾਰੇ ਕਰਜ਼ੇ ਹੀ ਪਾ ਦਿੱਤੇ ਸੀ, ਚਾਹੇ ਉਹ ਆੜ੍ਹਤੀਆਂ ਦਾ ਹੈ, ਚਾਹੇ ਨਿੱਜੀ ਹੈ, ਚਾਹੇ ਕੁਛ ਹੈ। ਮਤਲਬ ਕਿਤੇ ਨਾ ਕਿਤੇ ਇਹ ਵੀ ਸੋਚਣ ਵਾਲਾ ਵਿਸ਼ਾ ਕਿ ਇੱਕ ਚੀਫ ਨੇ ਸਟੇਟ ਦੀ ਤਗੜੀ ਕਮਿਟਮੈਂਟ ਕਿਸ ਬੇਸ 'ਤੇ ਕਰ ਰਿਹਾ ਸੀ।
ਉਹੀ ਕਮਿਟਮੈਂਟ ਅਕਾਲੀ ਗਵਰਨਮੈਂਟ ਵੀ ਕਰ ਰਹੀ ਹੈ। ਮੇਰੇ ਯਾਦ ਹੈ ਕਿ ਕਿਸਾਨ ਭਵਨ ਦੇ ਵਿੱਚ ਤੁਸੀਂ ਹੀ ਆਈ ਥਿੰਕ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਇਹ ਕਹਿ ਦਿੱਤਾ ਸੀ ਵੀ ਮੈਂ ਦੀ ਗੱਲ ਹੈ, ਹਾਂ ਵੀ ਮੈਂ ਗੱਲ ਤੇ ਤੁਹਾਨੂੰ ਕਹਿ ਦੂੰਗਾ ਪਰ ਤੁਹਾਨੂੰ ਇਹ ਸੋਹਣੀ ਨਹੀਂ ਲੱਗਣੀ। ਤੇ ਯਾਨੀ ਕਿ ਅਕਾਲੀ ਗਵਰਨਮੈਂਟ ਦੀ ਪੋਜੀਸ਼ਨ ਵੀ ਤੁਹਾਨੂੰ ਪਤਾ ਹੈ, ਕਾਂਗਰਸ ਗਵਰਨਮੈਂਟ ਦੀ ਪੋਜੀਸ਼ਨ ਵੀ ਪਤਾ ਹੈ ਤੇ ਹੁਣ ਦੀ ਆਮ ਆਦਮੀ ਪਾਰਟੀ ਗਵਰਨਮੈਂਟ ਦੀ ਪੋਜੀਸ਼ਨ ਵੀ ਪਤਾ ਹੈ। ਜੋ ਜੇ ਫਾਰ ਐਗਜ਼ਾਮਪਲ MSP ਨੂੰ ਵੀ ਵਿੱਚ ਇਨਕਲੂਡ ਕਰ ਲਈਏ, ਹਰ ਚੋਣ ਮੈਨੀਫੈਸਟੋ ਦੇ ਅੰਦਰ MSP ਸ਼ਾਮਲ ਹੈ। ਜੇ MSP ਪ੍ਰੈਕਟੀਕਲੀ ਪੋਸੀਬਲ ਨਹੀਂ ਹੈ, ਜਿਵੇਂ ਕਿ ਬਹੁਤ ਸਾਰੇ ਮਾਹਰ ਕਹਿ ਰਹੇ ਨੇ ਕਿ ਇਸ ਦੇ ਨਾਲ ਕਿਸੇ ਮਸਲੇ ਦਾ ਹੱਲ ਵੀ ਨਹੀਂ ਹੋਣਾ, ਸੈਂਟਰ ਤੇ ਸਟੇਟ ਦੀ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ MSP ਹੱਲ ਨਹੀਂ ਹੈ। ਹਾਂ, ਇਹ ਕਹਿ ਸਕਦੇ ਹਾਂ ਕਿ MSP ਨਾ ਤੇ ਕੱਲੀ ਸੰਕਟ ਦਾ ਕਾਰਨ ਹੈ, ਨਾ ਕੱਲੀ ਨਾਲ ਹੱਲ ਹੋ ਸਕਦਾ ਹੈ, ਪਰ MSP ਵਾਜਿਬ ਕੀਮਤ ਜਿਹੜੀ ਮਿਲਣੀ ਚਾਹੀਦੀ ਕਿਸਾਨ ਨੂੰ, ਇੱਕ ਤਾਂ ਇਹ ਹੈ। ਦੂਸਰਾ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਸੈਂਟਰ ਦੀਆਂ ਨੀਤੀਆਂ ਕਰਕੇ, ਇਹ ਬਿਲਕੁਲ ਸਹੀ ਹੈ ਕਿ ਸੈਂਟਰ ਦੀਆਂ ਨੀਤੀਆਂ ਕਰਕੇ ਹੀ ਝੋਨਾ ਪੰਜਾਬ ਦੇ ਵਿੱਚ ਪ੍ਰਫੁੱਲਤ ਹੋਇਆ। ਦੇਸ਼ ਦੀ ਲੋੜ ਸੀਗੀ, PL 480 ਤੋਂ ਖੜਾ ਛਡਾਉਣਾ ਸੀਗਾ, ਦੇਸ਼ ਦੀ ਅਨਾਜ ਦੀ ਸੁਰੱਖਿਆ ਚਾਹੀਦੀ ਸੀ, ਤੇ ਸਭ ਸਹੂਲਤਾਂ ਪੰਜਾਬ ਨੂੰ, ਹਰਿਆਣੇ ਨੂੰ, ਵੈਸਟਰਨ ਯੂਪੀ ਨੂੰ ਦਿੱਤੀਆਂ ਗਈਆਂ। ਕਿਸਾਨਾਂ ਨੇ ਆਪਣਾ, ਕਿਉਂਕਿ ਸ਼ੋਰ ਸੀ ਇਨਕਮ, ਤੇ ਕਿਸਾਨਾਂ ਨੇ ਹਾਮੀ ਭਰੀ। ਤੇ ਹੁਣ 1970 ਦੇ ਵਿੱਚ 9% ਸਾਡਾ ਏਰੀਆ ਝੋਨੇ ਥੱਲੇ ਸੀ, ਹੁਣ 75% ਹੈ। ਟਿਊਬਵੈਲ ਸਾਡੇ ਕੋਲ ਉਦੋਂ 2 ਲੱਖ ਸੀ, ਹੁਣ 14.5 ਲੱਖ। ਵਾਟਰ ਟੇਬਲ ਸਾਡਾ ਜਿਹੜਾ ਉਹ ਬਹੁਤ ਸੀਰੀਅਸਲੀ ਇਫੈਕਟ ਹੋਇਆ। ਹਾਂਜੀ, 133 ਬਲੋਕ ਡਾਰਕ ਤੇ ਆਉਣ ਵਾਲੇ 15-20 ਸਾਲਾਂ ਤੱਕ ਪਾਣੀ ਦਾ ਬਹੁਤ ਡੂੰਘਾ ਸੰਕਟ ਆਉਣ ਵਾਲਾ ਹੋ ਗਿਆ। ਸੋ ਖੇਤੀ ਸੰਕਟ ਤੇ ਆਰਥਿਕਤਾ ਦਾ, ਸਮੁੱਚੀ ਆਰਥਿਕਤਾ ਪੰਜਾਬ ਦਾ ਸੰਕਟ ਵਧਣ ਜਾ ਰਿਹਾ ਹੈ, ਪਰ ਉਹਦੇ ਬਰਾਬਰ ਦੇ ਯਤਨ ਅਸੀਂ ਨਹੀਂ ਕਰ ਰਹੇ। ਪਹਿਲਾਂ ਵੀ ਅਸੀਂ ਉਦੋਂ ਨਹੀਂ ਸੋਚਿਆ ਕਿ ਖੇਤੀ ਤੋਂ ਜੋ ਹੁਲਾਰਾ ਮਿਲ ਰਿਹਾ ਉਹਨੂੰ ਕਿਤੇ ਹੋਰ ਦੂਜੇ ਖੇਤਰਾਂ 'ਚ ਕਰ ਸਕੀਏ, ਤੇ ਹੁਣ ਵੀ ਨਹੀਂ ਸੋਚ ਰਹੇ। ਦੂਜੀ ਗੱਲ ਜਿਹੜੀ ਹੈ ਕਿ ਕੇਂਦਰ ਦੀਆਂ ਨੀਤੀਆਂ ਦੇ ਨਾਲ ਨਾਲ ਉਹ ਠੀਕ ਹੈ ਕਿ ਸਾਡੀ ਇੱਕ ਜਿਵੇਂ ਹੁਣ ਕੇਂਦਰ ਨੇ ਇੰਡਸਟਰੀ ਪਾਲਿਸੀ ਦੇ ਬਿਨਾਂ ਕੋਈ ਗੁਆਂਢੀ ਰਾਜ ਜਿਹੜੇ ਨੇ ਉਹ ਸਪੈਸ਼ਲ ਕੈਟਾਗਰੀ ਸਟੇਟਸ, ਉਹਨਾਂ ਨੂੰ ਸਹੂਲਤਾਂ ਦਿੱਤੀਆਂ। ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹਨੂੰ ਧੱਕਾ ਲੱਗਿਆ। ਮਾਹਰ ਇਹ ਵੀ ਇਲਜ਼ਾਮ ਲਗਾਉਂਦੇ ਨੇ ਕਿ ਜਿੰਨੀ ਵੀ ਹਿੰਦੀ ਬੈਲਟ ਹੈ, ਯੂਪੀ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਵੀ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਪੂਰੇ ਦੇਸ਼ ਦੀ ਪਾਲਿਸੀਆਂ ਬਣਦੀਆਂ ਆ ਰਹੀਆਂ ਨੇ। ਦੇਖੋ, ਇਹ ਤਾਂ ਪੋਲੀਟਿਕਸ ਆ ਨਾ, ਕਿ ਉੱਥੋਂ ਹੁਣ ਜੇ 200 ਸੀਟ MP ਉੱਥੋਂ ਆਣੀ ਆ ਤਾਂ ਉਹ ਕਰਨਗੇ। ਪਲੱਸ ਨਾਨ ਸਪੈਸ਼ਲ ਕੈਟਾਗਰੀ ਸਟੇਟਸ ਜਿਹੜੀਆਂ ਨੇ, ਜਿਵੇਂ JNK ਹੈ, ਹਿਮਾਚਲ ਹੈ, ਹੋਰ ਨਾਰਥ ਈਸਟ ਹੈ, ਉਹਨਾਂ ਨੂੰ ਜਿਹੜੀ ਸਹੂਲਤਾਂ ਦੇ ਰਹੀਆਂ। ਹੁਣ ਖਾਸ ਕਰਕੇ ਜਿਹੜੀ ਹਿਮਾਚਲ ਜਾਂ JNK ਸਹੂਲਤਾਂ ਉਹ ਸਾਡੀ ਕਾਸਟ 'ਤੇ ਜਾ ਰਹੀਆਂ ਨੇ, ਪਰ ਸਾਡਾ ਜਿਹੜਾ ਮੁੱਖ ਕੰਮ ਹੈ ਨਾ ਸਟੇਟ ਦਾ, ਕਿ ਸਟੇਟ ਦਾ, ਅਸੀਂ ਸਟੇਟ ਵੀ ਉਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ। ਜਿਹੜਾ ਤੁਸੀਂ ਆਪਣੇ ਬਾਦਲ ਸਾਹਿਬ ਵੇਲੇ ਦੀ ਗੱਲ ਕੀਤੀ ਹੈ, 2007 ਦੇ ਵਿੱਚ ਉੱਥੇ ਬੜਾ ਫਾਰਮਰਸ ਨੇ ਕਿਸਾਨ ਭਵਨ 'ਚ ਇਕੱਠ ਕੀਤਾ ਸੀਗਾ। ਮੇਰਾ ਕੀ ਨੋਟ ਐਡਰੈਸ ਸੀ, ਬਾਦਲ ਸਾਹਿਬ ਚੀਫ ਮਿਨਿਸਟਰ, ਹੋਰ ਮੰਤਰੀ ਬੈਠੇ। ਮੈਂ ਉੱਥੇ ਇਹੀ ਕਿਹਾ ਸੀ ਕਿ ਤੁਸੀਂ ਕਹਿੰਦੇ ਹੋ ਕਿ ਸਾਨੂੰ ਕੇਂਦਰ ਸਰਕਾਰ ਸੁਇਸਾਈਡ ਦੇ ਰੂਪ 'ਚ ਸਾਨੂੰ ਮਦਦ ਨਹੀਂ ਕੀਤੀ, ਕਿਉਂਕਿ ਉਹਨਾਂ ਦਿਨਾਂ 'ਚ ਨਾ 25,000 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਸੁਇਸਾਈਡ ਜਿਹੜੇ ਸਟੇਟਾਂ 'ਚ ਹੋਇਆ ਸੀ ਫਾਰਮਰਸ ਦਾ, ਉਹਨਾਂ ਨੂੰ ਦਿੱਤਾ ਸੀ। ਠੀਕ ਹੈ। ਤੇ ਇਹ ਤੁਸੀਂ ਕਹਿੰਦੇ ਹੋ ਸਾਨੂੰ ਮਦਦ ਨਹੀਂ। ਮੈਂ ਕਿਹਾ ਤੁਸੀਂ ਤਾਂ ਡੇਟਾ ਹੀ ਨਹੀਂ ਪੂਰਾ ਭੇਜਦੇ। ਤੁਹਾਡੇ ਤੋਂ ਪਹਿਲੀ ਸਰਕਾਰ ਜਿਹੜੀ ਸੀ ਕਾਂਗਰਸ ਦੇ, ਉਹਨਾਂ ਕਿਹਾ ਕਿ ਸਾਡੇ ਸੁਇਸਾਈਡ ਕੀ ਹੋਇਆ ਹੀ ਕੋਈ ਨਹੀਂ। ਤੇ ਜਦੋਂ ਤੁਹਾਡੀ ਸਰਕਾਰ ਬਣੀ, ਤੁਸੀਂ ਆਪਣੇ DCਆਂ ਰਾਹੀਂ ਤੇ ਆਪਣੇ ਤਹਿਸੀਲਦਾਰਾਂ, ਪਟਵਾਰੀਆਂ ਰਾਹੀਂ ਅੰਕੜੇ ਦੇ ਦਿੱਤੇ ਕਿ 26 ਜਾਂ 32 ਦੇ ਸੁਇਸਾਈਡ ਹੈ। ਮੈਂ ਕਿਹਾ ਇਸ ਨਾਲ ਨਹੀਂ ਮਿਲਣੀ। ਤੁਸੀਂ ਮੇਰੇ ਕੋਲ ਉਸ ਵੇਲੇ ਜਿਹੜੇ BKU ਵਾਲੇ ਦੇ ਵੱਖ-ਵੱਖ ਜਥੇਬੰਦੀਆਂ ਸੀ ਜਿੰਨੀ, ਉਹਨਾਂ ਨੇ ਇੱਕ ਆਪਣੇ ਲੈਵਲ ਤੇ ਡੇਟਾ ਕਲੈਕਟ ਕੀਤਾ ਸੀ। ਉਹ 2500 ਦੇ ਕਰੀਬ ਸੁਇਸਾਈਡ ਦੀ ਲਿਸਟ ਬਣਾਈ ਬੈਠੇ ਸੀ। ਮੈਂ ਤੁਹਾਡੇ 32 ਹੈ, ਤੁਸੀਂ ਇਹ ਲਿਸਟ ਭੇਜੀ ਹੁੰਦੀ ਤੇ ਤੁਹਾਨੂੰ ਜ਼ਰੂਰ ਮਦਦ ਮਿਲਦੀ। ਠੀਕ ਹੈ ਨਾ। ਇਸੇ ਤਰ੍ਹਾਂ ਜਿਹੜਾ ਹੁਣ ਖੇਤੀ ਨੀਤੀ ਹੈ, ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਖੇਤੀ ਜਿਹੜੇ ਆ ਉਹ ਸਟੇਟ ਦਾ ਸਬਜੈਕਟ ਹੈ, ਦੂਜੇ ਪਾਸੇ ਅਸੀਂ ਖੇਤੀ ਨੀਤੀ ਕਿਉਂ ਨਹੀਂ ਬਣਾਈ ਹੁਣ ਤੱਕ? ਇਹ ਤਾਂ ਸਵਾਲ ਪੁੱਛਣਾ ਬਣਦਾ ਨਾ, ਕਿ ਨਾ ਬਾਦਲ ਸਾਹਿਬ ਵੇਲੇ ਬਣੀ, ਨਾ ਕੈਪਟਨ ਸਾਹਿਬ ਵੇਲੇ ਬਣੀ, ਨਾ ਹੁਣ ਬਣੀ ਹੈ। 2013 ਦੇ ਵਿੱਚ ਆਪਣਾ ਜਿਹੜਾ ਉਦੋਂ ਉਸ ਵੇਲੇ ਦੇ ਕਾਲਕਟ ਸਾਹਿਬ ਚੇਅਰਮੈਨ ਸੀਗੇ ਕਮਿਸ਼ਨ ਦੇ, ਫਾਰਮਰਸ ਕਮਿਸ਼ਨ, ਉਹਨਾਂ ਨੇ ਇੱਕ ਡਰਾਫਟ ਦਿੱਤਾ, ਸਾਨੂੰ ਵੀ ਉਹਦੇ ਵਿੱਚ ਡਿਸਕਸ਼ਨ ਲਈ ਇਨਵੋਲਵ ਕੀਤਾ।
ਸਾਡੇ ਤੋਂ ਸੁਝਾਅ ਵੀ ਮੰਗੇ ਮਾਹਿਰਾਂ ਤੋਂ, ਹੋਰਾਂ ਤੋਂ ਵੀ, ਪਰ ਉਹ ਮੁੜ ਕੇ ਡਰਾਫਟ ਦਾ ਡਰਾਫਟ ਹੀ ਰਹਿ ਗਿਆ। 2018 ਦੇ ਵਿੱਚ ਜਦੋਂ ਅਜੇਵੀਰ ਜਾਖੜ ਚੇਅਰਮੈਨ ਸੀ ਜੀ, ਤਾਂ ਉਹਨਾਂ ਨੇ ਵੀ ਇੱਕ ਡਰਾਫਟ ਤਿਆਰ ਕੀਤਾ, ਡਿਸਕਸ਼ਨ ਵੀ ਹੋਈ, ਫਿਰ ਡਰਾਫਟ ਦਾ ਡਰਾਫਟ ਰਹਿ ਗਿਆ। ਇਹ ਸਰਕਾਰ ਜਦੋਂ ਆਈ ਤਾਂ ਮੇਰੇ ਯਾਦ ਆ ਦਸੰਬਰ 2022 ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਮਾਰਚ 23 ਤੱਕ ਖੇਤੀ ਨੀਤੀ ਦੇ ਦਿਆਂਗੇ ਜੀ। ਮਾਰਚ ਦਾ ਦੁਬਾਰਾ 24 ਦੀ ਵੀ ਆ ਗਈ, ਪਰ ਖੇਤੀ ਨੀਤੀ ਅਜੇ ਨਹੀਂ ਆਈ। ਦੂਜੇ ਪਾਸੇ ਖੇਤੀ ਨੀਤੀ ਜਿਹੜੀ ਹੈ, ਉਹਦੀ ਖੇਤੀ ਨੀਤੀ ਬਣਾਉਣ ਲਈ ਇੱਕ ਮਾਹਿਰਾਂ ਦੀ ਵੱਡੀ ਕਮੇਟੀ ਬਣਾਈ, ਜਿਹਦੇ ਵਿੱਚ ਆਪਣਾ ਫਾਰਮਰਸ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਵੀ ਹੈ, ਡਾਕਟਰ ਸੁੱਚਾ ਸਿੰਘ ਗਿੱਲ PAU ਦੇ ਵਾਈਸ ਚਾਂਸਲਰ, ਹੋਰ ਇੱਦਾਂ ਦੇ ਬੜੇ ਮਤਲਬ ਅਹਿਮ ਜਿਹੜੇ ਗਿਆਨ ਰੱਖਣ ਵਾਲੇ ਲੋਕ ਨੇ ਜੀ। ਤੇ ਉਹ ਕਹਿੰਦੇ ਨੇ ਕਿ ਅਸੀਂ ਖੇਤੀ ਨੀਤੀ ਬਣਾ ਕੇ ਪੰਜਾਬ ਸਰਕਾਰ ਨੂੰ ਅਕਤੂਬਰ 'ਚ ਦੇ ਦਿੱਤੀ ਸੀ, ਅਕਤੂਬਰ 2023 'ਚ। ਓਕੇ। ਅਕਤੂਬਰ 2023 ਤੋਂ ਲੈ ਕੇ ਹੁਣ ਤੱਕ ਵੀ 4.5 ਮਹੀਨੇ ਹੋ ਗਏ ਨੇ, 4 ਮਹੀਨੇ ਤੋਂ ਉੱਪਰ ਸਮਾਂ ਹੋ ਗਏ। ਹੁਣ ਤੱਕ ਸਰਕਾਰ ਨੇ ਉਸ ਨੂੰ ਬਾਹਰ ਨੀਤੀ ਦੇ ਤੌਰ ਤੇ ਕਿਉਂ ਨਹੀਂ ਕੱਢਿਆ? ਉਲਟਾ ਇੱਕ ਹੋਰ ਕੰਮ ਕਰ ਦਿੱਤਾ ਕਿ ਬੋਸਟਨ ਕੰਸਲਟੈਂਸੀ ਗਰੁੱਪ ਹੈ ਜਿਹੜਾ, ਉਸ ਨੂੰ ਇਨਵੋਲਵ ਕੀਤਾ ਕਿ ਸਾਨੂੰ ਦੱਸੋ ਕਿ ਅਸੀਂ ਕ੍ਰੌਪ ਡਾਇਵਰਸਿਫਿਕੇਸ਼ਨ ਕਿਵੇਂ ਕਰ ਸਕਦੇ ਹਾਂ, ਓਕੇ, ਫਸਲੀ ਵਿਭਿੰਨਤਾ ਕਿਵੇਂ ਲਿਆ ਸਕਦੇ। ਹੁਣ ਇੱਥੇ ਪੁੱਛਣ ਵਾਲੀ ਗੱਲ ਇਹ ਹੈ ਸਰਕਾਰ ਨੂੰ ਕਿ ਜਦੋਂ ਤੁਸੀਂ ਇੱਕ ਖੇਤੀ ਨੀਤੀ ਬਣਾ ਲਈ, ਹਾਈ ਪਾਵਰਡ ਮਾਹਿਰਾਂ ਨੇ ਬਣਾ ਕੇ ਤੁਹਾਨੂੰ ਦੇ ਦਿੱਤੀ ਹੈ, ਜਿਹਦੇ ਵਿੱਚ ਤੇ ਤੁਸੀਂ ਉਹ ਬੋਸਟਨ ਕੰਸਲਟੈਂਸੀ ਗਰੁੱਪ ਨੂੰ ਕਿਉਂ ਪੁੱਛ ਰਹੇ ਹੋ? ਨਾਲੇ ਉਹਨਾਂ ਨੂੰ ਕੀ ਪਤਾ ਉੱਥੇ ਅਮਰੀਕਾ ਬੈਠਿਆਂ ਨੂੰ, ਜਾਂ ਇੱਥੇ ਵੀ ਇਹਨਾਂ ਦੇ ਕੋਈ ਨੁਮਾਇੰਦੇ ਬੈਠੇ, ਉਹਨਾਂ ਨੂੰ ਕੀ ਪਤਾ ਕਿ ਪੰਜਾਬ 'ਚ ਫਸਲੀ ਵਿਭਿੰਨਤਾ ਕਿਵੇਂ ਹੋ ਸਕਦੀ? ਤੁਸੀਂ ਉਹ ਕਮੇਟੀ ਨੂੰ ਕਿਉਂ ਨਹੀਂ ਪੁੱਛਦੇ? ਜਿਹੜੀ ਕਮੇਟੀ ਨੇ ਤੁਹਾਨੂੰ ਰਿਪੋਰਟ ਵੀ ਦੇ ਦਿੱਤੀ ਆ, ਉਹਦਾ ਕੰਮ ਹੀ ਇਹ ਆ, ਰੈਫਰੈਂਸ ਇੱਕ ਇਹ ਹੈ ਕਿ ਫਸਲੀ ਵਿਭਿੰਨਤਾ ਕਿਵੇਂ ਲਿਆਉਣੀ, ਪਾਣੀ ਨੂੰ ਕਿਵੇਂ ਬਚਾਉਣਾ, ਖੇਤੀ 'ਚ ਆਮਦਨ ਕਿਵੇਂ ਵਧਾਉਣੀ, ਤੇ ਤੁਸੀਂ ਉਹਨਾਂ ਨੂੰ ਚੱਕ ਕੇ ਡਾਲਰਾਂ 'ਚ ਭੁਗਤਾਨ ਕਰਕੇ ਉਹਨਾਂ ਨੂੰ ਪੁੱਛ ਰਹੇ ਹੋ ਹੈ। ਇਹ ਇੱਕ ਤੁਹਾਨੂੰ ਸਰਕਾਰ ਦੀ ਵਿੱਚ ਜਿਹੜੀ ਹੈ ਉਹਦੀ ਨੀਤੀ ਬਾਰੇ ਤੇ ਨੀਅਤ ਬਾਰੇ ਵੀ ਦੱਸਦੀ ਹੈ ਜੀ। ਠੀਕ ਹੈ। ਸੋ ਮੇਰਾ ਮੰਨਣਾ ਇਹ ਹੈ ਕਿ ਜਿੱਥੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ, ਉਹਦਾ ਇੱਕ ਵੱਖਰਾ ਹੈ ਕਿ ਕੱਲਾ ਕੇਂਦਰ ਨੂੰ ਕੋਸ਼ ਕੇ ਕ੍ਰਿਟਿਸਾਈਜ਼ ਕਰਕੇ ਗੱਲ ਨਹੀਂ ਬਣਨੀ। ਜਿੱਥੇ ਉਹ ਕੇਂਦਰ ਗਲਤ ਹੈ ਜ਼ਰੂਰ ਕਹਿਣਾ ਚਾਹੀਦਾ, ਕੇਂਦਰ ਮਸਲੇ ਵੀ ਉਠਾਉਣੇ ਚਾਹੀਦੇ ਆ, ਪਰ ਜਿੱਥੇ ਤੁਸੀਂ ਖੁਦ ਕਰ ਸਕਦੇ ਹੋ ਉਹ ਕਿਉਂ ਨਹੀਂ ਕਰ ਰਹੇ? ਉਹ ਇੱਕ ਹੁਣ ਫਾਰ ਐਗਜ਼ਾਮਪਲ ਰਿਸੋਰਸ ਮੋਬਿਲਾਈਜੇਸ਼ਨ ਦਾ ਕੰਮ ਹੈ, ਤੁਸੀਂ ਬਹੁਤ ਸਾਰੀਆਂ ਮੁਫਤ ਸਹੂਲਤਾਂ ਜਿਹੜੀਆਂ ਨੇ ਬਿਨਾਂ ਮੰਗੇ ਅਨਾਉਂਸ ਕਰੀ ਜਾਂਦੇ ਹੋ। ਦੁਨੀਆ 'ਚ ਕਦੇ ਕੋਈ ਜਿਹੜੀ ਹੈ ਸਰਕਾਰ ਜਾਂ ਸੂਬਾ ਕਦੀ ਨਹੀਂ ਚੱਲਿਆ ਜਿੱਥੇ ਸਾਰਾ ਕੁਝ ਤੁਸੀਂ ਮੁਫਤ ਦੇ ਕੇ ਕੰਮ ਚਲਾ ਲਓ, ਤੇ ਤੁਹਾਡਾ ਕਰਜ਼ਾ ਜਿਹੜਾ ਉਹ ਵੱਧ ਰਿਹਾ ਦਿਨ ਬ ਦਿਨ। ਸੋ ਇਸ ਕਰਕੇ ਤੁਹਾਨੂੰ ਆਪਣੀਆਂ ਨੀਤੀਆਂ ਵੀ ਠੀਕ ਕਰਨੀਆਂ ਪੈਣਗੀਆਂ। ਤੁਸੀਂ ਨਾਮ ਐਸਟੈਬਲਿਸ਼ ਚੀਜ਼ਾਂ ਦੇ ਨਾਮ ਬਦਲ ਕੇ ਨਹੀਂ ਕੰਮ ਚੱਲਣਾ ਤੁਹਾਡਾ। ਸੋ ਤੁਹਾਨੂੰ ਠੀਕ ਨੀਤੀਆਂ ਬਣਾਉਣੀਆਂ ਪੈਣਗੀਆਂ, ਤੇ ਠੀਕ ਨੀਤੀਆਂ ਬਣਾ ਕੇ ਇੱਕ ਲੌਂਗ ਟਰਮ, ਮੀਡੀਅਮ ਟਰਮ ਪਾਲਿਸੀ ਬਣਾਉਣੀ ਪਏਗੀ ਕਿ ਦੇਸ਼ ਸੂਬੇ ਨੂੰ ਤੁਸੀਂ ਅੱਗੇ ਕਿਵੇਂ ਲਿਜਾਣਾ ਹੈ। ਸੂਬਾ ਜਿਹੜਾ ਹੈ 1992-93 ਤੋਂ ਲੈ ਕੇ ਤੁਹਾਡਾ ਗਰੋਥ ਰੇਟ ਜਿਹੜਾ GDP ਦਾ, ਉਹ ਹਮੇਸ਼ਾ ਥੱਲੇ ਰਿਹਾ ਹੈਗਾ ਬਾਕੀ ਸਟੇਟਾਂ ਨਾਲੋਂ, ਐਵਰੇਜ ਨਾਲੋਂ ਵੀ, ਤੇ ਉਸੇ ਕਰਕੇ ਹੀ ਤੁਹਾਡੀ ਜਿਹੜੀ ਪਰ ਕੈਪੀਟਾ ਪ੍ਰਤੀ ਜੀ ਆਮਦਨ ਹੈ ਹੁਣ ਉਹ ਤੁਹਾਡੀ ਆ ਗਈ ਆ ਹੁਣ 16ਵੇਂ-17ਵੇਂ ਨੰਬਰ ਤੇ, ਅਸੀਂ ਥੱਲੇ ਖਿਸਕ ਰਹੇ ਹਾਂ। ਸੋ ਉਹਦੇ ਬਾਰੇ ਸਾਨੂੰ ਚਿੰਤਾ ਕਰਨ ਦੀ ਲੋੜ ਹੈ, ਕਰਜ਼ਾ ਵਾਪਸ ਕਰਨ ਦੀ ਲੋੜ ਹੈ। ਔਰ ਫਾਰਮਰ ਜਿਹੜਾ ਇਹ ਸਟੇਟ ਦਾ 6ਵਾਂ ਫਾਈਨਾਂਸ ਕਮਿਸ਼ਨ ਸੀ ਨਾ, ਲਕਲੀ ਮੈਂ ਉਹਦਾ ਸਪੈਸ਼ਲ ਇਨਵਾਈਟੀ ਮੈਂਬਰ ਸੀਗਾ। ਉਹਦੇ ਵਿੱਚ ਕਮਿਸ਼ਨ ਨੇ ਮੇਰੀ ਜ਼ਿੰਮੇਵਾਰੀ ਲਈ ਸੀ ਕਿ ਸਟੇਟ ਦੇ ਵਿੱਚ ਕੰਸੋਲੀਡੇਟਡ ਫੰਡ ਜਾਂ ਸਟੇਟ ਖਜ਼ਾਨੇ 'ਚ ਪੈਸੇ ਹੋਰ ਕਿੱਦਾਂ ਆ ਸਕਦੇ ਨੇ। ਠੀਕ ਹੈ। ਮੈਂ ਆਪਣਾ ਹੋਮਵਰਕ ਕਰਕੇ ਉਹਨਾਂ ਨੂੰ ਦਿੱਤਾ ਵੀ ਸੀਗਾ। ਉਹਦੇ ਵਿੱਚ 28,500 ਕਰੋੜ ਰੁਪਈਆ ਹੋਰ ਸਾਲਾਨਾ ਬਿਨਾਂ ਟੈਕਸ ਲਾਉਣ ਤੋਂ ਆ ਸਕਦਾ ਹੈ। ਠੀਕ ਹੈ। ਤੇ ਮੈਂ ਕਹਿੰਦਾ ਅੱਧਾ ਵੀ ਲੈ ਆਉਣ, ਤੇ ਉਹਦੇ ਨਾਲ ਤੁਹਾਡਾ ਕਰਜ਼ਾ ਮੋੜਨ ਦਾ ਰੋਡ ਮੈਪ ਤਿਆਰ ਹੋ ਜਾਏਗਾ। ਤੁਹਾਡਾ ਜਿਹੜਾ ਐਜੂਕੇਸ਼ਨ ਤੇ ਹੈਲਥ ਤੇ ਤੁਹਾਡੀਆਂ ਇੰਸਟੀਟਿਊਸ਼ਨਸ ਮਰ ਰਹੀਆਂ ਨੇ, ਤੁਸੀਂ ਬੇਸਿਕ ਪੇ ਤੇ ਤਨਖਾਹ ਦੇ ਰਹੇ ਹੋ ਲੋਕਾਂ ਨੂੰ 3-3 ਸਾਲ, ਉਹ ਸਾਰਾ ਠੀਕ ਹੋ ਜਾਏਗਾ। ਸੋ ਇਸ ਵੇਲੇ ਲੋੜ ਜਿਹੜੀ ਸੂਬੇ ਦੀ ਆ, ਉਹ ਪ੍ਰਵਾਸ ਨੂੰ ਵੀ ਸਹੀ ਢੰਗ ਨਾਲ ਮਤਲਬ ਇੱਕ ਉਸ 'ਤੇ ਨਜ਼ਰਸ਼ਾਨੀ ਕਰਨ ਦੀ ਲੋੜ ਹੈ ਕਿ ਕਿਉਂ ਸਾਡਾ ਯੂਥ ਬਾਹਰ ਜਾ ਰਿਹਾ।
ਨਸ਼ਿਆਂ ਨੂੰ ਅਸੀਂ ਕਿਵੇਂ ਠੀਕ ਕਰ ਸਕਦੇ, ਬੇਰੁਜ਼ਗਾਰੀ ਤੁਹਾਡੇ 20 ਲੱਖ ਤੋਂ ਉੱਪਰ ਬੇਰੁਜ਼ਗਾਰੀ ਹੈ, ਉਹਨੂੰ ਰੁਜ਼ਗਾਰ ਦੇ ਮੌਕੇ ਕਿਵੇਂ ਪੈਦਾ ਕਰਨੇ, ਇਨਵੈਸਟਮੈਂਟ ਕਲਾਈਮੇਟ ਤੁਸੀਂ ਕਿਵੇਂ ਠੀਕ ਕਰਨਾ ਹੈ, ਉਹ ਸਟੇਟ ਨੇ ਕਾਫੀ ਉਹਦਾ ਰੋਲ ਹੁੰਦਾ ਹੈ। ਤੇ ਉਹਦੇ ਨੈਚੁਰਲੀ ਤੁਹਾਨੂੰ ਆਪਣੇ ਘਰ ਪਹਿਲਾਂ ਠੀਕ ਕਰਨਾ ਪਏਗਾ, ਤੇ ਕੇਂਦਰ ਨਾਲ ਤਾਂ ਹੀ ਤੁਸੀਂ ਕਰ। ਮੈਂ ਕੇਂਦਰ ਦਾ ਮੈਂ ਕੋਈ ਹਮਾਇਤ ਨਹੀਂ ਕਰ ਰਿਹਾ, ਪਰ ਕੇਂਦਰ ਜਿੱਥੇ ਗਲਤ ਹੈ ਉਹਨੂੰ ਗਲਤ ਕਹੇ, ਪਰ ਜਿਹੜੇ ਆਪਣੇ ਘਰ 'ਚ ਆਪਾ ਪੜਚੋਲ ਹੈ ਉਹ ਵੀ ਕਰਨ ਦੀ ਲੋੜ ਹੈ। ਮੈਂ ਸਰਹੱਦ ਵਾਲੇ ਪਾਸੇ ਆਵਾਂਗਾ, ਪਰ ਉਸ ਤੋਂ ਪਹਿਲਾਂ ਇੱਕ ਇਹ ਵੀ ਕਮੈਂਟ ਹੈ, ਕਿਤੇ ਨਾ ਕਿਤੇ ਪੰਜਾਬ ਦੇ ਉੱਤੇ ਇਸ ਤਰ੍ਹਾਂ ਕਿ ਹਰ ਬੰਦੇ ਦੀਆਂ ਆਸਾਂ ਦਾ ਪ੍ਰੈਸ਼ਰ ਜ਼ਿਆਦਾ ਹੈ। ਅਸੀਂ ਕਹਿੰਦੇ ਕਿ ਪੰਜਾਬ 'ਚ ਡਾਇਵਰਸਿਫਿਕੇਸ਼ਨ ਵੀ ਹੋ ਜੇ, ਅਸੀਂ ਕਹਿੰਦੇ ਕਿ ਪੰਜਾਬ ਸਾਨੂੰ ਫੂਡ ਸਿਕਿਉਰਿਟੀ ਵੀ ਦੇ ਦੇ, ਅਸੀਂ ਕਹਿੰਦੇ ਆ ਵੀ ਉਸ ਦੇ ਵਿੱਚ MSP ਵੀ ਨਹੀਂ ਪੋਸੀਬਲ। ਹਾਲਾਂਕਿ ਨਿਰਮਲਾ ਸੀਤਾਰਮਨ ਨੇ 4 ਕੁ ਦਿਨ ਪਹਿਲਾਂ ਇਸ ਦੇ ਉੱਤੇ ਸਪੈਸ਼ਲ ਕਮੈਂਟ ਕੀਤਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ, 3000 ਦੀ ਯੂਰੀਆ ਅਸੀਂ 300 ਦੇ ਵਿੱਚ ਬਹੁਤ ਸਬਸਿਡਾਈਜ਼ ਕਰਕੇ ਜੇ ਅਸੀਂ ਦੇ ਰਹੇ ਹਾਂ ਤਾਂ ਅਸੀਂ ਕਿਸਾਨਾਂ ਦੇ ਭਲੇ ਲਈ ਕਰ ਰਹੇ ਹਾਂ। ਪਰ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਜ਼ੀਰੋ ਫਾਰਮਿੰਗ ਪਾਲਿਸੀ ਲਿਆਉਣੀ ਹੈ। ਹੁਣ ਇੱਕ ਪਾਸੇ ਜ਼ੀਰੋ ਬਜਟ ਫਾਰਮ, ਮਤਲਬ ਜੇ ਇੱਕ ਪਾਸੇ ਫੂਡ ਸਿਕਿਉਰਿਟੀ ਦਾ ਮਸਲਾ ਆ, ਡਾਇਵਰਸਿਫਿਕੇਸ਼ਨ ਦਾ ਮਸਲਾ ਆ, ਤੇ ਪ੍ਰੈਕਟੀਕਲੀ ਤਾਂ ਮਾਹਰ ਇਹ ਵੀ ਕਹਿੰਦੇ ਆ ਵੀ ਇਹ ਸਾਨੂੰ ਸਮਝਾ ਤੇ ਦਿਓ ਕਿ ਜ਼ੀਰੋ ਬਜਟ ਫਾਰਮਿੰਗ ਤੁਸੀਂ ਇਹਨਾਂ ਸਾਰੀਆਂ ਪੋਜੀਸ਼ਨਾਂ ਦੇ ਵਿੱਚ ਲਿਆਓ। ਜ਼ੀਰੋ ਬਜਟ ਫਾਰਮਿੰਗ ਤਾਂ ਇੱਕ ਪੋਲੀਟੀਕਲ ਨਾਰਾ ਹੈ, ਇਹ ਸੰਭਵ ਨਹੀਂ ਹੈ। ਦੂਜੇ ਪਾਸੇ ਜਿਹੜਾ ਤੁਹਾਡੀ ਫੂਡ ਸਿਕਿਉਰਿਟੀ ਦਾ ਐਂਗਲ, ਅੱਜ ਵੀ ਪੰਜਾਬ ਦਾ ਜਿਹੜਾ ਫੂਡ ਕੇਂਦਰੀ ਪੂਲ 'ਚ ਹਿੱਸਾ ਹੈ ਜੀ, ਕਣਕ ਦੇ ਵਿੱਚ ਉਹ ਕੋਈ 35% ਹੈ, ਔਰ ਝੋਨੇ 'ਚ ਚੌਲਾਂ 'ਚ 25% ਹੈ। ਸੋ ਤੁਸੀਂ ਪੰਜਾਬ ਨੂੰ ਪਾਸੇ ਕਰਕੇ ਦੇਸ਼ ਦੀ ਫੂਡ ਸਿਕਿਉਰਿਟੀ ਕਾਇਮ ਨਹੀਂ ਰੱਖ ਸਕਦੇ, ਕਿਉਂਕਿ ਪੰਜਾਬ ਛੋਟੇ ਜਿਹੇ ਖਿੱਤੇ 'ਚੋਂ 1.54% ਤੁਹਾਡਾ ਜੀਓਗ੍ਰਾਫੀਕਲ ਏਰੀਆ ਹੈ, ਔਰ ਇੰਨਾ ਵੱਡਾ ਤੁਸੀਂ ਯੋਗਦਾਨ ਪਾ ਰਹੇ ਹੋ। ਔਰ ਹਿਸਟੋਰੀਕਲੀ ਪੰਜਾਬ ਨੇ ਫੂਡ ਸਿਕਿਉਰਿਟੀ 'ਚ ਬਹੁਤ ਵੱਡਾ ਹਿੱਸਾ ਪਾਇਆ, ਉਸ ਮੌਕੇ ਪਾਇਆ ਜਦੋਂ ਦੇਸ਼ ਕ੍ਰਾਈਸਿਸ ਸੀਗਾ। ਤੇ ਹੁਣ ਕੇਂਦਰ ਸਰਕਾਰ ਜੇ ਇਹ ਕਹੇ, ਜਾਂ 2010 'ਚੋਂ ਕਹਿ ਰਹੀ ਹੈ ਕੇਂਦਰ ਕਿ ਤੁਸੀਂ ਆਪ ਹੀ ਇਹਦਾ ਮਸਲਾ ਹੱਲ ਕਰੋ ਡਾਇਵਰਸਿਫਿਕੇਸ਼ਨ ਦਾ, ਇਹ ਗਲਤ ਹੈ ਨਾ। ਬਿਲਕੁਲ, ਕਿ ਇਹ ਥੋੜਾ ਹੁੰਦਾ ਕਿ ਮਤਲਬ ਨਿਕਲ ਗਿਆ ਤਾਂ ਪਹਿਚਾਨਤੇ ਨਹੀਂ, ਐਦਾਂ ਨਹੀਂ ਕੰਮ ਚੱਲਣਾ। ਕਿ ਪੰਜਾਬ ਦੇ ਫਾਰਮਰਸ ਦੀ, ਪੰਜਾਬ ਸਰਕਾਰ ਦੀ ਨਾਲ ਬੈਠ ਕੇ ਨੀਤੀਆਂ ਤੁਹਾਨੂੰ ਬਣਾਉਣੀਆਂ ਪੈਣਗੀਆਂ ਕਿ ਕਿਹੜੀਆਂ ਨੀਤੀਆਂ ਸੀ ਜਿਸ ਨੇ ਪੰਜਾਬ ਦੀ ਖੇਤੀ ਨੂੰ ਝੋਨਾ ਪ੍ਰਮੋਟ ਕੀਤਾ, ਤੇ ਕਿਹੜੇ ਕਰਕੇ ਪੰਜਾਬ ਦੀ ਖੇਤੀ ਕ੍ਰਾਈਸਿਸ ਚਾਹੀਏ, ਤੇ ਕਿਹੜੇ ਕਰਕੇ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈ। ਪੰਜਾਬ ਦਾ ਜਿਹੜਾ ਪਾਣੀ ਅਸੀਂ ਝੋਨਾ ਚਾਵਲ ਪੈਦਾ ਕਰਨ 'ਤੇ ਲਾ ਰਹੇ ਹਾਂ, 80 ਤੋਂ 85% ਸਾਡਾ ਪਾਣੀ ਚੌਲਾਂ ਦੇ ਰੂਪ 'ਚ ਬਾਹਰ ਜਾ ਰਿਹਾ ਜੀ, ਤੇ ਸਾਡਾ ਕ੍ਰਾਈਸਿਸ ਇੱਥੇ ਹੋ ਰਿਹਾ। ਤੇ ਹੁਣ ਸਾਨੂੰ ਕਹਿ ਰਹੇ ਕਿ ਬਿਨਾਂ ਤੁਸੀਂ ਸਾਡੀ ਮਦਦ ਤੋਂ ਹੀ ਕਰ ਲਓ। ਤੁਸੀਂ ਉਹ ਨੀਤੀਆਂ ਲਿਆਓ। ਐਕਚੁਅਲੀ ਹੁੰਦਾ ਇਹ ਹੈ, ਕਈ ਲੋਕ ਬਹਿਸ ਕਰਦੇ ਨੇ ਕਿ ਉਹਨਾਂ ਨੇ, ਸਰਕਾਰ ਨੇ ਥੋੜੀ ਕੀਤਾ ਹੈ। ਤੁਸੀਂ ਇੱਕ ਮਾਹੌਲ ਬਣਾ ਦਿੰਦੇ ਹੋ। ਬਿਲਕੁਲ, ਇਹਨੂੰ ਕਹਿੰਦੇ ਆ ਅਨੇਬਲਿੰਗ ਐਨਵਾਇਰਨਮੈਂਟ। ਕਿਸੇ ਵੀ ਦੇਸ਼ ਦੇ ਮਾਹੌਲ ਤੁਸੀਂ ਇੱਕ ਲੋਕਾਂ ਨੇ ਤੇ ਉਸ ਮਾਹੌਲ ਦੇ ਮੁਤਾਬਕ ਹੀ ਮਾਹੌਲ ਤੁਸੀਂ ਨੀਤੀਆਂ ਰਾਹੀਂ ਇਹ ਬਣਾਤਾ ਕਿ ਅਸੀਂ ਜਿੰਨਾ ਤੁਸੀਂ ਝੋਨਾ ਪ੍ਰੋਡਿਊਸ ਕਰੋਗੇ ਅਸੀਂ ਚੱਕਾਂਗੇ, ਅਸੀਂ ਤੁਹਾਨੂੰ ਟਿਊਬਵੈਲ ਨਾਲ ਲਈ ਕਰਜ਼ਾ ਦੇਵਾਂਗੇ, ਸਾਰਾ ਕੁਝ ਸਬਸਿਡੀ ਦੇਵਾਂਗੇ। ਹੋਰ ਸਬਸਿਡੀ ਵੀ ਇੱਕ ਮਿਸਨੋਮਰ ਹੈ। ਫਾਰਮਰ ਨੂੰ ਜੋ ਸਬਸਿਡੀ ਮਿਲਦੀ ਹੈ ਅਸਲੀ ਉਹ ਐਂਡ ਕੰਜ਼ਿਊਮਰ ਨੂੰ ਮਿਲ ਰਹੀ ਹੈ। ਬਿਲਕੁਲ, ਤੇ ਬਹੁਤ ਸਾਰੀਆਂ ਸਬਸਿਡੀ 'ਚ ਪ੍ਰਾਈਸ ਜੈਕਅਪ ਹੁੰਦੀਆਂ ਨੇ ਪਹਿਲਾਂ, ਤੇ ਫਿਰ ਉਸ ਤੋਂ ਸਬਸਿਡੀ ਹੈ। ਇੰਡਸਟਰੀ ਨੂੰ ਵੀ ਉਹਦਾ ਫਾਇਦਾ ਹੁੰਦਾ, ਐਂਡ ਕੰਜ਼ਿਊਮਰ ਨੂੰ ਵੀ ਫਾਇਦਾ ਹੁੰਦਾ। ਫਾਰਮਰ ਤਾਂ ਇੱਕ ਇਲੂਜਨ 'ਚ ਹੈ, ਭੁਲੇਖੇ 'ਚ, ਭਰਮ 'ਚ ਹੈ। ਈਵਨ ਤੁਹਾਡਾ ਜਿਹੜਾ ਬਿਜਲੀ ਫਰੀ ਮਿਲ ਰਹੀ ਹੈ ਫਾਰਮਰ, ਉਹ ਤੁਹਾਡੇ ਕਾਸਟ ਵਿੱਚ ਨਹੀਂ ਆ ਰਹੀ ਕਿਤੇ, ਇਸ ਕਰਕੇ ਤੁਹਾਡੀ MSP ਵੀ ਘੱਟ ਤੈਅ ਹੁੰਦੀ ਹੈ। ਸੋ ਇਸ ਕਰਕੇ ਸਬਸਿਡੀ ਤਾਂ ਬੇਸਿਕਲੀ ਐਂਡ ਕੰਜ਼ਿਊਮਰ ਨੂੰ ਜਾ ਰਹੀ ਹੈ। ਫਾਰਮਰਸ ਦੀ ਹਾਲਤ ਬਹੁਤ ਸੁਧਰ ਨਹੀਂ ਰਹੀ, ਤੇ ਨਾਲੇ ਸਾਨੂੰ ਕੋਈ ਆਲਟਰਨੇਟ ਮੋਡ ਕ੍ਰੌਪਿੰਗ ਪੈਟਰਨ ਵੀ ਅਡਾਪਟ ਕਰਨਾ ਪਏਗਾ। ਤੇ ਉਹ ਜਿੰਨਾ ਚਿਰ ਤੱਕ ਤੁਸੀਂ ਦੂਜੀਆਂ ਫਸਲਾਂ ਲਈ ਇੱਕ ਮਾਹੌਲ ਕ੍ਰੀਏਟ ਨਹੀਂ ਕਰੋਗੇ, ਉਹ ਪੰਜਾਬ ਦਾ ਕਿਸਾਨ ਜਾਂ ਪੰਜਾਬ ਸਰਕਾਰ ਇਕੱਲੇ ਤੌਰ ਤੇ ਨਹੀਂ ਕਰ ਸਕਦੇ। ਬਿਲਕੁਲ, ਪੰਜਾਬ ਦੇ ਕਿਸਾਨ ਦੀ ਝੋਨੇ ਨਾਲ ਕੋਈ ਪੱਗ ਨਹੀਂ ਵੱਟੀ ਹੋਈ। ਜਦੋਂ ਉਹਨੂੰ ਲੱਗਿਆ ਕਿ ਬਾਕੀ ਫਸਲਾਂ ਤੋਂ ਵੀ ਉਹਨੂੰ ਆਮਦਨ ਓਨੀ ਮਿਲ ਰਹੀ ਹੈ ਤਾਂ ਕਰ ਲੇਗਾ। ਦੇਖੋ, ਕਿਸਾਨ ਨੂੰ ਨਹੀਂ ਪਤਾ ਕਿ ਪਾਣੀ ਮੁੱਕ ਰਿਹਾ ਹੈਗਾ। ਬਿਲਕੁਲ, ਤੁਸੀਂ ਕੋਈ ਆਲਟਰਨੇਟ ਤਾਂ ਦਿਓ ਨਾ ਉਹਦਾ, ਪਰ ਉਲਟਾ ਤੁਸੀਂ ਵੀ ਪੁਆਇੰਟ ਧਰਤੀ ਹੇਠੋਂ ਪਾਣੀ ਕੱਢਣ ਲਈ ਬਿਜਲੀ ਫਰੀ ਦੇ ਰਹੇ ਹੋ। ਬਿਲਕੁਲ, ਹੈ ਨਾ। ਜਿਹੜਾ ਮੈਂ ਸਰਹੱਦ ਵਾਲੇ ਤੇ ਇਸ ਕਰਕੇ ਆਉਣਾ ਚਾਹੁੰਦਾ ਸੀ ਕਿਉਂਕਿ ਤੁਹਾਡੀ ਪੂਰੀ ਸਟੱਡੀ ਇਸ ਤੇ ਆ, ਤੇ ਇਹ ਇਸ ਬਾਰੇ ਕਿਰਤੀ ਕਿਸਾਨ ਯੂਨੀਅਨ, ਸੰਯੁਕਤ ਕਿਸਾਨ ਮੋਰਚਾ, ਆਗੂਆਂ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ, ਇਹਨਾਂ ਨੇ ਬਕਾਇਦਾ ਇਸ ਨੂੰ ਪੁਖਤਗੀ ਦੇ ਨਾਲ ਚੁੱਕਿਆ। ਪਰ ਮਸਲਾ ਕੀ ਹੋ ਜਾਂਦਾ ਹੈ ਕਿ ਰਾਸ਼ਟਰਵਾਦ ਅੱਗੇ ਆ ਜਾਂਦਾ ਹੈ।
ਉਸ ਦੇ ਵਿੱਚ ਮੈਂ ਚੀਜ਼ ਨੂੰ ਇਹ ਜ਼ਰੂਰ ਆਇਡੈਂਟੀਫਾਈ ਕਰਨਾ ਚਾਹੁੰਦਾ ਕਿ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਕਿਹਾ ਤੇ ਉਸ ਦੀ ਪੰਜਾਬ ਦੇ ਵਿੱਚ ਉਸ ਨਾਰੇ ਦੀ ਕੀ ਕੰਟਰੀਬਿਊਸ਼ਨ ਹੈ ਉਹਨੂੰ ਇੱਥੋਂ ਹੀ ਸਮਝ ਸਕਦੇ ਹਾਂ। ਜਿਵੇਂ ਤੁਸੀਂ ਦੱਸਿਆ ਕਿ ਜੈ ਕਿਸਾਨ ਨੇ ਕਣਕ ਤੇ ਝੋਨੇ ਦੇ ਵਿੱਚ ਇੱਕ ਵੱਡਾ ਯੋਗਦਾਨ ਫੂਡ ਸਿਕਿਉਰਿਟੀ ਦੇ ਵਿੱਚ ਹੈਗਾ ਤੇ ਜੈ ਜਵਾਨ ਨੂੰ ਜੇ ਸਮਝਣਾ ਹੋਵੇ ਤਾਂ ਪੰਜਾਬ ਇਸ ਵੇਲੇ ਵੀ ਪੰਜਾਬ 'ਚ ਸਭ ਤੋਂ ਵੱਧ ਜੰਗੀ ਵਿਧਵਾਵਾਂ ਨੇ, ਯਾਨੀ ਕਿ ਸਰਹੱਦਾਂ ਤੇ ਸਾਡੇ ਹੀ ਪੁੱਤ ਸ਼ਹੀਦ ਹੋਏ ਨੇ। ਉਸ ਦੇ ਬਾਵਜੂਦ ਜਿਹੜਾ ਸਰਹੱਦ ਹੈ, ਸਰਹੱਦ ਦੀ ਪੋਲਿਟਿਕਸ ਇੰਨੀ ਹੈ ਕਿ ਜਿਹਦਾ ਸਿੱਧਾ ਅਸਰ ਸਾਡੀ ਖੇਤੀ ਤੇ ਪੈਂਦਾ ਹੈ। ਇਸ ਪੂਰੇ ਸਿਨੈਰੀਓ ਨੂੰ ਤੁਸੀਂ ਕਿਵੇਂ ਸਮਝਿਆ ਹੈ ਤੇ ਇਹ ਸਿਨੈਰੀਓ ਅਜਿਹਾ ਕਿਉਂ ਹੈ? ਦੇਖੋ, ਅਸੀਂ 2019 ਦੇ ਵਿੱਚ ਜਦੋਂ ਵਾਹਗਾ ਬਾਰਡਰ ਤੋਂ ਟ੍ਰੇਡ ਬੰਦ ਹੁੰਦਾ ਹੈ, ਫਰਵਰੀ 2019 ਪੁਲਵਾਮਾ ਹੁੰਦਾ ਹੈ, ਫਿਰ ਧਾਰਾ 370 ਨਾਲ ਪਾਕਿਸਤਾਨ ਬੰਦ ਕਰ ਦਿੰਦਾ ਟ੍ਰੇਡ ਐਮਬਾਰਗੋ। ਤੇ ਇਸ ਵੇਲੇ ਹਾਲਤ ਇਹ ਹੈ ਕਿ ਲੀਗਲੀ ਤੌਰ ਤੇ ਹਿੰਦੁਸਤਾਨ ਦਾ ਪਾਕਿਸਤਾਨ ਨਾਲ ਵਪਾਰ ਨਹੀਂ ਹੋ ਰਿਹਾ, ਪਰ ਵਾਇਆ ਥਰਡ ਕੰਟਰੀ ਇਲੀਗਲੀ ਸਾਰਾ ਕੁਝ ਹੋ ਰਿਹਾ। ਉਹਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ। ਵਾਹਗਾ ਬਾਰਡਰ ਬਿਲਕੁਲ ਬੰਦ ਹੈ। ਵਾਹਗਾ ਬਾਰਡਰ ਤੋਂ ਕੋਈ ਅਸੀਂ ਜੇ ਬਾਹਰ ਭੇਜਣਾ ਬੰਦਰਗਾਹ ਤੋਂ ਤੇ ਸਾਨੂੰ ਬਹੁਤ ਵੱਡਾ ਕਾਸਟ ਉਹਦੀ ਲਾਗਤ ਲੱਗਦੀ ਹੈ, ਟਰਾਂਸਪੋਰਟ ਕਾਸਟ ਹੈ, ਫਿਰ ਇੱਕ ਥਾਂ ਤੋਂ ਬਦਲ ਕੇ ਦੂਜੀ ਉਹਨੂੰ ਟਰਾਂਸਸ਼ਿਪਮੈਂਟ ਕਾਸਟ ਕਹਿੰਦੇ ਆ। ਉਹ ਜਿਹੜਾ ਢੋਆ ਢਾਈ ਤੇ ਆਵਾਜਾਈ ਦੀ ਲਾਗਤ ਹੈ ਉਹ ਸਾਡੇ ਤੇ ਬਹੁਤ ਪੈਂਦੀ ਹੈ। ਸੋ ਸਾਡਾ ਜਿਹੜਾ ਪ੍ਰੋਡਕਟ ਹੈ ਉਹ ਕੰਪੀਟੀਟਿਵ ਨਹੀਂ ਰਹਿੰਦਾ। ਅਸੀਂ ਇਸ ਤੇ ਜਦੋਂ ਕੋਵਿਡ ਚੱਲ ਰਿਹਾ ਸੀ ਤਾਂ ਕਾਫੀ ਵੱਡੀ ਇੱਕ ਸਟੱਡੀ ਕੀਤੀ ਸੀ। ਬਹੁਤ ਮਤਲਬ ਐਂ ਕਰੋ ਕਿ ਬਹੁਤ ਵੱਡੀ ਵੀ ਨਹੀਂ ਕਹਿ ਸਕਦੇ, ਉਹਦੀਆਂ ਆਪਣੀਆਂ ਸੀਮਾਵਾਂ ਸਨ, ਪਰ ਉਹਦੇ ਵਿੱਚ ਅਸੀਂ ਦੇਖਿਆ ਕਿ ਜੇ ਪੰਜਾਬ 25% ਜਿਹੜਾ ਟੋਟਲ ਪਾਕਿਸਤਾਨ ਨਾਲ ਸਾਡਾ ਵਪਾਰ ਹਿੰਦੁਸਤਾਨ ਦਾ ਹੋ ਰਿਹਾ, 25% ਵਾਹਗਾ ਬਾਰਡਰ ਤੋਂ ਹੋ ਰਿਹਾ, ਸਾਨੀਵਾਲਾ ਬਾਰਡਰ ਤੋਂ ਤਾਂ ਹੋ ਹੀ ਨਹੀਂ ਰਿਹਾ, ਬੰਦ ਹੈ ਬਿਲਕੁਲ। ਤੇ 25 ਇਸ ਵੇਲੇ ਜਿਹੜਾ ਸਟੱਡੀਜ਼ ਵਰਲਡ ਬੈਂਕ ਇਹ ਕਹਿੰਦਾ ਕਿ $37 ਬਿਲੀਅਨ ਦਾ ਵਪਾਰ ਹਿੰਦੁਸਤਾਨ ਤੇ ਪਾਕਿਸਤਾਨ 'ਚ ਹੋ ਸਕਦਾ ਹੈ। ਕੁਝ ਹੋਰ ਸਟੱਡੀਜ਼ ਨੇ ਉਹ $10 ਬਿਲੀਅਨ ਕਹਿ ਰਹੇ। ਮੇਰੇ ਆਪਣੇ ਐਸਟੀਮੇਟ ਹੈ ਕਿ 10 ਤੋਂ 15 ਬਿਲੀਅਨ ਆਰਾਮ ਨਾਲ ਹੋ ਸਕਦਾ। ਇਸ ਤੋਂ ਇਲਾਵਾ ਅਸੀਂ ਜਿਹੜੇ ਦੂਸਰੇ ਦੇਸ਼ ਆ, ਪਾਕਿਸਤਾਨ ਰਾਹੀਂ, ਅਫਗਾਨਿਸਤਾਨ ਰਾਹੀਂ, ਮਿਡਲ ਈਸਟ ਨਾਲ ਜਿਹੜਾ ਜਾਂ ਰਸ਼ੀਆ ਤੋਂ ਵੱਖ ਹੋਏ ਦੇਸ਼, ਉਹਨਾਂ ਨਾਲ ਬਹੁਤ ਵੱਡਾ ਵਪਾਰ ਜਿਹੜਾ ਇਸ ਰਸਤੇ ਕਰ ਸਕਦੇ ਹਾਂ। ਸੋ ਉਹਦੇ ਨਾਲ ਪੰਜਾਬ, ਹਰਿਆਣਾ, ਹਿਮਾਚਲ, JNK, ਪਾਰਟ ਆਫ ਰਾਜਸਥਾਨ, ਉੱਤਰਾਖੰਡ, ਇਸ ਰੀਜਨ ਨੂੰ ਬਹੁਤ ਫਾਇਦਾ ਹੋਏਗਾ। ਪਰ ਅਸਲ ਦੇ ਵਿੱਚ ਕਦੀ ਵੀ ਇਹ ਮੁੱਦਾ ਪੋਲੀਟੀਕਲੀ ਪਾਰਟੀਆਂ ਨੇ ਚੁੱਕਿਆ ਨਹੀਂ, ਨਾ ਪੰਜਾਬ ਦੀਆਂ ਪਾਰਟੀਆਂ ਨੇ ਤੇ ਨਾ ਹੀ ਗਵਾਂਢੀ ਮੁਲਕਾਂ ਨੇ। ਪੰਜਾਬ ਨੂੰ ਉਹਦੇ ਵਿੱਚ ਲੀਡ ਕਰਨਾ ਚਾਹੀਦਾ ਸੀ। ਇਸ ਦੇ ਵਿੱਚ ਮੈਂ ਦੋ ਗੱਲਾਂ ਵਿੱਚ ਸ਼ਾਮਲ ਕਰ ਦੇਣਾ। ਨੈਰੇਟਿਵ, ਸਾਰੀ ਖੇਡ ਅਸਲ 'ਚ ਨੈਰੇਟਿਵ ਦੀ ਹੈ। ਬਿਰਤਾਂਤ ਕੀ ਹੋ ਰਿਹਾ ਕਿ ਜਦੋਂ ਵੀ ਕਿਸਾਨ ਐਜੀਟੇਸ਼ਨ ਕਰਦਾ ਤੇ ਉਹ ਖਾਲਿਸਤਾਨੀ ਬਣ ਜਾਂਦਾ। ਜਦੋਂ ਵੀ ਬਾਰਡਰ ਦੀ ਗੱਲ ਹੁੰਦੀ ਹੈ, ਫਾਰ ਐਗਜ਼ਾਮਪਲ ਮੈਂ ਇਸੇ ਹੀ ਸਰਕਾਰ ਦੇ ਜਿਹੜੇ ਖੇਤੀਬਾੜੀ ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਹੋਣਾ ਨੇ ਕਿਹਾ ਤੇ ਉਹਨੂੰ ਵੀ ਫਿਰ ਰਾਸ਼ਟਰਵਾਦ ਨਾਲ ਜੋੜ ਦਿੱਤਾ ਜਾਂਦਾ। ਯਾਨੀ ਕਿ ਇੱਕ ਅਜਿਹੇ ਰਾਸ਼ਟਰਵਾਦ ਦਾ ਵਾਧੂ ਬੋਝ ਸਾਡੇ ਤੇ ਹੈ, ਜਿਸ ਕਰਕੇ ਪੂਰੀ ਇੱਕ ਕ੍ਰਾਈਸਿਸ ਖੜਾ ਹੋਇਆ। ਨਹੀਂ, ਦੇਖੋ, ਇਹ ਤਾਂ ਹੈਗਾ ਕਿ ਕਿਸੇ ਨੂੰ ਤੁਸੀਂ ਜੋ ਮਰਜ਼ੀ ਟੈਗ ਲਾ ਦਿਓ ਆਪਣਾ ਪੋਲੀਟੀਕਲ ਪਰਪਸ ਹੱਲ ਕਰਨ ਲਈ। ਉਹ ਤਾਂ ਹੁਣ ਨੈਰੇਟਿਵ, ਕਾਊਂਟਰ ਨੈਰੇਟਿਵ ਸਿਰਜਣਾ ਪਏਗਾ। ਪਰ ਕੁਲਦੀਪ ਸਿੰਘ ਧਾਲੀਵਾਲ ਤਾਂ 2022 ਤੋਂ ਬਾਅਦ ਕਹਿ ਰਹੇ ਨੇ ਨਾ, ਪਰ ਇਹ ਅਗਲੇ ਦਿਨ ਹੀ ਬੈਕਫੁੱਟ ਤੇ ਵੀ ਆ ਗਏ। ਆਹੋ, ਸਰਕਾਰ ਬਣਨ ਤੋਂ ਬਾਅਦ ਕਹਿ ਰਹੇ ਨਾ। ਸਾਡੀ ਸਟੱਡੀ ਤਾਂ 2020 ਦੀ ਹੈ। 2020 ਦੇ ਵਿੱਚ ਅਸੀਂ ਸਤੰਬਰ ਜਾਂ ਅਕਤੂਬਰ 'ਚ ਮੇਰਾ ਖਿਆਲ ਅਸੀਂ ਇੱਕ ਵੈਬੀਨਾਰ ਕੀਤਾ ਸੀ। ਓਕੇ। ਤੇ ਵੈਬੀਨਾਰ 'ਚ ਮੈਂ ਉਦੋਂ ਸੈਂਟਰ ਫਾਰ ਰਿਸਰਚ ਐਂਡ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਚੰਡੀਗੜ੍ਹ ਸੀਗਾ, ਕ੍ਰੈਡਿਟ ਜਿਹਨੂੰ ਕਹਿੰਦੇ। ਅਸੀਂ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਕੁਝ ਚੁਣਿੰਦੇ MP, ਸਾਰੇ ਜਿਹੜੇ 20 ਦੇ 20 ਨੇ, 13 ਜਮਾ 7 ਲੋਕ ਸਭਾ, ਰਾਜ ਸਭਾ, ਔਰ ਸਾਡਾ ਜਿਹੜਾ ਕੋਈ ਬਾਕੀ 40 MLA ਮਿਨਿਸਟਰ ਨੇ ਜਿਹੜੇ ਪੰਜਾਬ ਨਾਲ ਲੱਗਦਾ ਕਿ ਸਾਨੂੰ ਕਾਫੀ ਅਟੈਚੀ ਹੋਣੀ, ਉਹਨਾਂ ਨੂੰ ਅਸੀਂ ਈਮੇਲਸ ਕੀਤੀਆਂ। ਇੱਕ ਵੀ MP MLA ਵੈਬੀਨਾਰ 'ਚ ਸ਼ਾਮਲ ਨਹੀਂ ਹੋਇਆ। ਓਕੇ। ਨਾ ਅੱਜ ਤੱਕ ਸਾਡੇ ਤੋਂ ਕੋਈ ਉਹ ਰਿਪੋਰਟ ਦੀ ਕਾਪੀ ਮੰਗਣ ਆਇਆ। ਇੱਥੋਂ ਇਹਨਾਂ ਦੀ ਸਿੰਸੈਰਿਟੀ ਸ਼ੋ ਹੁੰਦੀ ਹੈ। ਅਜੇ ਤੱਕ ਔਨ ਰਿਕਾਰਡ ਆ, ਭਾਵੇਂ ਹੁਣ ਪੋਲੀਟੀਕਲ ਪਾਰਟੀਆਂ ਗੱਲ ਕਰਨ ਲੱਗ ਗਈਆਂ ਨੇ, ਕਈ ਅਕਾਲੀ ਦਲ ਵੀ ਕਰ ਰਿਹਾ, ਹੋਰ ਪਾਰਟੀਆਂ ਵੀ ਕਰ ਰਹੀਆਂ ਨੇ, ਮੇਰੇ ਨਾਲ ਗੱਲਬਾਤ ਵੀ ਕਰਕੇ ਗਏ ਨੇ, ਰਿਪੋਰਟ ਵੀ ਲੈ ਕੇ ਗਏ ਨੇ, ਇਹ ਬਾਰਡਰ ਦੇ ਵਪਾਰ ਦੇ ਮਸਲੇ 'ਚ। ਪਰ ਉਸ ਅਜੇ ਵੀ ਇੱਕ ਕੋਈ ਮੂਵਮੈਂਟ ਨਹੀਂ ਬਣੀ
ਇਸ ਤੋਂ ਪਹਿਲਾਂ ਤਾਂ ਇਹਨਾਂ ਦਾ ਏਜੰਡਾ ਹੀ ਨਹੀਂ ਸੀ ਕਿ ਕੋਈ ਪੋਲੀਟੀਕਲ ਲੌਬੀ ਬਣਾ ਕੇ ਸਾਰੀਆਂ ਇਸ ਲਈ ਗੱਲ ਕਰਦੀਆਂ। ਮੈਂ 1985 ਦੇ ਵਿੱਚ ਆਪਣਾ PhD ਥੀਸਿਸ ਇਸ 'ਤੇ ਕੀਤਾ ਸੀ। ਠੀਕ ਹੈ। ਫਿੱਕੀ ਲੈਡ ਟ੍ਰੇਡ ਡੈਲੀਗੇਸ਼ਨ ਦਾ 97 ਵਿੱਚ ਇੱਕ ਟ੍ਰੇਡ ਡੈਲੀਗੇਸ਼ਨ ਗਿਆ ਸੀ, ਮੈਂ ਉਹਦਾ ਮੈਂਬਰ ਵੀ ਸੀਗਾ 1997 ਵਿੱਚ। ਇਹ ਜਿਹੜਾ ਏਰੀਆ ਹੈ ਵਾਹਗਾ ਬਾਰਡਰ ਟ੍ਰੇਡ ਖੁੱਲ੍ਹਣ ਦਾ ਪੰਜਾਬ ਲਈ ਤੇ ਗਵੰਡੀ ਰਾਜਾਂ ਲਈ ਇੱਕ ਲਾਈਫ ਲਾਈਨ ਹੈ। ਇਹਦੇ ਨਾਲ ਬਹੁਤ ਵੱਡੀਆਂ ਅਪਰਚੁਨਿਟੀਜ਼ ਜਿਹੜੀਆਂ ਨੇ ਇਸ ਖਿੱਤੇ ਲਈ ਪੈਦਾ ਹੋ ਸਕਦੀਆਂ ਨੇ। ਜਿਹੜੀ ਅਸੀਂ ਸਟੱਡੀ ਹੁਣ ਲੇਟੈਸਟ ਕੀਤੀ ਸੀ ਉਹਦੇ ਵਿੱਚ ਅਸੀਂ ਦੇਖਿਆ ਮਤਲਬ ਲਿਮਟਡ ਜੀ ਸੀ, ਕਿਉਂਕਿ ਉਸ ਵੇਲੇ ਕੋਵਿਡ ਚੱਲ ਰਿਹਾ ਸੀ ਤੇ ਬਹੁਤ ਕੁਝ ਪੋਸੀਬਲ ਨਹੀਂ ਸੀ, ਪਰ ਘੱਟੋ ਘੱਟ ਵੀ 12-15 ਹਜ਼ਾਰ ਦੇ ਕਰੀਬ ਤਾਂ ਸਾਡੀ ਇੰਪਲੋਇਮੈਂਟ ਸਾਡੀ ਗਈ ਹੈ ਵਾਹਗਾ ਬਾਰਡਰ ਟ੍ਰੇਡ ਬੰਦ ਨੂੰ। ਠੀਕ ਹੈ। 10 ਤੋਂ 15 ਹਜ਼ਾਰ ਕਰੋੜ ਰੁਪਇਆ ਸਾਡੀ ਆਮਦਨ ਗਈ ਹੈ। ਓਕੇ। ਜਿਹੜਾ ਤੁਸੀਂ ਖੇਤੀ ਖੇਤਰ ਦੀ ਗੱਲ ਕਰ ਰਹੇ ਹੋ, ਖੇਤੀ ਦੇ ਵਿੱਚ ਬਾਰਡਰ ਟ੍ਰੇਡ ਸਾਡਾ ਹੋ ਸਕਦਾ, ਖੇਤੀ ਉਤਪਾਦਨ ਦੇ ਵਸਤਾਂ, ਖਾਸ ਕਰਕੇ ਪੈਰੀਸ਼ੇਬਲ ਕਮੋਡਿਟੀ ਜਿਵੇਂ ਸਬਜ਼ੀਆਂ ਤੇ ਫਲ ਹੈ। ਈਵਨ ਵੀਟ ਦੀ ਕਈ ਵਾਰ ਕ੍ਰਾਈਸਿਸ ਪਾਕਿਸਤਾਨ 'ਚ। ਮੈਂ ਇਸ ਦੇ ਵਿੱਚ ਸ਼ਾਮਲ ਕਰਦਾ ਤੁਹਾਨੂੰ ਪਰਸਨਲ ਐਕਸਪੀਰੀਅੰਸ। ਜਦੋਂ ਕਰਤਾਰਪੁਰ ਕੋਰੀਡੋਰ ਖੁੱਲਿਆ ਉਸ ਵਕਤ ਮੈਂ ਜਗਬਾਣੀ ਦਾ ਪ੍ਰਿੰਸੀਪਲ ਕੋਰਸਪੋਂਡੈਂਟ ਸੀ ਤੇ ਮੈਂ ਉਹ ਪੂਰੀ ਰਿਪੋਰਟਿੰਗ ਕੀਤੀ ਆ। ਮੈਂ ਦੇਖਿਆ ਕਿ ਜਿਹੜੀਆਂ ਸੰਗਤਾਂ ਜਾਂਦੀਆਂ ਸੀ ਕਰਤਾਰਪੁਰ ਸਾਹਿਬ ਦਰਸ਼ਨ ਨੂੰ, ਉਹ ਇੱਥੋਂ ਟਮਾਟਰ ਲੈ ਕੇ ਜਾਂਦੀਆਂ ਸੀ, ਕਿਉਂਕਿ ਟਮਾਟਰ ਆਪਣੇ 10-20 ਰੁਪਏ ਸੀ। ਉੱਥੇ ਉਸ ਵਕਤ ਟਮਾਟਰ 150-200 ਰੁਪਏ ਕਿਲੋ ਸੀ। ਸੋ ਉੱਥੋਂ ਇੱਕ ਆਮ ਬੰਦਾ ਜਿਹੜਾ ਆਮ ਸ਼ਰਧਾਲੂ, ਉਹਨੂੰ ਵੀ ਸਮਝ ਆ ਰਿਹਾ ਸੀ ਕਿ ਜੇ ਇਸ ਤਰ੍ਹਾਂ ਦਾ ਵਪਾਰ ਖੁੱਲ੍ਹ ਜੇ ਤੇ ਸਾਡੀ ਵੀ ਆਮਦਨ 'ਚ ਵਾਧਾ ਤੇ ਉੱਧਰ ਵੀ ਵਾਧਾ। ਬਿਲਕੁਲ ਬਾਰਡਰ ਏਰੀਆ ਟ੍ਰੇਡ ਕਰ ਸਕਦੇ ਹੋ ਕਿ ਤੁਸੀਂ ਕਹੋ ਕਿ 2 ਕਿਲੋਮੀਟਰ ਉੱਧਰ 2 ਕਿਲੋਮੀਟਰ ਇੱਧਰ, ਕਿਸਾਨ ਜਾ ਕੇ ਆਪਣਾ ਉੱਧਰੋਂ ਲੋਕ ਆ ਕੇ ਖਰੀਦ ਸਕਦੇ, ਉੱਧਰੋਂ ਵੀ ਵੇਚ ਸਕਦੇ ਨੇ, ਇੱਧਰੋਂ ਵੇਚ ਸਕਦੇ, ਬਹੁਤ ਕੁਝ ਹੋ ਸਕਦਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਵੀ ਕੋਈ ਪਾਕਿਸਤਾਨ ਨਾਲ ਸਾਡੇ, ਵੈਸੇ ਤਾਂ ਸ਼ੁਰੂ ਤੋਂ ਹੀ ਕਦੀ ਸਾਡੇ ਨਾਰਮਲ ਰਿਲੇਸ਼ਨ ਰਹੇ ਨਹੀਂ ਜੀ। 1965 'ਚ 2.5 ਹਫ਼ਤਿਆਂ ਦੀ ਲੜਾਈ ਹੋਈ ਤੇ 9 ਸਾਲ ਸਾਡਾ ਟ੍ਰੇਡ ਬੰਦ ਰਿਹਾ। ਹੋਰ ਦੁਨੀਆ 'ਚ ਕੋਈ ਹਿਸਟਰੀ ਨਹੀਂ। ਚਾਈਨਾ ਨਾਲ ਸਾਡੀ ਰੋਜ਼ ਪ੍ਰੋਬਲਮ ਰਹਿੰਦੀ ਹੈ, ਉਹਨਾਂ ਨਾਲ ਅਸੀਂ ਟ੍ਰੇਡ ਨਹੀਂ ਬੰਦ ਕਰ ਰਹੇ। ਅੱਛਾ, ਫਿਰ ਜਿਹੜਾ ਆਰਗੂਮੈਂਟ ਵੀ ਦਿੱਤੇ ਜਾ ਰਹੇ ਨਾ ਕਿ ਵਾਹਗਾ ਬਾਰਡਰ, ਇਵਨ ਡਾਟਾ ਇਹ ਵੀ ਕਹਿੰਦਾ ਕਿ ਚਾਈਨਾ ਨਾਲ ਸਾਡਾ ਵਪਾਰ ਦਿਨੋਂ ਦਿਨ ਹੋਰ ਵਧ ਰਿਹਾ। ਜਿਹੜੀ ਇੰਟੈਗਰੇਟਡ ਚੈੱਕ ਪੋਸਟ ਹੈ ਉਹ 1947 ਤੋਂ ਬਾਅਦ 2012 'ਚ ਬਣਦੀ ਹੈ। ਇੰਟੈਗਰੇਟਡ ਚੈੱਕ ਪੋਸਟ ਵਾਹਗਾ ਬਾਰਡਰ ਤੇ, ਜਿਹਦਾ ਮਤਲਬ ਹੁੰਦਾ ਕਿ ਤੁਸੀਂ ਪੂਰਾ ਸਾਰਾ ਜਿਹੜਾ ਵਪਾਰ ਸਕੈਨ ਕਰ ਸਕਦੇ ਹੋ ਵਸਤਾਂ। ਪਰ 2012 ਦੇ ਵਿੱਚ ਜਦੋਂ ਚੈੱਕ ਲੱਗ ਵੀ ਜਾਂਦਾ ਤੇ ਫੁੱਲ ਟਰੱਕ ਬਾਡੀ ਸਕੈਨਰ ਤੁਹਾਡਾ ਫੇਰ ਬਹੁਤ ਲੇਟ ਲੱਗਦਾ ਤੇ ਉਹ ਉਸ ਤਰ੍ਹਾਂ ਆਪਰੇਟ ਵੀ ਨਹੀਂ ਹੋ ਸਕਦਾ। ਜਦੋਂ ਤੁਹਾਡਾ ਫੁੱਲ ਟਰੱਕ ਬਾਡੀ ਸਕੈਨਰ 'ਚ ਆ ਜਾਂਦਾ ਸਾਰਾ ਕੁਝ, ਤਾਂ ਫੇਰ ਕਿੱਥੇ ਗੁੰਜਾਇਸ਼ ਰਹਿ ਜਾਂਦੀ ਹੈ ਕਿ ਟ੍ਰੇਡ ਦੇ ਰਸਤੇ ਤੁਹਾਡੇ ਕੋਲ ਚਿੱਟਾ ਆਊਗਾ, ਜਾਂ ਟ੍ਰੇਡ ਦੇ ਰਸਤੇ ਨਸ਼ੇ ਆਉਣਗੇ, ਜਾਂ ਟ੍ਰੇਡ ਦੇ ਰਸਤੇ ਤੁਹਾਡੇ ਕੋਲ ਹਥਿਆਰ ਆਉਣਗੇ, ਜਾਂ ਹੋਰ ਇਸ ਤਰ੍ਹਾਂ ਦੀ। ਫਿਰ ਉਹ ਸਕੋਪ ਤਾਂ ਸੈਂਟਰ ਗੌਰਮੈਂਟ ਨੂੰ ਵਾਰਡ ਆਫ ਕਰਨਾ ਚਾਹੀਦਾ ਕਿ ਉਹਨਾਂ ਦੀ, ਜੇ ਆਪਾਂ ਆਪਣੀਆਂ ਸਰਹੱਦਾਂ ਮਹਿਫੂਜ਼ ਨਹੀਂ ਕਰ ਸਕਦੇ ਸੀ ਤਾਂ ਫਿਰ ਟ੍ਰੇਡ ਨੂੰ ਬੰਦ ਕਰਨ ਨਾਲ ਇਕੱਲੇ ਨਾਲ ਤਾਂ ਨਹੀਂ, ਕਿ ਉਸ ਤੋਂ ਬਾਅਦ ਇਹ ਮਸਲੇ ਹੱਲ ਹੋ ਗਏ ਨੇ? ਬਿਲਕੁਲ, ਇਹ ਪੁੱਛਣ ਦੀ ਗੱਲ ਹੈ। ਤੇ ਜਿਹੜਾ ਦੇਸ਼ ਦੀ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ, ਉਹ ਬਹੁਤ ਵੱਡਾ ਹੈਗਾ, ਮੈਂ ਵੀ ਉਸ ਦੇ ਹੱਕ 'ਚ ਹਾਂ, ਪਰ ਉਹਨੂੰ ਇਸ਼ੂ ਬਣਾ ਕੇ ਤੁਸੀਂ ਬਿਲਕੁਲ ਬਲੈਂਕਟ ਟ੍ਰੇਡ ਬੰਦ ਕਰਨਾ ਉਹ ਵੀ ਠੀਕ ਨਹੀਂ, ਔਰ ਜਾਂ ਡਾਇਲਾਗ ਨਾ ਰੱਖਣਾ ਉਹ ਵੀ ਠੀਕ ਨਹੀਂ। ਆਪਣੇ ਜਿਹੜਾ ਹਿੰਦੁਸਤਾਨ ਦਾ ਜਿਹੜਾ ਸਾਡਾ ਉੱਥੇ ਹਾਈ ਕਮਿਸ਼ਨਰ ਰਿਹਾ ਹੈ ਮਿਸਟਰ ਸੱਭਰਵਾਲ, ਉਹਦੀ ਮੈਂ ਕਿਤਾਬ ਵੀ ਰਿਵਿਊ ਕੀਤੀ ਹੈ। ਉਹਨੇ ਵੀ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਭਾਵੇਂ ਜਿੰਨੇ ਮਰਜ਼ੀ ਮਾੜੇ ਸੰਬੰਧ, ਡਾਇਲਾਗ ਸਾਨੂੰ ਕਰਦੇ ਰਹਿਣਾ ਚਾਹੀਦਾ। ਇਹ ਡਾਇਲਾਗ ਹੀ ਹੱਲ ਹੈ, ਠੀਕ ਹੈ। ਸੋ ਇਸ ਕਰਕੇ ਵਾਹਗਾ ਬਾਰਡਰ ਤੋਂ ਟ੍ਰੇਡ ਖੋਲ੍ਹਣ ਲਈ ਜਾਂ ਪਾਕਿਸਤਾਨ ਨਾਲ ਸਮੁੱਚਾ ਟ੍ਰੇਡ ਖੋਲ੍ਹਣ ਲਈ ਮੈਨੂੰ ਲੱਗਦਾ ਕਿ ਦੋਨੋਂ ਸਰਕਾਰਾਂ ਇਹਦੇ ਘੇਰੇ 'ਚ ਆਉਂਦਾ, ਪੰਜਾਬ ਦੇ ਘੇਰੇ 'ਚ ਨਹੀਂ ਆਉਂਦਾ। ਇਹ ਯਤਨ ਕਰਨੇ ਚਾਹੀਦੇ। ਪਰ ਜਿਵੇਂ ਹੁਣ ਕਿਸਾਨ WTO ਤੋਂ ਵਿਡਰਾ ਕਰਨ ਲਈ ਆਪਣੀ ਮੰਗਾਂ ਤੇ ਪ੍ਰੈਸ਼ਰ ਬਿਲਡ ਕਰ ਰਹੇ ਆ, ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਲੌਬਿੰਗ ਕਰਕੇ, ਦੂਜੀਆਂ ਸਟੇਟਾਂ ਦੀ ਪੋਲੀਟੀਕਲ ਪਾਰਟੀਆਂ ਨਾਲ ਲੈ ਕੇ ਲੌਬਿੰਗ ਕਰਕੇ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਕਿ ਵਾਹਗਾ ਬਾਰਡਰ ਤੋਂ ਟ੍ਰੇਡ ਖੋਲ੍ਹੋ। ਤੇ ਜੇ ਖੁੱਲ੍ਹਦਾ ਤਾਂ ਪੰਜਾਬ ਨੂੰ ਫਾਇਦਾ ਹੁੰਦਾ। ਅਸੀਂ ਇੱਕ ਕੇਸ ਸਟੱਡੀ ਕੀਤੀ ਸੀ, ਉਹਦੇ ਵਿੱਚ 2 ਚੀਜ਼ਾਂ ਮੈਂ ਹੋਰ ਸ਼ਾਮਲ ਕਰ ਦੇਵਾਂ। ਤੁਹਾਨੂੰ ਯਾਦ ਹੋਏਗਾ ਕਿ ਲਾਹੌਰ ਦੇ ਵਿੱਚ ਚੈਂਬਰ ਆਫ ਕਮਰਸ ਦਾ ਇੱਕ ਸੈਮੀਨਾਰ ਹੋਇਆ ਸੀ। ਉਹਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਸਾਡਾ ਆਪਸ 'ਚ ਟ੍ਰੇਡ ਬੰਦ ਨਹੀਂ ਹੋਇਆ,
ਮਤਲਬ ਉਹ ਜ਼ਿਕਰ ਉਹੀ ਕਰ ਰਹੇ ਸੀ ਵੀ ਵਾਇਆ ਦੁਬਈ ਕਰਾਚੀ ਚੱਲ ਰਿਹਾ। ਉਹਨੂੰ ਕਹਿੰਦੇ ਐਕਸਪੋਰਟ ਰੀਇੰਪੋਰਟ। ਜੀ, ਤੇ ਦੂਸਰਾ ਸਿਮਰਨਜੀਤ ਸਿੰਘ ਮਾਨ ਹੋਣੀ ਤੇ ਇਹ ਵੀ ਇੱਥੋਂ ਤੱਕ ਵੀ ਇਸ ਚੀਜ਼ ਨੂੰ ਐਡਵੋਕੇਟਿੰਗ ਕਰਦੇ ਰਹੇ ਨੇ ਕਿ ਜਿਹੜਾ ਵਪਾਰ ਹੈ ਉਹਦੇ ਲਈ ਸੈਂਟਰ ਕੁਝ ਇਸ ਤਰ੍ਹਾਂ ਦਾ ਬੰਦੋਬਸਤ ਕਰੇ ਕਿ ਇਹ ਪੰਜਾਬ ਸਟੇਟ ਦੀ ਖੁਦ ਮੁਖਤਾਰੀ ਦੇ ਨਾਲ ਚੀਜ਼ਾਂ ਚੱਲਣ ਵਪਾਰ ਦੀਆਂ। ਦੇਖੋ ਇਹ ਦੋ ਮਸਲੇ ਅਲੱਗ-ਅਲੱਗ ਨੇ। ਜਿਹੜਾ ਵਪਾਰ ਅੰਤਰਰਾਸ਼ਟਰੀ ਵਪਾਰ ਦਾ ਮਸਲਾ ਨਾ ਉਹ ਕੇਂਦਰ ਸਰਕਾਰ ਦੇ ਲੈਵਲ ਤੇ ਹੀ ਹੋਣਾ, ਕਿਸੇ ਸਟੇਟ ਦੇ ਲੈਵਲ ਤੇ ਨਹੀਂ ਹੋ ਸਕਦਾ। ਠੀਕ ਹੈ, ਹਾਂ, ਪਰ ਵਾਹਗਾ ਬਾਰਡਰ ਤੋਂ ਟ੍ਰੇਡ ਖੋਲ੍ਹਣ ਲਈ ਇਹਨਾਂ ਨੂੰ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਔਰ ਖੋਲ੍ਹਣਾ ਚਾਹੀਦਾ ਹੈ। ਦੂਜਾ ਜਿਹੜਾ ਹੈ ਕਿ ਵਪਾਰ ਬੰਦ ਨਹੀਂ ਹੋਇਆ, ਉਹ ਥਰਡ ਕੰਟਰੀ ਜੋ 1965 ਤੋਂ 74 ਤੱਕ ਬੰਦ ਵੀ ਹੋਇਆ ਸੀ, ਉਦੋਂ ਵੀ ਚੱਲਦਾ ਸੀਗਾ, ਹੈ ਨਾ। ਸੋ ਇਲੀਗਲ ਟ੍ਰੇਡ ਵੀ ਬਹੁਤ ਹੁੰਦਾ ਹੈ। ਮੈਂ ਜਿਹੜੀ ਇੱਕ ਤੁਹਾਡੇ ਨੂੰ ਹੋਰ ਗੱਲ ਸ਼ੇਅਰ ਕਰਨੀ ਸੀ ਕਿ ਸੰਗਰੂਰ ਜ਼ਿਲ੍ਹੇ 'ਚ ਇੱਕ ਕੋਈ ਐਗਰੀਕਲਚਰ ਇੰਪਲੀਮੈਂਟ ਬਣਾਉਣ ਦੀ ਫੈਕਟਰੀ ਹੈ ਕਾਫੀ ਵੱਡੀ। ਠੀਕ ਹੈ, ਨਾਮ ਮੈਂ ਉਹਦਾ ਭੁੱਲ ਗਿਆ, ਅਸੀਂ ਆਪਣੀ ਸਟੱਡੀ 'ਚ ਮੈਂਸ਼ਨ ਕੀਤੀ ਹੈ। ਉਹ ਉੱਥੋਂ ਦੇ ਸਟਰਾ ਰੀਪਰ ਤੇ ਹੋਰ ਜਿਹੜੇ ਇੰਪਲੀਮੈਂਟਸ ਨੇ ਉਹ ਪਾਕਿਸਤਾਨ 'ਚ ਬੜੇ ਮਕਬੂਲ ਨੇ। ਠੀਕ ਹੈ, ਤੇ ਭੇਜਦੇ ਵੀ ਸੀਗੇ 2019 ਤੋਂ ਪਹਿਲਾਂ, ਹੋਰ ਵੀ ਇਹਨਾਂ ਕੋਲ ਆਰਡਰ ਆਏ ਹੋਏ ਸੀ ਤੇ ਇੰਪਲੋਇਮੈਂਟ ਵੀ ਜਨਰੇਟ ਕਰ ਰਹੇ ਸੀ। ਸੋ ਇਸ ਕਿਸਮ ਦੇ ਬਹੁਤ ਕੁਝ ਹੈ ਜਿਹੜਾ ਇਸ ਖਿੱਤੇ 'ਚੋਂ ਪਾਕਿਸਤਾਨ ਜਾ ਸਕਦਾ ਔਰ ਪਾਕਿਸਤਾਨ ਤੋਂ ਇੱਧਰ ਆ ਸਕਦਾ ਔਰ ਦੋਨਾਂ ਦੇਸ਼ਾਂ ਨੂੰ ਉਹਦਾ ਫਾਇਦਾ ਹੋ ਸਕਦਾ ਹੈ। ਇਹ ਗੱਲ ਮੰਨਣ ਵਾਲੀ ਹੈ ਕਿ ਵਪਾਰ ਨਾਲ ਦੋਨਾਂ ਦੇਸ਼ਾਂ ਨੂੰ ਫਾਇਦਾ ਹੋਏਗਾ। ਵਪਾਰ ਜਿਹੜੇ ਵੀ ਦੇਸ਼ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਆਪਸ ਵਿੱਚ ਕੋਈ ਨਾ ਕੋਈ ਫਾਇਦਾ ਹੁੰਦਾ ਹੈ। ਸੋ ਇਸ ਵੇਲੇ ਲੋੜ ਇਹ ਹੈ ਕਿ ਇਸ ਖੇਤਰ ਦੇ ਵਿੱਚ ਸਮੁੱਚਾ ਵਪਾਰ ਵੀ ਸ਼ੁਰੂ ਕਰਨਾ ਚਾਹੀਦਾ ਹਿੰਦੁਸਤਾਨ ਪਾਕਿਸਤਾਨ ਦਾ ਲੀਗਲੀ, ਤੇ ਵਾਹਗਾ ਬਾਰਡਰ ਦੇ ਨਾਲ ਨਾਲ ਸੈਣੀ ਵਾਲਾ ਬਾਰਡਰ ਵੀ ਜਿਹੜਾ ਵਪਾਰ ਲਈ ਉਹਦੀ ਪੋਸੀਬਿਲਿਟੀਜ਼ ਵੀ ਦੇਖਣ ਦੀ ਲੋੜ ਹੈ। ਤੇ ਆਉਣ ਵਾਲੇ ਸਮੇਂ 'ਚ ਇਹ ਪੰਜਾਬ ਤੇ ਪੰਜਾਬ ਨਾਲ ਲੱਗਦੀ ਹੋਰ ਸਟੇਟਾਂ ਲਈ ਇੱਕ ਵਧੀਆ ਅਪਰਚੁਨਿਟੀ ਹੋ ਸਕਦੀ ਹੈ, ਜਿਹਦੇ ਨਾਲ ਵਿਕਾਸ ਇਹਨਾਂ ਸਟੇਟਾਂ ਦੇ ਵਿੱਚ ਵਿਕਾਸ ਵਿੱਚ ਵੀ ਹਿੱਸਾ ਪੈ ਸਕਦਾ ਹੈ ਤੇ ਸਾਡਾ ਜਿਹੜਾ ਰੁਜ਼ਗਾਰ ਵੀ ਪੈਦਾ ਹੋ ਸਕਦਾ ਹੈ, ਸਮੁੱਚੇ ਆਰਥਿਕਤਾ ਦਾ ਫਾਇਦਾ ਹੋ ਸਕਦਾ, ਕਿਸਾਨਾਂ ਦਾ ਵੀ ਫਾਇਦਾ ਹੋ ਸਕਦਾ, ਆਮਦਨ ਵੱਧ ਸਕਦੀ ਹੈ। ਤੇ ਮੈਨੂੰ ਲੱਗਦਾ ਕਿ ਇਹਦੇ ਬਾਰੇ ਯਤਨ ਹੋਣੇ ਚਾਹੀਦੇ ਆ। ਘੁੰਮਣ ਸਾਹਿਬ, ਇੱਕ ਗੱਲ ਤੇ ਮੈਂ ਐਡਮਿਟ ਕਰਾਂਗਾ ਕਿ ਜਿਹੜਾ ਐਗਰੀਕਲਚਰ, ਇਹ ਤਾਂ ਤੁਸੀਂ ਵੀ ਐਡਮਿਟ ਕਰੋਗੇ ਵੀ ਐਗਰੀਕਲਚਰ ਬਤੌਰ ਸਬਜੈਕਟ ਮਤਲਬ ਇਹ ਆਪਣੇ ਆਪ 'ਚ ਆਰਥਿਕਤਾ ਦਾ ਮਸਲਾ ਵੀ ਹੈਗਾ, ਇਹ ਸਾਡਾ ਇੱਕ ਆਪਣੇ ਆਪ 'ਚ ਪੂਰੀ ਦੀ ਪੂਰੀ ਸਿਵਲਾਈਜੇਸ਼ਨ ਵੀ ਹੈ। ਅਤੇ ਮੈਨੂੰ ਲੱਗਦਾ ਕਿ ਸਿਵਲਾਈਜੇਸ਼ਨ ਦਾ ਜਦੋਂ ਦਾ ਜਨਮ ਹੋਇਆ ਇਹ ਉਸੇ ਤਰ੍ਹਾਂ ਦਾ ਉਨਾ ਹੀ ਪੁਰਾਣਾ ਕਿੱਤਾ ਆ। ਅਤੇ ਇਹ ਇੱਕ ਇੰਟਰਵਿਊ ਦੇ ਅੰਦਰ ਤਾਂ ਪੋਸੀਬਲ ਨਹੀਂ ਹੈਗਾ, ਪਰ ਮੈਂ ਫਿਰ ਵੀ ਆਪਣੇ ਦਰਸ਼ਕਾਂ ਦੇ ਲਈ ਚਾਹੁੰਦਾ ਸੀ ਕਿ ਸਰਹੱਦ ਦੇ ਨਜ਼ਰੀਏ ਤੋਂ, WTO ਦੇ ਨਜ਼ਰੀਏ ਤੋਂ, ਫਾਰਮਰ ਸੁਸਾਈਡ ਕਿਸਾਨ ਖੁਦਕੁਸ਼ੀਆਂ ਦੇ ਨਜ਼ਰੀਏ ਤੋਂ, ਇੱਕ ਇਕੋਨਮਿਸਟ ਦੇ ਨਜ਼ਰੀਏ ਤੋਂ ਇਹ ਸਾਰੀ ਗੱਲ ਉਹਨਾਂ ਦੇ ਸਾਹਮਣੇ ਆਵੇ। ਤੁਸੀਂ ਬਹੁਤ ਸਾਰੀਆਂ ਗੱਲਾਂ ਰੱਖੀਆਂ, ਉਹਨਾਂ ਦਾ ਵਿਸਥਾਰ ਦਿੱਤਾ ਸਾਡੇ ਪ੍ਰੋਗਰਾਮ ਦੇ ਅੰਦਰ, ਤੁਸੀਂ ਉਹਨਾਂ ਗੱਲਾਂ ਦੇ ਜਵਾਬ ਦਿੱਤੇ। ਬਹੁਤ